ऐसी कृपा मोहे करो, ऐसी कृपा मोहे करो। संत चरण हमारो माथा, नैन दरस तन तूर परो। ऐसी कृपा मोहे करो, ऐसी कृपा मोहे करो। गुर को शब्द मेरे हियरै बासै, हर नामा मन संग तरो। तस्कर पंच निवारो ठाकुर, सगलो परमाहु मंजरो। ऐसी कृपा मोहे करो, ऐसी कृपा मोहे करो। जो तुम करो सोई पल मानै, पावन दुविधा दूर टरो। नानक के प्रभु तुम ही दाते, संत संग ले मोहे उधरो। ऐसी कृपा मोहे करो, ऐसी कृपा मोहे करो। संत चरण हमारो माथा, नैन दरस तन तूर परो। ऐसी कृपा मोहे करो, ऐसी कृपा मोहे करो। मन का जियो पवन कथियले, पवन कहाँ रस खाई। ज्ञान की मुद्रा कवन अवधु, सिद्ध की कवन कमाई। बिन शब्द रस न आवे अवधु, हਉ मैं प्यास न जाई। शब्द रते अमृत रस पाया, साचे रहे अगाई। कवन बुद्ध जित अस्थिर रहिए, कित भोजन तृप्तासै। नानक दुख सुख सम कर जापै, सतगुर ते काल ना ग्रासै। रंग न राता रस नहीं माता, बिन गुर शब्द जल वल ताता। बिंद न राख्या शब्द न पाख्या, पवन न साध्या सच न आराध्या। अकथ कथा ले सम कर रहै, तो नानक आत्म राम को लहै। गुर प्रसादी रंगे राता, अमृत पिया साचे माता। गुर विचारी अगन निवारी, अपयो पियो आत्म सुख धारी। सच आराध्या गुरमुख तर तारी, नानक बूझै को विचारी। ਇਹ ਮਨ ਮੈਗਲ ਕਹਾਂ ਵਸਿਅਲੇ, ਕਹਾਂ ਵਸੈ ਹੇ ਪਵਨਾ। ਕਹਾਂ ਵਸੈ ਸੋ ਸ਼ਬਦ ਅਵਧੂ, ਤਾਂ ਕੋ ਚੁਕੈ ਮਨ ਕਾ ਭਵਨਾ। ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਕਰ ਵਾਸਾ ਇਹ ਮਨ ਪਾਏ। ਆਪੈ ਆਪ ਖਾਏ ਤਾਂ ਨਿਰਮਲ ਹੋਵੈ, ਤਾਵਤ ਵਰਜ ਰਹਾਏ। ਕਿਉ ਮੂਲ ਪਛਾਣੈ ਆਤਮ ਜਾਣੈ, ਕਿਉ ਸਸ ਕਰ ਸੂਰ ਸਮਾਵੈ। ਗੁਰਮੁਖ ਹਉਮੈ ਵਿੱਚੋਂ ਖੋਵੈ, ਤਉ ਨਾਨਕ ਸਹਿਜ ਸਮਾਵੈ। ਇਹ ਮਨ ਨਿਸ਼ਚਲ ਹਿਰਦੈ ਵਸਿਅਲੇ, ਗੁਰਮੁਖ ਮੂਲ ਪਛਾਣ ਰਹੈ। ਨਾਭ ਪਵਨ ਕਰ ਆਸਣ ਬੈਸੈ, ਗੁਰਮੁਖ ਖੋਜਤ ਤਤ ਲਹੈ। ਸੋ ਸ਼ਬਦ ਨਿਰੰਤਰ ਨਿਜ ਕਰ ਆਛੈ, ਤਿਰਭਵਨ ਜੋਤ ਸੋ ਸ਼ਬਦ ਲਹੈ। ਖਾਵੈ ਦੁਖ ਭੂਖ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੈ। ਅਨਹਦ ਬਾਣੀ ਗੁਰਮੁਖ ਜਾਣੀ, ਵਿਰਲਾ ਕੋ ਅਰਥਾਵੈ। ਨਾਨਕ ਆਖੈ ਸਭ ਸੱਚ ਸੁਭਾਖੈ, ਸੱਚ ਰਪੈ ਰੰਗ ਕਬਹੂ ਨ ਜਾਵੈ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲਾ ਕੋ ਅਰਥਾਵੈ। ਨਾਨਕ ਆਖੈ ਸੱਚ ਸੁਭਾਖੈ, ਸੱਚ ਰਪੈ ਰੰਗ ਕਬਹੂ ਨ ਜਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ ਔਰ ਗੁਰਬਾਣੀ ਵਿਚਾਰ ਦੇ ਗੁਰਮੁਖ ਜਨੋ, ਆਪ ਜੀ ਦੇ ਚਰਨਾਂ ਦੇ ਵਿੱਚ ਅੱਜ ਦੀ ਵਿਚਾਰ ਹਾਜ਼ਰ ਹੈ। ਆਪਣੀ ਤੁੱਛ ਬੁੱਧੀ ਅਨੁਸਾਰ ਸਿੱਧਾਂ ਦਾ ਪ੍ਰਸ਼ਨ ਹੈ, ਮਨ ਕਾ ਜਿਉ ਪਵਨ ਕਥੀਅਲੇ, ਪਵਨ ਕਹਾਂ ਰਸ ਖਾਈ। ਹੇ ਨਾਨਕ ਜੀਓ, ਚਾਹੇ ਬਾਲਾ ਹੀ ਕਹਿੰਦੇ ਹੋਣਗੇ, ਮਨ ਦਾ ਜਿਹੜਾ ਜੀਵਨ ਹੈ ਉਹ ਪਵਨ ਹੈ, ਯਾਨੀ ਮਨ ਦਾ ਆਸਰਾ ਹਵਾ ਹੈ, ਸਾਸ ਹੈ, ਇਹ ਕਹੇ ਜਾਂਦੇ। ਫਿਰ ਜਿਹੜੇ ਸਵਾਸ ਹੈ ਜਾਂ ਪਵਨ ਹੈ, ਇਹ ਰਸ ਕਿੱਥੋਂ ਖਾਂਦੇ? ਇਹਨਾਂ ਦਾ ਸਹਾਰਾ ਕੌਣ ਹੈ? ਅਗਲਾ ਸਵਾਲ ਹੈ, ਗਿਆਨ ਕੀ ਮੁਦਰਾ ਕਵਨ ਅਵਧੂ, ਸਿੱਧ ਕੀ ਕਵਨ ਕਮਾਈ। ਗਿਆਨ ਦੀ ਕਿਹੜੀ ਮੁਦਰਾ ਹੈ, ਕਿਹੜੀ ਅਵਸਥਾ ਹੈ ਇਹ ਅਦੂਤ, ਔਰ ਸਿੱਧਾਂ ਦੀ ਕਿਹੜੀ ਕਮਾਈ ਹੈ। ਦੇਖੋ ਫੇਰ ਸਿੱਧ ਮੁਦਰਾ ਦਾ ਵਰਣਨ ਕਰ ਰਹੇ ਆ ਵੀ ਕਿਹੜੀ ਪੋਜੀਸ਼ਨ ਦੇ ਵਿੱਚ ਰੱਬ ਮਿਲਦਾ ਹੈ। ਗੁਰੂ ਨਾਨਕ ਸਾਹਿਬ ਦਾ ਇਹ ਆਸ਼ਾ ਨਹੀਂ ਹੈ ਵੀ ਕਿਸੇ ਮੁਦਰਾ 'ਚ ਉਹ ਮਿਲਦਾ ਹੈ। ਸ਼ਬਦ ਨਾਲ ਜੁੜ ਕੇ ਤੁਰਦਿਆਂ ਫਿਰਦਿਆਂ ਉਹੀ ਅਵਸਥਾ, ਖਾਂਦਿਆਂ ਪੀਂਦਿਆਂ ਪਹਿਨਦਿਆਂ ਮੁਕਤੀ ਹੁੰਦੀ ਹੈ, ਨਾ ਕਿ ਕਿਸੇ ਖਾਸ ਮੁਦਰਾ 'ਚ। ਬਿਨ ਸ਼ਬਦੈ ਰਸ ਨਾ ਆਵੇ ਉਦੂ, ਹਉਮੈ ਪਿਆਸ ਨਾ ਜਾਈ। ਹੁਣ ਪਾਤਸ਼ਾਹ ਉੱਤਰ ਦੇ ਰਹੇ ਹੈ ਬਈ ਸ਼ਬਦ ਤੋਂ ਬਿਨਾਂ ਰਸ ਨਹੀਂ ਆ ਸਕਦਾ। ਹਉਮੈ ਦੀ ਜਿਹੜੀ ਪਿਆਸ ਹੈ ਉਹ ਜਾਂਦੀ ਕੋਈ ਨਹੀਂ, ਸਗੋਂ ਹੋਰ ਵੱਧਦੀ ਹੈ। ਸ਼ਬਦ ਰੱਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਗਾਈ। ਜੇ ਸ਼ਬਦ ਨਾਲ ਜੁੜ ਜੀਏ ਫਿਰ ਉਹ ਅੰਮ੍ਰਿਤ ਰਸ ਅੰਦਰੋਂ ਪੈਦਾ ਹੁੰਦਾ, ਜਿਹੜਾ ਤੁਸੀਂ ਸਮਝਦੇ ਆ ਵੀ ਤੇ ਧੂਰਾ ਪੀ ਕੇ ਆਉਂਦਾ ਹੈ ਸਮਾਧੀਆਂ ਲਾ ਕੇ। ਸੱਚ ਦੇ ਨਾਲ ਬੰਦਾ ਰੱਜ ਜਾਂਦਾ। ਫਿਰ ਕਵਨ ਬੁੱਧ ਜਿਤ ਅਸਥਿਰ ਰਹੀਏ, ਕਿਤ ਭੋਜਨ ਤ੍ਰਿਪਤਾਸੈ। ਸਿੱਧ ਫਿਰ ਉਹੀ ਸਵਾਲ ਉਸ ਤਰ੍ਹਾਂ ਦਾ ਹੀ ਕਰਦੇ ਆ ਵੀ ਕਿਹੜੀ ਬੁੱਧੀ ਨਾਲ ਮਨ ਅਸਥਿਰ ਹੁੰਦਾ ਹੈ ਔਰ ਕਿਹੜੇ ਭੋਜਨ ਦੇ ਨਾਲ ਤ੍ਰਿਪਤੀ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਉੱਤਰ ਸੀ ਬਈ ਕਿਸੇ ਬੁੱਧੀ ਨਾਲ ਅਸਥਿਰ ਨਹੀਂ ਹੁੰਦਾ ਇਹ ਬੁੱਧੀ ਨੂੰ ਛੱਡ ਕੇ ਗੁਰੂ ਨੂੰ ਅਰਪਣ ਕਰ ਦਿਓ। ਬੁੱਧੀ ਨੂੰ ਜਿਹੜੀ ਵਿਵੇਕ ਬੁੱਧ ਆਊਗੀ ਉਹਦੇ ਨਾਲ ਮਨ ਨੇ ਸਥਿਰ ਹੋਣਾ। ਇਹ ਦੁਨਿਆਵੀ ਬੁੱਧੀਆਂ ਨਾਲ ਨਹੀਂ। ਕੋਈ ਭੋਜਨ ਨਹੀਂ ਜਿਹਦੇ ਖਾਣ ਦੇ ਨਾਲ ਮਨ ਤ੍ਰਿਪਤ ਜਾਵੇ। ਇਹ ਸਭ ਰਸਕਸ ਹੈ, ਚਾਹੇ ਮਿੱਠਾ ਹੈ ਚਾਹੇ ਮਾਸ ਹੈ। ਇਸ ਕਰਕੇ ਸਿੱਧ ਉਸ ਆਪਣੀ ਤ੍ਰੈਗੁਣੀ ਅਵਸਥਾ 'ਚੋਂ ਸਵਾਲ ਕਰਦੇ ਆ। ਗੁਰੂ ਨਾਨਕ ਪਾਤਸ਼ਾਹ ਉਹਨਾਂ ਦਾ ਜਵਾਬ ਰੂਹਾਨੀਅਤ ਵਿੱਚ ਦੇ ਰਹੇ। ਕੋਈ ਭੋਜਨ ਨਹੀਂ ਜਿਹਦੇ ਨਾਲ ਤ੍ਰਿਪਤੀ ਹੋ ਜਾਏ, ਸ਼ਬਦ ਦਾ ਭੋਜਨ ਹੈ ਬਸ। ਨਾਨਕ ਦੁੱਖ ਸੁੱਖ ਸਮ ਕਰ ਜਾਪੈ, ਸਤਿਗੁਰ ਤੇ ਕਾਲ ਨਾ ਗਰਾਸੈ। ਜੇ ਸਤਿਗੁਰੂ ਦੇ ਅਨੁਸਾਰੀ ਹੋ ਗਿਆ ਬੰਦਾ, ਫਿਰ ਦੁੱਖ ਸੁੱਖ ਬਰਾਬਰ ਹੋ ਜਾਣੇ ਆ ਤੇ ਕਾਲ ਨਹੀਂ ਖਾਊਗਾ, ਅਮਰ ਹੋ ਜਾਏਗਾ ਬੰਦਾ। ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ। ਗੁਰੂ ਨਾਨਕ ਪਾਤਸ਼ਾਹ ਜੀ ਉਹ ਫਰਮਾਉਂਦੇ ਆ ਵੀ ਜੇ ਰੰਗ 'ਚ ਨਹੀਂ ਰੰਗਿਆ ਗਿਆ, ਉਹਦੇ ਰਸ ਵਿੱਚ ਨਹੀਂ ਮੱਤਿਆ, ਫਿਰ ਸ਼ਬਦ ਤੋਂ ਬਿਨਾਂ ਜਲ ਬਲ ਤਾਤਾ। ਸੜ ਜਾਂਦਾ ਬੰਦਾ, ਜਲ ਜਾਂਦਾ, ਬਲ ਜਾਂਦਾ। ਸ਼ਬਦ ਹੀ ਬੰਦੇ ਨੂੰ ਬਚਾਉਂਦਾ। ਬਿੰਦ ਨਾ ਰਾਖਿਆ, ਸ਼ਬਦ ਨਾ ਭਾਖਿਆ। ਇੱਥੋਂ ਟਪਲਾ ਲੱਗਦਾ ਆਮ ਬੰਦੇ ਨੂੰ ਵੀ ਸ਼ਾਇਦ ਬਿੰਦ ਰੱਖਣ ਦੀ ਗੱਲ ਵੀ ਬਾਣੀ 'ਚ ਹੋ ਰਹੀ ਹੈ। ਨਹੀਂ ਭਾਈ, ਇਹ ਸਿੱਧਾਂ ਨੂੰ ਜਵਾਬ ਉਹਨਾਂ ਦੀ ਬੋਲੀ 'ਚ ਹੈ। ਸ੍ਰੀ ਗੁਰੂ ਜੀ ਉਹ ਫਰਮਾਉਂਦੇ ਆ ਵੀ ਜੇ ਸ਼ਬਦ ਨਹੀਂ ਭਾਖਿਆ, ਸ਼ਬਦ ਨਹੀਂ ਬੋਲਿਆ, ਉਹਦਾ ਉਚਾਰਨ ਨਹੀਂ ਕਰਿਆ, ਤਾਂ ਤੁਸੀਂ ਬਿੰਦ ਨਹੀਂ ਰੱਖਿਆ ਹੈ। ਇਹ ਗਲਤ ਤੁਹਾਡੀ ਧਾਰਨਾ ਹੈ। ਤੁਸੀਂ ਬਿੰਦ ਰੱਖਦੇ, ਸ਼ਬਦ ਦਾ ਤੁਹਾਨੂੰ ਪਤਾ ਹੀ ਕੋਈ ਨਹੀਂ। ਪਵਨ ਨਾ ਸਾਧਿਆ, ਸੱਚ ਨਾ ਅਰਾਧਿਆ। ਤੁਸੀਂ ਪਵਨ ਨੂੰ ਸਾਧਣ ਪਰ ਲੱਗੇ ਹੋਏ ਆ, ਸਵਾਸਾਂ ਨੂੰ, ਸੱਚ ਨੂੰ ਅਰਾਧਦੇ ਨਹੀਂ ਹੈ ਸ਼ਬਦ ਨਾਲ ਜੁੜ ਕੇ। ਤਾਂ ਜਦ ਤੁਸੀਂ ਸ਼ਬਦ ਨੂੰ ਨਹੀਂ ਅਰਾਧਦੇ ਤਾਂ ਤੁਸੀਂ ਕੋਈ ਪਵਨ ਨੂੰ ਸਾਧਿਆ ਨਹੀਂ ਹੈ। ਝੂਠਾ ਹੈ ਤੁਹਾਡਾ ਸਾਰਾ ਕੁਛ। ਅਕਥ ਕਥਾ ਲੈ ਸਮ ਕਰ ਰਹਿ, ਤਉ ਨਾਨਕ ਆਤਮ ਰਾਮ ਕੋ ਲਹੈ। ਇਹ ਜਿਹੜੀ ਇਕੱਥ ਕਥਾ ਹੈ, ਇਹਨੂੰ ਸੁਣ ਕੇ, ਇਹਨੂੰ ਜਪ ਕੇ, ਪ੍ਰਾਪਤ ਕਰਕੇ ਫਿਰ ਬੰਦਾ ਸਮ ਹੋ ਜਾਂਦਾ ਦੁੱਖ ਸੁੱਖ ਦੇ ਵਿੱਚ। ਫਿਰ ਆਤਮ ਰਾਮ ਨੂੰ ਪ੍ਰਾਪਤ ਕਰ ਲੈਂਦਾ, ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ। ਗੁਰ ਪ੍ਰਸਾਦੀ ਰੰਗੇ ਰਾਤਾ, ਅੰਮ੍ਰਿਤ ਪੀਆ ਸਾਚੇ ਮਾਤਾ। ਗੁਰੂ ਦੀ ਕਿਰਪਾ ਦੇ ਨਾਲ, ਪ੍ਰਸਾਦ ਦੇ ਨਾਲ, ਗ੍ਰੇਸ ਦੇ ਨਾਲ ਰੰਗ 'ਚ ਰੰਗਿਆ ਜਾਂਦਾ ਬੰਦਾ। ਫਿਰ ਉਹਨੂੰ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਅੰਦਰੋਂ ਹੀ। ਬ੍ਰਹਮ ਕੁੰਡ 'ਚੋਂ ਅੰਮ੍ਰਿਤ ਪ੍ਰਗਟ ਹੋ ਜਾਂਦਾ ਜਦੋਂ ਉਹ ਸੱਚੇ ਦੇ ਨਾਲ ਜੁੜਦਾ ਹੈ। ਇਹ ਬਾਹਰ ਦੇ ਜਿਹੜੇ ਝੂਠੇ ਪਖੰਡ ਹੈ, ਸਰੀਰਕ ਕਿਰਿਆਵਾਂ ਹੈ, ਇਹਨਾਂ ਦੇ ਕਿਸੇ ਦੇ ਵੀ ਕਰਨ ਦੇ ਨਾਲ ਰੰਗ ਨਹੀਂ ਚੜ੍ਹਦਾ ਬੰਦੇ ਨੂੰ। ਗੁਰ ਵਿਚਾਰੀ ਅਗਨ ਨਿਵਾਰੀ।
ਜੇ ਗੁਰੂ ਦੀ ਵਿਚਾਰ ਕਰਾਂਗੇ, ਸ਼ਬਦ ਦੀ ਵਿਚਾਰ ਕਰਾਂਗੇ, ਫਿਰ ਇਹ ਅਗਨ ਜਾਣੀ ਅੰਦਰੋਂ, ਹਉਮੈ ਵਾਲੀ, ਵਿਕਾਰਾਂ ਵਾਲੀ, ਅਦਰਵਾਈਜ਼ ਨਹੀਂ। ਆਪਿਓ ਪੀਓ ਆਤਮ ਸੁਖ ਧਾਰੀ, ਸੱਚ ਅਰਾਧਿਆ ਗੁਰਮੁਖ ਧਰ ਧਾਰੀ। ਇਹ ਜਿਹੜਾ ਆਪਿਓ ਹੈ, ਨਾ ਪੀਏ ਜਾਣ ਵਾਲਾ ਅੰਮ੍ਰਿਤ ਹਰ ਇੱਕ ਨਹੀਂ ਪੀ ਸਕਦਾ, ਇਹ ਬਹੁਤ ਵਿਰਲਾ ਪੀਂਦਾ ਹੈ। ਆਪਿਓ ਪੀਓ ਆਤਮ ਸੁਖ ਧਾਰੀ, ਜਦੋਂ ਇਹ ਅੰਮ੍ਰਿਤ ਪੀ ਲੂਗਾ ਫਿਰ ਜਿਹੜਾ ਆਤਮਾ ਦਾ ਸੁੱਖ ਹੈ ਉਹਨੂੰ ਧਾਰ ਲਏਗਾ, ਯਾਨੀ ਆਨੰਦ ਪ੍ਰਾਪਤ ਹੋ ਜਾਊਗਾ। ਸੱਚ ਅਰਾਧਿਆ ਗੁਰਮੁਖ ਧਰ ਧਾਰੀ, ਸੱਚ ਨੂੰ ਅਰਾਧਨਾ ਹੈ ਗੁਰਮੁਖ ਦੇ ਰਾਹੀਂ, ਫਿਰ ਇਹ ਤਾਰੀ ਤਰ ਜੂਗਾ, ਭਵਜਲ ਤੋਂ ਪਾਰ ਹੋ ਜਾਊਗਾ। ਸੱਚ ਨੂੰ ਅਰਾਧਨਾ ਹੈ ਪਰਮਾਤਮਾ ਨੂੰ, ਪਰ ਗੁਰਮੁਖ ਦੇ ਰਾਹੀਂ, ਗੁਰੂ ਦੇ ਰਾਹੀਂ। ਨਾਨਕ ਬੂਝੈ ਕੋ ਵਿਚਾਰੀ, ਇਹ ਵਿਚਾਰ ਨਾਲ ਕੋਈ ਵਿਰਲਾ ਬੁਝਦਾ। ਇਹ ਮਨ ਮੈਗਲ ਕਹਾਂ ਬਸੀਲੇ, ਕਹਾਂ ਬਸੈ ਪਵਨਾ। ਸਿੱਧਾਂ ਦਾ ਪ੍ਰਸ਼ਨ ਹੈ। ਇਹ ਹਾਥੀ ਵਰਗਾ ਚਾਂਭਲਿਆ ਹੋਇਆ ਮਨ ਹਉਮੈ ਕਰਕੇ ਇਹ ਕਿੱਥੇ ਰਹਿੰਦਾ ਹੈ, ਕਿੱਥੇ ਵਸਦਾ ਹੈ, ਇਹ ਪੌਣ ਕਿੱਥੇ ਰਹਿੰਦੀ ਹੈ, ਸਵਾਸ ਕਿੱਥੇ ਰਹਿੰਦੇ ਆ, ਇਹ ਸਵਾਲ ਹੈ। ਕਹਾਂ ਬਸੈ ਸੋ ਸ਼ਬਦ ਅਵਧੂਤ, ਤਾਂ ਕੋ ਚੁਕੈ ਮਨ ਕਾ ਭਵਨਾ। ਹੇ ਅਵਧੂਤ ਗੁਰੂ ਨਾਨਕ, ਤੁਸੀਂ ਕਹਿੰਦੇ ਹੋ ਵੀ ਸ਼ਬਦ ਦੇ ਨਾਲ ਉਧਾਰ ਹੁੰਦਾ ਹੈ, ਇਹ ਸ਼ਬਦ ਕਿੱਥੇ ਵੱਸਦਾ, ਜਿਹਦੇ ਨਾਲ ਮਨ ਦਾ ਜਿਹੜਾ ਨੱਠ ਭੱਜ ਹੈ, ਭਵਨ ਹੈ, ਉਹ ਖਤਮ ਹੋ ਜਾਂਦਾ, ਕਿੱਥੇ ਰਹਿੰਦਾ ਇਹ ਸ਼ਬਦ, ਇਹ ਸਵਾਲ ਹੈ। ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਘਰ ਵਾਸਾ ਇਹ ਮਨ ਪਾਏ। ਪਾਤਸ਼ਾਹ ਜੀ ਦਾ ਉੱਤਰ ਹੈ, ਜੇ ਪਰਮਾਤਮਾ ਨਦਰ ਕਰਦੇ ਤਾਂ ਸਤਿਗੁਰੂ ਨੂੰ ਮਿਲਾ ਦਿੰਦਾ, ਫਿਰ ਇਹ ਜਿਹੜਾ ਮਨ ਹੈ ਇਹ ਆਪਣੇ ਨਿੱਜ ਘਰ ਵਿੱਚ, ਹਿਰਦੇ ਵਿੱਚ ਜਾ ਵੜਦਾ। ਅੱਗੇ ਵਿਚਾਰ ਆਏਗੀ ਵੀ ਸਸ ਘਰ ਸੂਰਜ ਸਮਾਵੇ, ਫਿਰ ਇਹ ਚੰਦਰਮਾ ਦੇ ਘਰ ਵਿੱਚ ਸੂਰਜ ਜਾ ਵੜਦਾ। ਆਪੇ ਆਪ ਖਾਏ ਤਾਂ ਨਿਰਮਲ ਹੋਵੇ, ਧਾਵਤ ਵਰਜ ਰਹਾ। ਜੇ ਆਪਣੇ ਆਪ ਨੂੰ ਖਾ ਲਵੇ, ਯਾਨੀ ਹਉਮੈ ਨੂੰ ਮਿਟਾ ਦੇਵੇ, ਆਪ ਸ਼ਬਦ ਹਉਮੈ ਵਾਸਤੇ ਆ ਰਿਹਾ, ਜੇ ਆਪਣੀ ਹਉਮੈ ਨੂੰ ਮਿਟਾ ਦੇਵੇ ਫਿਰ ਇਹ ਨਿਰਮਲ ਹੋ ਜਾਂਦਾ ਹੈ। ਜਿਹੜਾ ਨੱਠ ਭੱਜ ਹੈ ਮਨ ਦੀ, ਉਹ ਹਟ ਜਾਂਦੀ ਹੈ, ਮਨ ਆਪਣੇ ਨਿੱਜ ਘਰ 'ਚ ਆ ਜਾਂਦਾ। ਕਿਉਂ ਮੂਲ ਪਛਾਣੈ ਆਤਮ ਜਾਣੈ, ਕਿਉਂ ਸਸਕਰ ਸੂਰ ਸਮਾਵੇ। ਸਿੱਧਾਂ ਦਾ ਪ੍ਰਸ਼ਨ ਹੈ, ਆਪਣੇ ਮੂਲ ਨੂੰ ਕਿਵੇਂ ਪਛਾਣੇ ਬੰਦਾ, ਕਿਵੇਂ ਆਤਮ ਰਾਮ ਨੂੰ ਜਾਣੇ, ਕਿਉਂ ਚੰਦਰਮਾ ਦੇ ਘਰ 'ਚ ਸੂਰਜ ਸਮਾ ਸਕਦਾ, ਕਿਵੇਂ। ਗੁਰਮੁਖ ਹਉਮੈ ਵਿੱਚੋਂ ਖੋਵੇ, ਤਾਂ ਨਾਨਕ ਸਹਿਜ ਸਮਾਵੇ। ਸ੍ਰੀ ਗੁਰੂ ਜੀ ਉੱਤਰ ਦੇ ਰਹੇ ਹੈ, ਜੇ ਗੁਰਮੁਖ ਨਾਲ ਜੁੜ ਕੇ, ਗੁਰੂ ਜੀ ਨਾਲ ਜੁੜ ਕੇ ਹਉਮੈ ਨੂੰ ਵਿੱਚੋਂ ਖੋ ਦੇਵੇ ਬੰਦਾ, ਫਿਰ ਉਹ ਸਹਿਜ ਦੇ ਵਿੱਚ ਸਮਾ ਜਾਂਦਾ। ਦੇਖੋ ਕਿੰਨਾ ਸੌਖਾ ਔਰ ਸਰਲ ਰਸਤਾ ਦੱਸਿਆ ਗੁਰੂ ਪਾਤਸ਼ਾਹ ਨੇ। ਕਿਹੜੇ ਆਸਣ, ਕਿਹੜੇ ਯੋਗ, ਕੁਛ ਵੀ ਨਹੀਂ ਕਰਨਾ, ਸਸਤਾ ਸੌਦਾ ਕਰਨਾ, ਨਾ ਕਿ ਮਹਿੰਗਾ ਕਰਨਾ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਬਸ ਇਹ ਜਾਪ ਹੈ। ਜਾਣਾ ਸੰਗਤ ਵਿੱਚ ਹੈ, ਸਿੱਖਿਆ ਸੰਗਤ ਵਿੱਚ ਗੁਰਮੁਖਾਂ ਤੋਂ ਲੈਣੀ ਹੈ, ਉੱਥੇ ਵਰਤਦਾ ਸ਼ਬਦ। ਜਦੋਂ ਇਹ ਵਿਚਾਰ ਆ ਗਈ ਅੰਦਰ, ਫੇਰ ਪਵਿੱਤਰ ਹੋਣ ਵੱਲ ਵੱਧ ਸਕਦਾ ਬੰਦਾ, ਕਿਸੇ ਕਰਮ ਵਿਸ਼ੇਸ਼ ਨਾਲ, ਕਿਸੇ ਸੋਚ ਵਿਸ਼ੇਸ਼ ਨਾਲ, ਕਿਸੇ ਪਹਿਰਾਵੇ ਵਿਸ਼ੇਸ਼ ਨਾਲ, ਕਿਸੇ ਰਟਨ ਵਿਸ਼ੇਸ਼ ਨਾਲ ਬੰਦਾ ਨਹੀਂ ਪਵਿੱਤਰ ਹੁੰਦਾ ਭਾਈ। ਇਹ ਗੁਰਮਤਿ ਦੀ ਸੋਚ ਹੈ। ਸ਼ਬਦ ਕਿਉਂਕਿ ਸਾਨੂੰ ਉਸ ਤਰ੍ਹਾਂ ਦੇ ਮਿਲਦੇ ਆ, ਜਿਵੇਂ ਹੁਣ ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ, ਵੀ ਸ਼ਾਇਦ ਬਿੰਦ ਰੱਖਣ ਦੀ ਗੱਲ ਵੀ ਗੁਰਬਾਣੀ 'ਚ ਆ ਰਹੀ। ਨਹੀਂ ਭਾਈ, ਉਹਨਾਂ ਨੂੰ ਉਹਨਾਂ ਦੀ ਬੋਲੀ 'ਚ ਸਮਝਾਇਆ ਜਾ ਰਿਹਾ ਵੀ ਜੇ ਤੁਸੀਂ ਸ਼ਬਦ ਨਹੀਂ ਭਾਖਦੇ ਤਾਂ ਤੁਹਾਡਾ ਬਿੰਦ ਨਹੀਂ ਰਹਿਣਾ, ਨਾ ਤੁਸੀਂ ਰੱਖ ਸਕਦੇ। ਉਹ ਝੂਠਾ ਰੱਖਦੇ ਹੋ, ਜਿਹੜਾ ਬਾਹਰ ਤੋਂ ਜਤੀ ਬਣ ਕੇ ਦਿਖਾਉਂਦੇ, ਉਹਦੀ ਕੋਈ ਮਹਿਮਾ ਨਹੀਂ ਹੈ ਦਰਗਾਹ ਦੇ ਵਿੱਚ। ਅੱਗੇ ਹੈ, ਇਹ ਮਨ ਨਿਸ਼ਚਲ ਹਿਰਦੈ ਵਸੀਲੇ, ਗੁਰਮੁਖ ਮੂਲ ਪਛਾਣ ਰਹੇ। ਸ੍ਰੀ ਗੁਰੂ ਜੀ ਦਾ ਉੱਤਰ ਹੈ, ਇਹ ਮਨ ਹਿਰਦੇ 'ਚ ਵਸ ਕੇ ਨਿਸ਼ਚਲ ਹੁੰਦਾ ਹੈ। ਹਿਰਦਾ ਚੰਦਰਮਾ, ਮਨ ਸੂਰਜ। ਮਨ ਤਪਸ਼ ਵਿੱਚ ਹੈ, ਗਰਮੈਸ਼ ਵਿੱਚ ਹੈ। ਜਦੋਂ ਇਹ ਠੰਡੇ ਹਿਰਦੇ ਦੇ ਵਿੱਚ ਚਲੇ ਜਾਂਦਾ ਹੈ, ਫਿਰ ਇਹ ਨਿਸ਼ਚਲ ਹੋ ਜਾਂਦਾ। ਜਾਊਗਾ ਕਿਵੇਂ? ਸ਼ਬਦ ਦੇ ਆਸਰੇ ਨਾਲ। ਗੁਰਮੁਖ ਮੂਲ ਪਛਾਣ ਰਿਹਾ, ਗੁਰਮੁਖਾਂ ਦੇ ਰਾਹੀਂ, ਗੁਰੂ ਦੇ ਰਾਹੀਂ ਮੂਲ ਨੂੰ ਪਛਾਣ ਲਵੇ, ਯਾਨੀ ਹਉਮੈ ਨੂੰ ਤੋੜ ਲਵੇ ਆਪਣੀ। ਨਾਭ ਪਵਨ ਘਰ ਆਸਣ ਬੈਸੈ, ਗੁਰਮੁਖ ਖੋਜਤ ਤਤ ਲਹੈ। ਇਸ ਪੰਕਤੀ ਤੋਂ ਸਾਡੇ ਸਾਰੇ ਜਿਹੜੇ ਵਿਦਵਾਨ ਹੈ ਉਹ ਹੋਰ ਤਰੀਕੇ ਦੇ ਅਰਥ ਕਰਕੇ ਗਏ ਵੀ ਨਾਭ ਪਵਨ ਨੂੰ ਸ਼ਾਇਦ ਗੁਰੂ ਸਾਹਿਬ ਮਾਨਤਾ ਦੇ ਰਹੇ ਦੱਸ ਰਹੇ ਨੇ। ਪਿਛਲੇ ਗਰੁੱਪਾਂ 'ਚ ਵੀ ਇਹ ਵਿਚਾਰ ਕਰੀ ਸੀ, ਉੱਥੇ ਵੀ ਇਹ ਗੱਲ ਆਈ ਸੀ। ਪਿਛਲੇ ਕਈ ਵਿਚਾਰਕਾਂ ਦੇ ਕਹੇ ਹੋਏ ਬੋਲ
ਔਰ ਲਿਖਿਆ ਹੋਇਆ ਉਹਨਾਂ ਦਾ ਪਾ ਦਿੱਤਾ ਨੈੱਟ ਦੇ ਉੱਤੇ ਵੀ, ਦੇਖੋ ਜੀ ਉਹਨਾਂ ਨੇ ਇਹ ਅਰਥ ਕਰੇ। ਭਾਈ ਮੁਬਾਰਕ ਹੈ ਉਹਨਾਂ ਨੂੰ, ਤੁਹਾਨੂੰ ਵੀ ਹੋਣ ਜੇ ਤੁਸੀਂ ਸਮਝਦੇ ਹੋ। ਲੇਕਿਨ ਜੋ ਸਾਨੂੰ ਸਮਝ ਆ ਰਹੀ ਹੈ ਉਹ ਇਹ ਹੈ ਸਮੁੱਚੀ ਵਿਚਾਰ 'ਚੋਂ, ਨਾਭ ਪਵਨ ਘਰ ਆਸਣ ਬੈਸੈ, ਗੁਰਮੁਖ ਖੋਜ ਤਤ ਲੈ। ਜੇ ਗੁਰੂ ਦੇ ਰਾਹੀਂ, ਗੁਰਮੁਖ ਦੇ ਰਾਹੀਂ ਤੱਤ ਨੂੰ ਖੋਜੂਗਾ, ਫੇਰ ਸਮਝਿਓ ਜੋਗਿਓ ਵੀ ਤੁਸੀਂ ਆਪਣੇ ਨਾਭ ਪਵਨ ਦੇ ਵਿੱਚ, ਘਰ ਵਿੱਚ ਆਸਣ ਕਰਕੇ ਬੈਠ ਗਏ। ਕਿਉਂਕਿ ਜੋਗੀ ਸਮਝਦੇ ਸੀ ਵੀ ਨਾਭੀ ਦੇ ਵਿੱਚ ਪਵਨ ਹੈ, ਉਹਦੇ ਵਿੱਚ ਬੈਠਣਾ, ਉਹ ਸਵਾਸਾਂ ਦਾ ਆਸਰਾ ਜਿਹੜਾ ਨਾਭੀ ਹੈ, ਉਹ ਆਸਣ ਵਿੱਚ ਬੈਠਣਾ। ਨਹੀਂ ਨਹੀਂ, ਗੁਰੂ ਸਾਹਿਬ ਨੇ ਉਹਦਾ ਖੰਡਨ ਕਰਿਆ, ਤਰੀਕੇ ਨਾਲ ਸਮਝਾਇਆ ਉਹਨਾਂ ਨੂੰ। ਜਿਵੇਂ ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ, ਪਵਨ ਨਾ ਸਾਧਿਆ ਸੱਚ ਨਾ ਰਾਧਿਆ। ਜੇ ਸੱਚ ਨਹੀਂ ਰਾਧਿਆ, ਸ਼ਬਦ ਨਹੀਂ ਭਾਖਿਆ, ਨਾ ਬਿੰਦ ਰੱਖਿਆ ਗਿਆ, ਨਾ ਪਵਨ ਸਾਧੀ ਗਈ ਹੈ। ਬਿਲਕੁਲ ਉਸੇ ਤਰ੍ਹਾਂ ਜੇ ਗੁਰੂ ਦੇ ਰਾਹੀਂ, ਗੁਰਮੁਖ ਦੇ ਰਾਹੀਂ ਤੱਤ ਨਹੀਂ ਖੋਜਿਆ, ਫਿਰ ਤੁਸੀਂ ਨਾਭ ਪਵਨ 'ਚ ਨਹੀਂ ਬੈਠੇ ਹੋ, ਫਿਰ ਤੁਹਾਡਾ ਇਹ ਝੂਠਾ ਸਾਰਾ ਕੁਛ। ਇਹ ਤੋਂ ਮਤਲਬ ਇਹ ਹੈ ਵੀ ਸਾਨੂੰ ਨਾਭ ਪਵਨ ਕਰਨੇ ਦੀ ਕੋਈ ਜ਼ਰੂਰਤ ਨਹੀਂ ਹੈ। ਗੁਰੂ ਦੇ ਰਾਹੀਂ ਸੰਗਤ ਵਿੱਚ ਜਾ ਕੇ ਤੱਤ ਨੂੰ ਖੋਜਣਾ, ਦੈਟਸ ਆਲ। ਕੋਈ ਨਾਭ ਪਵਨ ਦੀ ਗੱਲ ਨਹੀਂ ਉਹ ਕਰ ਰਹੇ, ਸਿਰਫ ਉਹਨਾਂ ਦੀ ਬੋਲੀ 'ਚ ਉਹਨਾਂ ਨੂੰ ਜਵਾਬ ਦੇ ਰਹੇ। ਜੋਗਿਓ, ਜੇ ਤੁਸੀਂ ਗੁਰੂ ਦੇ ਰਾਹੀਂ ਖੋਜੋ ਨਾ ਤੱਤ ਨੂੰ ਸੰਗਤ ਵਿੱਚ, ਫੇਰ ਤੁਸੀਂ ਸਮਝਿਓ ਜਿਹੜਾ ਤੁਸੀਂ ਆਸਣ ਕਰਦੇ ਨਾਭ ਪਵਨ ਦਾ, ਵੀ ਤੁਸੀਂ ਇਹਦੇ ਵਿੱਚ ਆ ਗਏ, ਅਦਰਵਾਈਜ਼ ਝੂਠਾ ਹੈ ਸਾਰਾ। ਸੋ ਸਾਨੂੰ ਉਪਦੇਸ਼ ਇਹ ਹੈ ਗੁਰੂ ਜੀ ਦਾ ਵੀ ਅਸੀਂ ਇਹ ਨਾਭ ਪਵਨ ਆਸਣ ਨਹੀਂ ਕਰਨਾ। ਅਸੀਂ ਸਿਰਫ ਸੰਗਤ ਵਿੱਚ ਜਾ ਕੇ ਗੁਰਮੁਖਾਂ ਦੇ ਨਾਲ ਜੁੜਨਾ ਹੈ ਤੇ ਉੱਥੋਂ ਸੱਚ ਨੂੰ ਪ੍ਰਾਪਤ ਕਰਨਾ ਹੈ। ਕੁੰਡਲਨੀ ਸੁਰਜੀ ਸਤ ਸੰਗਤ, ਪਰਮਾਨੰਦ ਗੁਰੂ ਮੁਖ ਮਚਾ। ਕੁੰਡਲਨੀ ਸਤ ਸੰਗਤ ਵਿੱਚ ਸੁਲਝਦੀ ਹੈ। ਸਤ ਸੰਗਤ ਵਿੱਚ ਕੋਈ ਅਭਿਆਸ ਹੁੰਦਾ ਇਸ ਤਰੀਕੇ ਦਾ, ਇਸ ਸੱਚ ਜਿਵੇਂ ਜੋਗੀ ਕਰਦੇ ਕੰਗਰੋੜ ਨੂੰ, ਸੱਪਣੀ ਨੂੰ ਉੱਪਰ ਚੜਾਉਣ ਦਾ, ਬਿਲਕੁਲ ਨਹੀਂ। ਸਿਰਫ ਕਹਿਣ ਦੀ ਬਾਤ ਹੈ ਗੁਰੂ ਸਾਹਿਬ ਦੀ, ਉਹਨਾਂ ਨੂੰ ਸਮਝਾਉਣ ਖਾਤਰ ਉਹਨਾਂ ਦੀ ਬੋਲੀ 'ਚ ਵੀ ਜੇ ਸੰਗਤ ਵਿੱਚ ਜਾਉਂਗੇ, ਹਉਮੈ ਤੋੜੋਗੇ, ਗੁਰਮੁਖ ਨਾਲ ਜੁੜੋਗੇ, ਫੇਰ ਤੁਹਾਡੀ ਇਸ ਜਿਹੜੀ ਕੁੰਡਲਨੀ ਹੈ ਇਹਨੇ ਆਪੇ ਸੁਲਝ ਜਾਣਾ। ਜਿਹਨੂੰ ਤੁਸੀਂ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹੋ ਲੇਕਿਨ ਇੱਕ ਨਹੀਂ ਸੁਲਝਦੀ ਹੈ, ਇਹ ਬਾਹਰ ਦਾ ਤੁਹਾਡਾ ਮਹਿਜ਼ ਡਿੰਬ ਹੈ। ਸੋ ਸ਼ਬਦ ਨਿਰੰਤਰ ਨਿਜ ਘਰ ਆਛੈ, ਤ੍ਰਿਭੁਵਨ ਜੋਤ ਸੋ ਸ਼ਬਦ ਲਹੈ। ਉਹ ਸ਼ਬਦ ਨਿਰੰਤਰ ਹਿਰਦੇ 'ਚ ਵਸਣ ਲੱਗ ਪੈਂਦਾ ਹੈ। ਤਿੰਨਾਂ ਭਵਨਾਂ ਦੀ ਜੋਤ ਸ਼ਬਦ ਦੇ ਰਾਹੀਂ ਪ੍ਰਾਪਤ ਹੁੰਦੀ ਹੈ, ਯਾਨੀ ਪਰਮਾਤਮਾ ਸ਼ਬਦ ਦੇ ਰਾਹੀਂ ਪ੍ਰਾਪਤ ਹੁੰਦਾ ਹੈ। ਜਦੋਂ ਸ਼ਬਦ ਨਿਰੰਤਰ ਲਗਾਤਾਰ ਹਿਰਦੇ ਦੇ ਵਿੱਚ ਵਸਦਾ। ਖਾਵੇ ਦੁਖ ਭੂਖ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹਿ। ਇਹ ਜਿਹੜਾ ਦੁੱਖ ਹੈ ਇਹਨੂੰ ਖਾ ਲਵੇ। ਕੌਣ ਖਾਊਗਾ ਇਹਨੂੰ? ਸੱਚੇ ਦੀ ਭੁੱਖ। ਜੇ ਸੱਚੇ ਦੀ ਭੁੱਖ ਲੱਗੂਗੀ ਤਾਂ ਹੀ ਇਹਨੂੰ ਖਾਏਗਾ ਉਹ। ਹਉਮੈ ਨੂੰ ਤਦੇ ਦੂਰ ਕਰੂਗਾ ਜੇ ਪਰਮਾਤਮਾ ਦੀ ਭੁੱਖ ਜਾਗੂਗੀ। ਦੁੱਖਾਂ ਨੇ ਆਪੇ ਛੱਡ ਕੇ ਲੰਘ ਜਾਣਾ। ਇਹ ਸੱਚ ਦੇ ਜੁੜਨ ਨਾਲ ਹੀ ਤ੍ਰਿਪਤਾਸ ਹੋਣਾ ਹੈ, ਯਾਨੀ ਤ੍ਰਿਪਤੀ ਹੋਣੀ ਹੈ। ਅਨਹਦ ਬਾਣੀ ਗੁਰਮੁਖ ਜਾਣੀ, ਵਿਰਲਾ ਕੋ ਅਰਥਾਵੇ। ਇਹ ਜਿਹੜੀ ਅਨਹਦ ਬਾਣੀ ਹੈ ਯਾਨੀ ਨਾਮ ਹੈ, ਹਰ ਇੱਕ ਬੰਦੇ ਦੇ ਅੰਦਰ ਹੁੰਦਾ ਲੇਕਿਨ ਪ੍ਰਗਟ ਨਹੀਂ ਹੁੰਦਾ, ਗੁਪਤ ਹੁੰਦਾ, ਲੁਪਤ ਹੁੰਦਾ। ਇਹ ਗੁਰਮੁਖਾਂ ਦੇ ਨਾਲ ਜੁੜ ਕੇ ਪਤਾ ਲੱਗਣਾ। ਕੋਈ ਵਿਰਲਾ ਇਸ ਅਨਹਦ ਬਾਣੀ ਨੂੰ ਅਰਥਾਉਂਦਾ ਹੈ। ਇਹ ਬਾਣੀ ਸ਼ਬਦ ਨਾਮ ਖਾਤਰ ਵੀ ਆਉਂਦਾ ਸਾਧ ਸੰਗਤ ਜੋ ਗੁਰਬਾਣੀ 'ਚ, ਗੁਰਬਾਣੀ ਖਾਤਰ ਵੀ ਆਉਂਦਾ, ਬੋਲੀ ਖਾਤਰ ਵੀ ਆਉਂਦਾ, ਬਨਾਵਟ ਖਾਤਰ ਵੀ ਆਉਂਦਾ, ਕਈ ਅਰਥ ਹੈ ਇਹਦੇ। ਤੋ ਜਿਹੜੀ ਅਨਹਦ ਬਾਣੀ ਸ਼ਬਦ ਵੀ ਹੈਗਾ, ਪਰ ਜਿੰਨੀ ਵੀ ਗੁਰਬਾਣੀ ਹੈ ਇਹ ਵੀ, ਇਹਦਾ ਅਰਥ ਵੀ ਗੁਰਮੁਖਾਂ ਤੋਂ ਸਮਝ ਆਉਂਦਾ ਹੈ, ਨਾ ਕਿ ਬਾਹਰ ਦੀ ਬੁੱਧੀ ਦੇ ਰਾਹੀਂ। ਨਾਨਕ ਆਖੈ ਸੱਚ ਸੁਭਾਖੈ, ਸੱਚ ਰਪੈ ਰੰਗ ਕਬਹੂ ਨਾ ਜਾਵੇ। ਸ੍ਰੀ ਪਾਤਸ਼ਾਹ ਜੀ ਆਖ ਰਹੇ ਹੈ, ਫਰਮਾ ਰਹੇ ਹੈ ਵੀ ਸੱਚ ਬੋਲੋ, ਸੱਚ ਵਿੱਚ ਰੰਗੇ ਜਾਓ, ਫਿਰ ਰੰਗ ਕਦੇ ਨਹੀਂ ਉਤਰਦਾ। ਕੁਸੰਬੇ ਦਾ ਰੰਗ ਜਦੇ ਉਤਰ ਜਾਂਦਾ, ਬੜਾ ਚੂਹਾ ਹੁੰਦਾ, ਚੂਚੂਹਾ ਹੁੰਦਾ, ਲੇਕਿਨ ਮਜੀਠ ਦਾ ਰੰਗ ਇੱਕ ਵਾਰ ਚੜ ਗਿਆ ਫਿਰ ਮੁੜ ਕੇ ਉਤਰਦਾ ਨਹੀਂ। ਤੋ ਸੱਚ ਦਾ ਜਿਹੜਾ ਰੰਗ ਹੈ ਉਹ ਮਜੀਠ ਦਾ ਹੈ। ਜਿਹੜਾ ਦੁਨੀਆਦਾਰੀ ਦੇ ਵਿੱਚ ਆਸਣ ਕਰਕੇ ਜਾਂ ਹੋਰ ਕੁਛ ਵੀ ਜੋਗਿਓ ਤੁਸੀਂ ਕਰਦੇ ਹੋ, ਕਸੰਬੇ ਦਾ ਰੰਗ ਹੈ, ਚੂਚੂਹਾ ਬਹੁਤ ਹੈ, ਬੜਾ ਲਾਲ ਲੱਗਦਾ, ਲੇਕਿਨ ਉਤਰਨ ਲੱਗਿਆਂ ਦੇਰ ਨਹੀਂ ਲੱਗਦੀ, ਕਿਉਂਕਿ ਝੂਠ ਹੁੰਦਾ ਉਹ। ਇਸ ਕਰਕੇ ਸਾਧ ਸੰਗਤ ਜੀਓ, ਗੁਰਮੁਖ ਸੱਜਣੋ, ਇਹ ਵਿਚਾਰ ਜ਼ਰੂਰ ਸਾਰੇ ਹੀ ਆਪਣੇ ਹਿਰਦੇ 'ਚ ਵਸਾਇਓ, ਕੋਸ਼ਿਸ਼ ਕਰਿਓ ਜੇ ਬਸ ਜਾਏ, ਕਿਉਂਕਿ ਹੁਣ ਗੁਰਬਾਣੀ ਦੀ ਵਿਚਾਰ ਨਿਰੰਤਰ ਹੁੰਦੀ ਆਈ ਹੈ। ਜਿਹੜੀ ਨਿਰੰਤਰਤਾ ਹੈ ਬਾਣੀ ਦੀ, ਜਿਹਨੂੰ ਭਾਈ ਰਣਜੀਤ ਸਿੰਘ ਜੀ
ਕਹਿੰਦੇ ਹੁੰਦੇ ਆ ਵੀ ਇਹ ਵਿਸਤ੍ਰਿਤ ਗਿਆਨ ਹੈ ਜਾਂ ਸਮਗਰ ਗਿਆਨ ਹੈ। ਉਸ ਝਰੋਖੇ 'ਚੋਂ ਦੇਖੋ ਇਹਨੂੰ ਵੀ ਕਿਸੇ ਆਸਣ ਕਰਨ ਦੀ ਲੋੜ ਹੈ ਸਿੱਖ ਨੂੰ, ਕਿਸੇ ਯੋਗ ਸਾਧਨਾ ਦੀ ਲੋੜ ਹੈ, ਕਿਸੇ ਬਿੰਦ ਰੱਖਣ ਦੀ ਲੋੜ ਹੈ, ਕਿਸੇ ਈੜਾ ਪਿੰਗਲਾ ਦੀ ਲੋੜ ਹੈ? ਬਿਲਕੁਲ ਵੀ ਨਹੀਂ ਹੈ। ਸਿਰਫ ਸ਼ਬਦ ਵਰਤੇ ਵਿੱਚ ਉਹਨਾਂ ਦੇ ਰਾਹੀਂ, ਉਹਨਾਂ ਦੀ ਬੋਲੀ ਦੇ ਰਾਹੀਂ ਉਹਨਾਂ ਨੂੰ ਸਮਝਾਇਆ ਗਿਆ, ਕਿਉਂਕਿ ਉਹ ਬਹੁਤ ਵਿਦਵਾਨ ਪੁਰਸ਼ ਦੇ ਲੈਂਗੁਏਜ ਦੇ ਬੜੇ ਮਾਸਟਰ, ਤੇ ਉਹ ਉਹਨਾਂ ਦੀ ਭਾਸ਼ਾ, ਜਿਵੇਂ ਹੁਣ ਚੰਦਰਮਾ ਕਹਿ ਰਹੇ ਹੋ ਫਿਰਦੇ ਨੂੰ, ਮਨ ਨੂੰ ਕਹਿ ਰਹੇ ਸੂਰਜ, ਤਾਂ ਉਹਨਾਂ ਹੀ ਸ਼ਬਦਾਂ ਦੇ ਵਰਤ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ। ਨਾ ਕਿ ਕੋਈ ਚੰਦ ਸੂਰਜ ਦੀਆਂ ਗੱਲਾਂ ਉਰੇ ਹੋ ਰਹੀਆਂ ਵੀ ਸੂਰਜ ਚੰਦਰਮਾ ਚਾ ਬੜੂਗਾ, ਵੀ ਤਾਂ ਵੈਸੇ ਹਾਸੇ ਵਾਲੀ ਬਾਤ ਹੈ। ਚੰਦਰਮਾ 2-2.5 ਲੱਖ ਮੀਲ ਦੂਰ ਹੈ ਧਰਤੀ ਤੋਂ, ਸੂਰਜ 9.5 ਕਰੋੜ ਮੀਲ ਦੂਰ ਹੈ। ਸੂਰਜ ਪਰ 10,000 ਡਿਗਰੀ ਟੈਂਪਰੇਚਰ ਹੈ, ਚੰਦਰਮਾ ਠੰਡਾ ਹੈ। ਚੰਦਰਮਾ ਜਮਾਂ ਹੀ ਛੋਟਾ ਜਿਹਾ ਹੈ ਸੂਰਜ ਦੇ ਮੁਕਾਬਲੇ 'ਚ, ਇੱਕ ਬਿੰਦੂ ਸਮਾਨ ਹੈ, ਉਹ ਕਿੱਕਣ ਆ ਕੇ ਸਮਾ ਜੂਗਾ ਉਹਦੇ 'ਚ। ਇਹ ਸਿਰਫ ਸਮਝਾਉਣ ਦੀਆਂ ਬਾਤਾਂ ਗੁਰੂ ਸਾਹਿਬ ਦੀਆਂ, ਕਿਉਂਕਿ ਉਹ ਇਸ ਤਰ੍ਹਾਂ ਬੋਲੀ ਉਹਨਾਂ ਦੀ ਸੀਗੀ, ਉਸੇ ਬੋਲੀ 'ਚ ਸਮਝਾਇਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਸੂਰਜ ਆ ਕੇ ਕਿਰਨ ਨੂੰ ਮਿਲਦਾ, ਕਿਰਨ ਨਹੀਂ ਸੂਰਜ ਨੂੰ ਮਿਲ ਸਕਦੀ। ਇਹ ਅਰਥ ਵੀ ਵਿਚਾਰਨ ਵਾਲਾ ਹੈ। ਜੇ ਕੋਈ ਜਲ ਕਹੇ ਜਾਂ ਕਿਰਨ ਕਹੇ ਵੀ ਮੈਂ ਆਪਣੇ ਸੋਰਸ ਨੂੰ ਮਿਲ ਲੂੰਗਾ, ਨੋ, ਸੂਰਜ ਨੇ ਆ ਕੇ ਮਿਲਣਾ। ਜੇ ਗੁਰੂ ਦਾ ਮਿਲਾਪ ਹੋਣਾ ਹੈ, ਉਹ ਵੀ ਪਰਮਾਤਮਾ ਨੇ ਕਰਾਉਣਾ, ਨਾ ਕਿ ਅਸੀਂ ਆਪਣੀ ਐਫਰਟ ਨਾਲ ਮਿਲਣਾ ਉਹਨੂੰ। ਜਾਣਾ ਆਉਣਾ ਹੋਰ ਚੀਜ਼ ਹੈ, ਕਈ ਵਾਰਾਂ ਵਿਚਾਰਾਂ ਹੋ ਰਹੀਆਂ ਤੋ ਸਿਰਫ ਔਰ ਸਿਰਫ ਨਿਗੇਸ਼ਨ ਆਫ ਈਗੋ, ਹਉਮੈ ਦਾ ਅਭਾਵ ਹੀ ਇਸ ਰਸਤੇ ਦਾ ਬੰਦੀ ਬਣਾ ਸਕਦਾ ਬੰਦੇ ਨੂੰ। ਹੋਰ ਕੋਈ ਕੁਛ ਵੀ ਨਹੀਂ ਹੈ, ਕੋਈ ਯਤਨ ਨਹੀਂ ਹੈ, ਕੋਈ ਐਫਰਟ ਨਹੀਂ ਹੈ, ਕੋਈ ਵਰੀ ਨਹੀਂ ਹੈ। ਸਹਿਜ ਸੁਭਾਅ ਹੋਣਾ ਹੈ ਜੋ ਕੁਛ ਹੋਣਾ, ਇਹ ਉਹਦੀ ਕਿਰਪਾ ਨਾਲ ਹੋਣਾ, ਉਹਦੀ ਨਜ਼ਰ ਨਾਲ ਹੋਣਾ, ਉਹਦੀ ਇਨਾਇਤ ਨਾਲ ਹੋਣਾ, ਉਹਦੀ ਗ੍ਰੇਸ ਨਾਲ ਹੋਣਾ, ਨਾ ਕਿ ਸਾਡਾ ਯਤਨ ਹੈ ਕੋਈ। ਸਾਨੂੰ ਸਿਰਫ ਉੱਧਰ ਨੂੰ ਚੱਲਣਾ ਹੈ, ਇੱਕ ਕਦਮ ਪੱਟਣਾ ਹੈ, ਬਾਕੀ ਦਾ ਕਰਮ ਉਹਦਾ ਹੈ। ਇੱਕ ਛਿਣ ਖਾਤਰ ਅਸੀਂ ਆਪਣੇ ਆਪ ਨੂੰ ਉਹਦੇ ਨਾਲ ਜੋੜਨਾ ਹੈ। ਜੇ ਇੱਕ ਛਿਣ ਜੁੜ ਗਏ, ਸਾਰੀ ਉਮਰ ਖਾਤਰ ਜੁੜ ਗਏ। ਏਕ ਚਿੱਤ ਜਿਹੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਉਹ ਇੱਕ ਛਿਨ ਬਣਦਾ ਨਹੀਂ ਸਾਡਾ ਸਾਰੀ ਜ਼ਿੰਦਗੀ 'ਚ, ਭਾਵੇਂ ਰੋਜ਼ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਰੋਜ਼ ਕਰਦੇ, ਨਹੀਂ ਬਣਦਾ। ਉਹ ਬਣਨਾ ਕਿੱਦਣ ਹੈ? ਜਿੱਦਣ ਹਉਮੈ ਟੁੱਟੂਗੀ, ਗੁਰੂ ਤੋੜੂਗਾ। ਜਿਹਦਾ ਇੱਕ ਸੈਕਿੰਡ ਬਣ ਗਿਆ, ਉਹਦਾ ਸਾਰੀ ਉਮਰ ਵਾਸਤੇ ਬਣ ਗਿਆ। ਇਹ ਭੇਦ ਹੈ ਗੁਰਬਾਣੀ ਦੇ। ਜੇ ਆਪਾਂ ਇਹਨਾਂ ਨੂੰ ਅੱਖਰੀ ਅਰਥ ਲਈਏ ਤਾਂ ਫਿਰ ਕੁਛ ਵੀ ਸਮਝਣੇ ਨੂੰ ਹੈ ਨਹੀਂ ਸਾਡੇ ਕੋਲ, ਭਟਕ ਜਾਵਾਂਗੇ। ਗਿਆਨ ਦੇ ਵਿੱਚ ਹੀ ਭਟਕ ਜਾਵਾਂਗੇ, ਜਿਹੜਾ ਬਾਹਰੀ ਗਿਆਨ ਹੈ। ਗੁਰਬਾਣੀ ਦਾ ਵੀ ਇੱਕ ਬਾਹਰੀ ਗਿਆਨ ਹੈ, ਇੱਕ ਅੰਦਰੂਨੀ ਗਿਆਨ ਹੈ। ਉਹ ਬਾਹਰੀ ਗਿਆਨ ਦੇ ਰਾਹੀਂ ਅੰਦਰ ਉਤਰਨਾ ਹੈ, ਕਿਰਪਾ ਮੰਗਣੀ ਹੈ ਉਹਦੀ, ਵੀ ਮਹਾਰਾਜ ਸਾਨੂੰ ਕਿਰਪਾ ਕਰਦੇ, ਸਾਨੂੰ, ਅਸੀਂ ਬਾਣੀ ਤਾਂ ਕੰਠ ਕਰ ਲਈ ਸਾਰੀ, ਉਹ ਸਾਡੇ ਤਾਂ ਪੱਲੇ ਹੀ ਕੁਛ ਨਹੀਂ ਪਿਆ। ਹੁਣ ਆਪ ਜੀ ਕੋਈ ਸਵਾਲ ਵੀ ਕਰ ਸਕਦਾ ਵੀ ਬਾਣੀ ਪੜ੍ਹਨੇ ਨਾਲ ਫਿਰ ਕਿਆ ਕੋਈ ਪ੍ਰਾਪਤੀ ਉਹ ਨਹੀਂ ਹੁੰਦੀ? ਹੁੰਦੀ ਹੈ ਭਾਈ। ਮੁੜ ਕੇ ਮਨੁੱਖ ਬਣ ਜੂ ਬੰਦਾ, ਬਜਾਏ 84 ਲੱਖ ਦੇ ਗੇੜ 'ਚ ਪੈਣ ਦੇ, ਕਾਂ ਕੁੱਤੇ ਬਣਨ ਦੀ ਬਜਾਏ। ਵਿਰਥਾ ਤਾਂ ਨਹੀਂ ਜਾਂਦੀ, ਪਰ ਮਿਲਾਪ ਨਹੀਂ ਹੋ ਸਕਦਾ ਪਰਮਾਤਮਾ ਨਾਲ। ਇਹ ਗੱਲ ਗੁਰਬਾਣੀ 'ਚ ਵਾਰ-ਵਾਰ ਆਉਂਦੀ ਹੈ। ਨੌਵੇਂ ਪਾਤਸ਼ਾਹ ਜੀ ਦਾ ਕਥਨ ਹੈ, ਬਚਨ ਹੈ, ਗੁਰਮਤਿ ਸੁਨ ਕਛ ਗਿਆਨ ਨਾ ਉਪਜਿਓ, ਪਸ਼ੂ ਜਿਉ ਉਦਰ ਭਰੋ, ਕਹੋ ਨਾਨਕ ਪ੍ਰਭ ਬਿਰਦ ਪਛਾਨੋ, ਤਬ ਹਉ ਪਤਿਤ ਤਰੋ। ਮੈਨੂੰ ਗੁਰਮਤਿ ਸੁਣ ਕੇ ਕੁਛ ਨਹੀਂ ਪੱਲੇ ਪਿਆ, ਜਿੱਕਣ ਪਸ਼ੂ ਭੂ ਖਾ ਕੇ ਪੇਟ ਭਰ ਲੈਂਦਾ, ਬਸ ਆਹੀ ਗੱਲ ਹੋਈ ਹੈ ਗੁਰਮਤਿ ਸੁਣ ਕੇ ਵੀ। ਕਹੋ ਨਾਨਕ ਪ੍ਰਭ ਬਿਰਦ ਪਛਾਨੋ, ਨਾਨਕ ਪਾਤਸ਼ਾਹ ਫਰਮਾਉਂਦੇ ਆ ਵੀ ਹੇ ਪ੍ਰਭੂ ਜੀਓ, ਆਪਣਾ ਬਿਰਦ ਪਛਾਣ। ਆਪਣਾ ਜਿਹੜਾ ਤੂੰ ਲੋਕਾਂ ਨੂੰ ਤਾਰਨ ਵਾਲਾ ਹੈ, ਉਹ ਤੇਰਾ ਸੁਭਾਅ ਹੈ। ਤੈਂ ਪਾਪੀਆਂ ਨੂੰ ਵੀ ਤਾਰਿਆ ਹੈ। ਨਾਮਧਾਰੀ ਕੁਦਰੇ ਭਗਤੈ ਸੰਸਾ ਕੌਣ, ਅਸੀਂ ਤਾਂ ਤੇਰੇ ਭਗਤ ਹੀ ਹੈ। ਤੈਂ ਤਾਂ ਨਾਮ ਤਰੀਕ ਜਿਹੜੇ ਮਾੜੇ ਮੋਟੇ ਭਗਤ ਤੇ ਸਤਨਾਮ ਕਦੇ ਕਦਾਈ ਕਿਹਾ, ਉਹਨਾਂ ਨੂੰ ਤੈਂ ਤਾਰ ਦਿੱਤਾ। ਤੂੰ ਆਪਣੇ ਬਿਰਦ ਨੂੰ ਪਛਾਣ, ਸਾਨੂੰ ਵੀ ਤਾਰ ਲੈ। ਤਬ ਹਉ ਪਤਿਤ ਤਰੁ, ਫਿਰ ਮੈਂ ਪਾਪੀ ਧਰ ਸਕਦਾ। ਮੇਰੇ ਯਤਨ ਬੇਮਾਨੇ ਹੈ, ਫੇਲ ਹੁੰਦੇ ਆ, ਤੇਰੀ ਜਿਹੜੀ ਨਜ਼ਰ ਹੈ ਉਹ ਸਫਲ ਹੁੰਦੀ। ਤਾਂ ਕਈ ਬੰਦੇ ਇਸ ਤਰ੍ਹਾਂ ਕਹਿੰਦੇ ਵੀ ਅੰਮ੍ਰਿਤ ਛਕ ਲਿਆ ਜੀ, ਹੁਣ ਅਸੀਂ ਪਵਿੱਤਰ ਹੋ ਗਏ। ਗੁਰਮਤਿ 'ਚੋਂ ਦੇਖੋ, ਗੁਰਬਾਣੀ 'ਚੋਂ ਦੇਖੋ ਇਸ ਚੀਜ਼ ਨੂੰ। ਅੰਮ੍ਰਿਤ ਛਕਣਾ ਬਹੁਤ ਅੱਛੀ ਬਾਤ ਹੈ, ਆਪਣੇ ਆਪ ਨੂੰ ਡਿਸਿਪਲਿਨ 'ਚ ਲਿਆਉਣਾ, ਗੁਰੂ ਦੇ ਧਾਰਨੀ ਹੋਣਾ, ਕੇਸ ਰੱਖਣੇ, ਬਾਕੀ ਕਕਾਰ ਸਜਾਉਣੇ, ਬੜੀ ਅੱਛੀ ਬਾਤ ਹੈ। ਬੰਦੇ ਨੂੰ ਉੱਧਰ ਨੂੰ ਤੋਰਨ ਦਾ ਇੱਕ ਯਤਨ ਮਾਤਰ ਹੈ। ਔਰ ਜਦੋਂ ਬਾਣੀ ਪੜ੍ਹਦਾ ਬੰਦਾ ਤਾਂ ਨਿਹਾਲ ਹੁੰਦਾ ਹੀ ਹੁੰਦਾ।
ਬਾਣੀ ਦੀ ਵੀ ਜਿਹੜੀ ਵਿਚਾਰ ਹੈ ਉੱਥੇ ਵੀ ਫਿਰ ਇਹ ਉਮੀਦ ਕਰਨੀ ਹੈ ਵੀ ਮਹਾਰਾਜ ਕਿਰਪਾ ਕਰ, ਗੁਰਮਤਿ ਸੁਣ ਕਛ ਗਿਆਨ ਨਾ ਉਪਜੇ। ਗੁਰੂ ਸਾਹਿਬ ਫਰਮਾ ਰਹੇ ਗੁਰਮਤਿ ਸਿੱਖਣੀ, ਸੰਗਤ ਵਿੱਚ ਜਾਣਾ, ਉੱਥੇ ਵੀ ਨਜ਼ਰ ਮੰਗਣੀ ਹੈ ਉਹਦੀ ਵੀ ਮਹਾਰਾਜ ਮੇਰੀ ਮੈਂ ਤੋੜ, ਮੇਰੇ ਅੰਦਰ ਵੀ ਇਹ ਕੁਛ ਵਸੈ। ਮੇਰੀ ਤਾਂ ਅੰਦਰ ਹਉਮੈ ਫਿਰਦੀ ਹੈ ਚਾਂਵਲੀ ਹੋਈ ਹਾਥੀ ਦੀ ਤਰ੍ਹਾਂ, ਗੁਰੂ ਦੇ ਸ਼ਬਦ ਨੂੰ ਅੰਦਰ ਆਉਣੇ ਨਹੀਂ ਦਿੰਦੀ, ਭਾਵੇਂ ਸੁਣੀ ਵੀ ਜਾਂਦਾ ਮੈਂ। ਕਰਦੇ ਕਿਰਪਾ, ਇਹ ਵਿਚਾਰ ਹੈ ਨਵੇਕਲੀ ਬਿਲਕੁਲ ਤੱਤ ਦੀ ਵਿਚਾਰ ਜਿਹੜੀ ਸਿੱਧ ਗੋਸ਼ਟ ਵਿੱਚ ਆ ਰਹੀ ਹੈ, ਬਾਕੀ ਬਾਣੀ 'ਚ ਵੀ ਆ ਰਹੀ ਹੈ। ਇੱਥੇ ਥੋੜ੍ਹੀ ਜਿਹੀ ਗੰਭੀਰਤਾ ਇਸ ਕਰਕੇ ਬਾਣੀ ਮਹਿੰਗੀ ਹੈ ਇਹ, ਕਿਉਂਕਿ ਸਾਹਮਣੇ ਜਿਹੜੇ ਸਵਾਲ ਕਰਨ ਵਾਲੇ ਪੁਰਸ਼ ਹੈ ਉਹ ਬਹੁਤ ਪੜ੍ਹੇ ਲਿਖੇ ਔਰ ਫਲਸਫੇ ਦੇ ਜਾਣੂ ਸੀਗੇ। ਉਹ ਭਾਵੇਂ ਬਾਹਰ ਦਾ ਹੀ ਸਹੀ, ਪਰ ਫਲਸਫਾ ਉਹਨਾਂ ਦੇ ਅੰਦਰ ਸੀਗਾ। ਉਹਨਾਂ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਜਵਾਬ ਦਿੱਤੇ ਹੋਏ ਹੈ। ਭੁਲੇਖਾ ਪੈ ਜਾਂਦਾ ਹੈ ਵੀ ਨਾਭ ਪਵਨ ਦਾ ਜ਼ਿਕਰ ਆਉਂਦਾ, ਬਾਣੀ ਤਾਂ ਮਾਨਤਾ ਦਿੰਦੀ ਹੈ। ਸਾਡੇ ਟੀਕਾਕਾਰਾਂ ਨੇ ਵੀ ਇਹੋ ਜਿਹੀਆਂ ਗੱਲਾਂ ਲਿਖ ਦਿੱਤੀਆਂ ਹੋਈਆਂ ਵਿੱਚ। ਭਾਈ ਰਣਧੀਰ ਸਿੰਘ ਜੀ ਨੇ ਜਿੱਥੇ ਪਹਿਲਾਂ ਇਹ ਲਿਖ ਦਿੱਤਾ ਵੀ ਨਾਭ ਪਵਨ ਨਾਲ ਇਸ ਤਰ੍ਹਾਂ ਵਾਪਰਦਾ ਹੈ, ਬਾਅਦ ਵਿੱਚ ਇਹ ਵੀ ਲਿਖ ਦਿੱਤਾ ਉਹਨਾਂ ਦੀ ਲਿਖਤ ਵਿੱਚ ਹੈ ਵੀ ਦਰਅਸਲ ਜਿਹੜਾ ਸਵਾਸਾਂ ਦੇ ਰਾਹੀਂ ਨਾਮ ਜਪਣਾ ਹੈ, ਇਹੀ ਪਵਨ ਸਾਧਨਾ ਹੈ, ਇਹੀ ਨਾਭ ਪਵਨ ਦੇ ਆਸਣ ਦੀ ਬੈਠਣ ਦੀ ਗੱਲ ਹੈ। ਸੋ ਬਹੁਤ ਜੇ ਆਪਾਂ ਇਹਨੂੰ ਵਿਚਾਰੀਏ ਹੇਠਾਂ ਉਤਰ ਕੇ ਔਰ ਲਗਾਤਾਰਤਾ ਵਿੱਚ, ਨਿਰੰਤਰਤਾ ਵਿੱਚ, ਫਿਰ ਬਾਣੀ ਦੀ ਸਮਝ ਆਉਂਦੀ ਹੈ ਵੀ ਇਹ ਤਾਂ ਸਾਰਾ ਹੀ ਕੁਛ ਐਵੇਂ ਡਿੰਬ ਹੈ, ਪਖੰਡ ਹੈ, ਜਾਂ ਬਾਹਰ ਦਾ ਸੰਸਾਰੀ ਮਾਤਰ ਗਿਆਨ ਹੈ ਜਿਹੜਾ ਜਿਹੜਾ ਪਿੰਗਲਾ ਸੁਖਮਨਾ ਔਰ ਨਾਤੀ ਧੋਤੀ 84 ਆਸਣ, ਇਹ ਕੁਛ ਵੀ ਨਹੀਂ ਹੈ ਗੁਰਮਤਿ ਦੇ ਮੁਕਾਬਲੇ 'ਚ। ਨਾ ਹੀ ਅਸੀਂ ਇਹ ਕਰਨੇ ਗੁਰਸਿੱਖ ਨੇ ਕੇਵਲ ਸੰਗਤ ਵਿੱਚ ਜਾਣਾ, ਗੁਰਮੁਖਾਂ ਦਾ ਮਿਲਾਪ ਕਰਨਾ ਔਰ ਇਹ ਯਾਚਨਾ ਕਰਨੀ ਹੈ ਵੀ ਮਹਾਰਾਜ ਸਾਨੂੰ ਬਖਸ਼। ਸਾਡੇ ਅੰਦਰ ਨਹੀਂ ਗਿਆਨ ਪੈਦਾ ਹੋ ਰਿਹਾ, ਸੰਗਤ ਕਰਕੇ ਵੀ ਨਹੀਂ ਹੋ ਰਿਹਾ, ਪਤਾ ਨਹੀਂ ਸਾਡਾ ਕਿਆ ਪਿਛਲਾ ਸੰਬੰਧ ਹੈ, ਇਸ ਤਰ੍ਹਾਂ ਲੈਣਾ ਦੇਣਾ, ਤੂੰ ਕਿਰਪਾ ਕਰ ਬਸ ਆਪਣੀ। ਇਹ ਹੈ ਗੁਰਮਤਿ ਦਾ ਨਜ਼ਰੀਆ। ਕੋਈ ਅਪਸ਼ਬਦ ਦੀ ਖਿਮਾ ਬਖਸ਼ਿਓ, ਸੰਗਤ ਬਖਸ਼ਣਹਾਰ ਹੈ, ਉਮੀਦ ਹੈ, ਤਵੱਕੋ ਰੱਖਦੇ ਹਾਂ। ਕੋਈ ਅਪਸ਼ਬਦ ਨਿਕਲ ਜਾਂਦਾ ਕਈ ਵਾਰ, ਗੁਰੂ ਹਮੇਸ਼ਾ ਹੀ ਬਖਸ਼ਣਹਾਰ ਹੈ। ਦਿਓ ਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਾਏ ਹਿਰਦਾ ਦੇ ਨ ਹੋਤੀ, ਤਉ ਮਨ ਕੈਠੈ ਰਹਿਤਾ। ਨਾਭ ਕਮਲ ਅਸਥੰਭ ਨ ਹੋਤੋ, ਤਾਂ ਪਵਨ ਕਵਨ ਕਰ ਸਹਿਤਾ। ਰੂਪ ਨ ਹੋਤੋ ਰੇਖ ਨ ਕਾਈ, ਤਾਂ ਸ਼ਬਦ ਕਹਾਂ ਲਿਵ ਲਾਈ। ਰਕਤ ਬਿੰਦ ਕੀ ਮੜੀ ਨ ਹੋਤੀ, ਮਿਤ ਕੀਮਤ ਨਹੀਂ ਪਾਈ। ਵਰਨ ਭੇਖ ਸਰੂਪ ਨ ਜਾਪੀ, ਕਿਉ ਕਰ ਜਾਪ ਸਾਚਾ। ਨਾਨਕ ਨਾਮ ਰਤੇ ਬੈਰਾਗੀ, ਇਵ ਤਬ ਸਾਚੋ ਸਾਚਾ। ਹਿਰਦਾ ਦੇ ਨ ਹੋਤੀ ਅਵਧੂ, ਤਉ ਮਨ ਸੁਨ ਰਹਿ ਬੈਰਾਗੀ। ਨਾਭ ਕਮਲ ਅਸਥੰਭ ਨ ਹੋਤੋ, ਤਾਂ ਨਿਜ ਕਰ ਬਸਤਉ ਪਵਨ ਅਨਰਾਗੀ। ਰੂਪ ਨ ਰੇਖਿਆ ਜਾਤ ਨ ਹੋਤੀ, ਤਉ ਅਕੁਲੀਨ ਰਹਿਤੋ ਸ਼ਬਦ ਸੋ ਸਾਰ। ਗੌਨ ਗਗਨ ਜਬ ਤਵੈ ਨ ਹੋਤੋ, ਤਿਰਭੁਵਨ ਜੋਤ ਆਪੇ ਨਿਰੰਕਾਰ। ਵਰਨ ਭੇਖ ਸਰੂਪ ਸੋ ਏਕੋ, ਏਕੋ ਸ਼ਬਦ ਵਿਡਾਣੀ। ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਕਥ ਕਹਾਣੀ। ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਕਿਤ ਦੁਖ ਬਿਨਸ ਜਾਈ। ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰੈ ਦੁਖ ਪਾਈ। ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ, ਹਉਮੈ ਸ਼ਬਦ ਜਲਾਏ। ਤਨ ਮਨ ਨਿਰਮਲ ਨਿਰਮਲ ਬਾਣੀ, ਸਾਚੈ ਰਹੈ ਸਮਾਏ। ਨਾਮੇ ਨਾਮ ਰਹੈ ਬੈਰਾਗੀ, ਸਾਚ ਰਖਿਆ ਔਰ ਧਾਰੇ। ਨਾਨਕ ਬਿਨ ਨਾਵੈ ਜੋ ਕਦੇ ਨ ਹੋਵੈ, ਦੇਖੋ ਹਿਰਦੈ ਵਿਚਾਰੇ। ਨਾਮੇ ਨਾਮ ਰਹੈ ਬੈਰਾਗੀ, ਸਾਚ ਰਖਿਆ ਔਰ ਧਾਰੇ। ਨਾਨਕ ਬਿਨ ਨਾਵੈ ਜੋ ਕਦੇ ਨ ਹੋਵੈ, ਦੇਖੋ ਹਿਰਦੈ ਵਿਚਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਦੇ ਗੁਰਮੁਖ ਜਨ ਸੱਜਣੋ ਤੇ ਬਾਕੀ ਵੀ ਸਾਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ, ਆਪਣੀ ਹਕੀਰ ਬੁੱਧੀ ਦੁਆਰਾ
ਸਿੱਧ ਗੋਸ਼ਟ ਬਾਣੀ, ਪਵਿੱਤਰ ਬਾਣੀ ਦਾ ਵਿਚਾਰ ਅੱਗੇ ਆਪਣੀ ਤੁੱਛ ਬੁੱਧੀ ਰਾਹੀਂ ਹਾਜ਼ਰ ਹੈ। ਧਿਆਨ ਦਿਓ। ਬਸ ਗੁਰਬਾਣੀ ਦੀ ਆਪਣਾ ਸਿੱਧ ਗੋਸ਼ਟ ਦੀ ਸਮਾਪਤੀ ਵੱਲ ਚੱਲ ਰਿਹਾ। ਕੱਲ੍ਹ ਸ਼ਾਇਦ ਸਮਾਪਤ ਹੋ ਜਾਏਗੀ। ਅਗਲਾ ਪ੍ਰੋਗਰਾਮ ਆਪ ਜੀ ਆਪੋ ਜਾਣਿਓ ਕਿਵੇਂ ਵੀ ਕਰਨਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾ ਰਹੇ ਹੈ, ਜਾਂ ਸਿੱਧਾਂ ਦਾ ਸਵਾਲ ਹੈ, ਜਾਂ ਇਹ ਹਿਰਦਾ ਦੇਹ ਨਾ ਹੋਤੀ ਤਉ ਮਨ ਕੈਠੈ ਰਹਿਤਾ। ਇਹ ਗੁਰੂ ਜੀਓ, ਇਹ ਦੱਸੋ ਵੀ ਜਦ ਇਹ ਹਿਰਦਾ ਵੀ ਨਹੀਂ ਸੀ, ਯਾਨੀ ਦਿਲ ਵੀ ਨਹੀਂ ਸੀ ਔਰ ਦੇਹ ਵੀ ਨਹੀਂ ਸੀ, ਫਿਰ ਇਹ ਮਨ ਕਿੱਥੇ ਰਹਿੰਦਾ ਸੀਗਾ? ਕੈਠੈ ਕਿਸ ਜਗ੍ਹਾ, ਥਾਂ ਜਗ੍ਹਾ ਨੂੰ ਕਹਿੰਦੇ। ਨਾਭ ਕਮਲ ਅਸਤੰਭ ਨਾ ਹੋਤੋ ਤਾਂ ਪਵਨ ਕਵਨ ਘਰ ਸਹਿਤਾ। ਜਿਹੜੇ ਸਿੱਧ ਸੀਗੇ, ਜੋਗੀ ਸੀਗੇ, ਕਨਪਾਟੇ ਸੀਗੇ, ਉਹ ਸਮਝਦੇ ਸੀਗੇ ਵੀ ਨਾਭ ਕਮਲ ਹੈ, ਜਿਹੜਾ ਨਾਭੀ ਦੇ ਵਿੱਚ ਕਮਲ ਦਾ ਫੁੱਲ ਹੈ, ਬਈ ਉਹ ਜਿਹੜੇ ਸਾਡੀ ਪਵਨ ਹੈ ਯਾਨੀ ਸਵਾਸ ਹੈ, ਇਹਦਾ ਆਸਰਾ ਹੈ, ਯਾਨੀ ਸਵਾਸ ਨਾਭੀ 'ਚੋਂ ਉੱਠਦੇ ਨੇ। ਇਹ ਉਹਨਾਂ ਦਾ ਖਿਆਲ ਸੀਗਾ। ਪਰ ਇਸ ਤਰ੍ਹਾਂ ਦੀ ਬਾਤ ਨਹੀਂ ਹੈ ਬਿਲਕੁਲ ਵੀ। ਇਹ ਲੈਂਗੁਏਜ ਭਾਵੇਂ ਸਿੱਧਾਂ ਦੀ ਵਰਤੀ ਹੈ, ਪਰ ਪਾਤਸ਼ਾਹ ਦਾ ਉੱਤਰ ਦੇਖਿਓ। ਹੁਣ ਸਿੱਧ ਕਹਿ ਰਹੇ ਆ ਵੀ ਜਦੋਂ ਨਾਭ ਕਮਲ ਹੈ ਨਹੀਂ ਸੀਗੀ, ਯਾਨੀ ਸਰੀਰ ਹੀ ਨਹੀਂ ਸੀਗਾ, ਤਾਂ ਨਾਭ ਕਮਲ ਹੋਣ ਦਾ ਸਵਾਲ ਹੀ ਨਹੀਂ ਹੈ। ਵੀ ਫਿਰ ਇਹ ਜਿਹੜੇ ਸਵਾਸ ਹੈ, ਪਵਨ ਹੈ, ਇਹ ਕਿੱਥੇ ਰਹਿੰਦਾ ਸੀ? ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਵ ਲਾਈ। ਜਦ ਰੂਪ ਰੰਗ ਕੁਛ ਹੈ ਹੀ ਨਹੀਂ ਸੀ, ਕੋਈ ਸ਼ਕਲ ਨਹੀਂ ਸੀ ਬੰਦੇ ਦੀ, ਤਾਂ ਉਹ ਸ਼ਬਦ ਦੇ ਰਾਹੀਂ ਕਿਹਦੇ ਵਿੱਚ ਲਿਵ ਲਾਉਂਦਾ ਸੀ? ਫਿਰ ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਸ਼ਬਦ ਦੇ ਰਾਹੀਂ ਕਿੱਥੇ ਲਿਵ ਲਾਉਂਦਾ ਸੀ? ਇਹ ਪਾਤਸ਼ਾਹ ਜੀ, ਉਹ ਤੁਸੀਂ ਕਹਿ ਰਹੇ ਹੋ ਵੀ ਸ਼ਬਦ ਦੇ ਰਾਹੀਂ ਲਿਵ ਲਾਓ, ਜਦ ਇਹ ਕੁਛ ਵੀ ਨਹੀਂ ਸੀ, ਸਰੀਰ ਨਹੀਂ ਸੀਗੀ, ਕੋਈ ਰਚਨਾ ਨਹੀਂ ਸੀ ਦੁਨੀਆ ਦੇ ਵਿੱਚ, ਤਾਂ ਸ਼ਬਦ ਦੇ ਰਾਹੀਂ ਲਿਵ ਕਿੱਥੇ ਲੱਗਦੀ ਸੀ? ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ। ਫਿਰ ਅੱਗੇ ਸਵਾਲ ਕਰਦੇ ਹਾਂ ਵੀ ਜਦੋਂ ਮਾਂ ਦੇ ਜਿਹੜਾ ਰਕਤ ਹੈ ਔਰ ਪਿਤਾ ਦਾ ਬੀਰਜ ਹੈ, ਜਦ ਇਹਨਾਂ ਤੋਂ ਮਿਲ ਕੇ ਸਰੀਰ ਨਹੀਂ ਸੀ ਬਣਿਆ, ਫਿਰ ਕੀਮਤ ਕਿਵੇਂ ਪੈਂਦੀ ਸੀ ਰੱਬ ਦੀ? ਵਰਨ ਭੇਖ ਸਰੂਪ ਨਾ ਜਾਪੀ ਕਿਉਂ ਕਰ ਜਾਪ ਸਾਚਾ। ਜਦ ਕੋਈ ਰੰਗ ਰੂਪ ਭੇਖ ਹੈ ਹੀ ਨਹੀਂ ਸੀਗਾ, ਤਾਂ ਸੱਚਾ ਕਿਵੇਂ ਉਹਦਾ ਕਿਵੇਂ ਪਤਾ ਚੱਲਦਾ ਸੀਗਾ ਵੀ ਉਹ ਹੈਗਾ, ਜਦ ਸਰੀਰ ਦੇ ਵਿੱਚ ਕੁਛ ਹੈ ਹੀ ਨਹੀਂ ਸੀਗਾ? ਕਿਉਂਕਿ ਜੋਗੀ ਔਰ ਸਿੱਧ ਸਮਝਦੇ ਸੀਗੇ ਵੀ ਸਰੀਰ ਦੇ ਵਿੱਚ ਹੀ ਹੈ ਸਭ ਕੁਛ। ਮਤਲਬ ਜਿਹੜੀ ਸਾਡੀ ਨਾਭ ਕਮਲ ਹੈ, ਇਹਦੇ ਵਿੱਚ ਹੀ ਪਰਮਾਤਮਾ ਦਾ ਵਾਸਾ, ਇਹਦੇ ਵਿੱਚ ਹੀ ਪਵਨ ਰਹਿੰਦੇ, ਜਦ ਕਿ ਇਹ ਖਿਆਲ ਬਿਲਕੁਲ ਨਿਰਮੂਲ ਹੈ। ਐਸਾ ਕੁਛ ਵੀ ਨਹੀਂ ਹੈ। ਇਹ ਜਿਹੜੀ ਰੂਪ ਨਾਲ ਰੇਖ ਵਾਲੀ ਬਾਤ ਹੈ, ਇਹ ਸੁਖਮਨੀ ਸਾਹਿਬ 'ਚ ਵੀ ਆ ਰਹੀ ਹੈ, ਹੋਰ ਵੀ ਕਈ ਜਗ੍ਹਾ ਹੈ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਜਦੋਂ ਪਰਮਾਤਮਾ ਦਾ ਕੋਈ ਰੂਪ ਰੰਗ ਰੇਖ ਭੇਖ ਹੈ ਹੀ ਨਹੀਂ ਸੀਗਾ, ਫਿਰ ਪਰਮਾਤਮਾ ਕਿਵੇਂ ਜਾਪਦਾ ਸੀਗਾ, ਕਿਵੇਂ ਉਹਦਾ ਧਿਆਨ ਹੁੰਦਾ ਸੀਗਾ? ਇਹ ਯੋਗੀਆਂ ਦਾ ਪ੍ਰਸ਼ਨ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਪਹਿਲਾਂ ਇਸੇ ਗੱਲ ਦਾ ਜਵਾਬ ਦਿੰਦੇ ਵੀ ਜਦ ਰੂਪ ਰੇਖ ਹੈ ਨਹੀਂ ਸੀਗਾ, ਤਾਂ ਕਿਵੇਂ ਉਹਨੂੰ ਜਾਪਿਆ, ਉਹ ਜਾਪਦਾ ਕਿਵੇਂ ਸੀਗਾ, ਉਹ ਕਿਵੇਂ, ਉਹਦੇ ਬਾਰੇ ਆਪਾਂ ਜਾਣਦੇ ਸੀ। ਨਾਨਕ ਨਾਮ ਰਤੇ ਬੈਰਾਗੀ ਇਵ ਤਬ ਸਾਚੋ ਸਾਚਾ। ਗੁਰੂ ਨਾਨਕ ਪਾਤਸ਼ਾਹ ਜਵਾਬ ਦੇ ਰਹੇ ਆ ਵੀ ਜਦੋਂ ਪਰਮਾਤਮਾ ਦੇ, ਜਦੋਂ ਇਹ ਸਰੀਰ ਵਗੈਰਾ ਕੁਛ ਵੀ ਨਹੀਂ ਸੀਗਾ, ਰੂਪ ਰੰਗ, ਤਾਂ ਪਰਮਾਤਮਾ ਦੇ ਨਾਮ ਦੇ ਵਿੱਚ ਰੱਤੇ ਹੋਏ ਬੈਰਾਗੀ, ਉਹਨਾਂ ਨੂੰ ਸਭ ਇੱਧਰ ਉੱਧਰ ਹਰ ਜਗ੍ਹਾ ਸੱਚਾ ਹੀ ਨਜ਼ਰ ਆਉਂਦਾ ਸੀ। ਕਹਿਣ ਦਾ ਭਾਵ ਇਹ ਹੈ, ਜੇ ਪਰਮਾਤਮਾ ਦਾ ਰੂਪ ਰੰਗ ਕੋਈ ਹੈ ਨਹੀਂ, ਤਾਂ ਉਹਦਾ ਨਾਮ ਤਾਂ ਹੈਗਾ, ਨਾਮ ਦੇ ਵਿੱਚ ਰੰਗਣਾ ਹੈ। ਜਿਵੇਂ ਪੇਕੇ 'ਚ ਬੈਠੀ ਕੋਈ ਵੀ ਲੜਕੀ ਜਿਹਦਾ ਅਜੇ ਵਿਆਹ ਨਹੀਂ ਹੋਇਆ, ਮੰਗੇਤਰ ਹੈ, ਉਹ ਆਪਣੇ ਪਤੀ ਬਾਰੇ ਬਾਤਾਂ ਸੁਣਦੀ ਹੈ, ਕਿਹੋ ਜਿਹਾ ਹੈ, ਕਿਆ ਕੰਮ ਕਰਦਾ ਹੈ, ਸ਼ਕਲ ਸੂਰਤ ਕੈਸੀ ਹੈ, ਉਹਦੇ ਨਾਲ ਉਹ ਮਗਨ ਹੁੰਦੀ ਹੈ। ਬਿਲਕੁਲ ਇਸੇ ਤਰੀਕੇ ਨਾਲ ਪਰਮਾਤਮਾ ਆਪਾਂ ਨੇ ਦੇਖਿਆ ਨਹੀਂ, ਪਰ ਉਹਦੇ ਨਾਮ ਦਾ ਤਾਂ ਪਤਾ ਹੈ, ਉਹਦੇ ਗੁਣਾਂ ਦਾ ਪਤਾ ਹੈ, ਉਹਦੇ ਨਾਲ ਪ੍ਰੀਤ ਪਾਉਣੀ ਹੈ ਨਾਮ ਨਾਲ, ਫਿਰ ਉਹਦੇ ਦਰਸ਼ਨ ਹੋਣਗੇ ਆਹਿਸਤਾ ਆਹਿਸਤਾ। ਤੋ ਨਾਨਕ ਨਾਮ ਰਤੇ ਬੈਰਾਗੀ ਇਵ ਤਬ ਸਾਚੋ ਸੱਚ। ਜਦੋਂ ਨਾਮ ਨਾਲ ਰੰਗੇ ਗਏ, ਫਿਰ ਇੱਥੇ ਉੱਥੇ ਹਰ ਜਗ੍ਹਾ ਪਰਮਾਤਮਾ। ਹੁਣ ਅਗਲੇ ਜਿਹੜੇ ਪਹਿਲਾ ਪ੍ਰਸ਼ਨ ਕਰੇ ਜੋਗੀਆਂ ਨੇ, ਸਿੱਧਾਂ ਨੇ, ਹਿਰਦਾ ਦੇਹ ਨਾ ਹੋਤੀ ਅਵਧੂ ਤਉ ਮਨ ਸੁਨ ਰਹਿ ਬੈਰਾਗੀ। ਇਹ ਇਸ ਚੀਜ਼ ਦਾ ਜਵਾਬ ਹੈ ਵੀ ਜਾਂ ਇਹ ਹਿਰਦਾ ਦੇਹ ਨਾ ਹੋਤੀ ਤਉ ਮਨ ਕੈਠੈ ਰਹਿਤਾ।
ਇਹ ਮਨ ਕਿੱਥੇ ਰਹਿੰਦਾ ਸੀ ਜਦੋਂ ਹਿਰਦਾ ਔਰ ਸਰੀਰ ਨਹੀਂ ਸੀਗਾ। ਤੋ ਸ੍ਰੀ ਗੁਰੂ ਜੀ ਉੱਤਰ ਦੇ ਰਹੇ ਹੈ, ਹਿਰਦਾ ਦੇਹ ਨਾ ਹੋਤੀ ਅਵਧੂ, ਇਹ ਅਵਧੂਤ ਜਦ ਹਿਰਦਾ ਦੇਹ ਹੈ ਨਹੀਂ ਸੀਗੀ ਤਾਂ ਮਨ ਸੁਣ ਦੇ ਵਿੱਚ ਬੈਰਾਗ ਵਿੱਚ ਆ ਕੇ ਰਹਿੰਦਾ ਸੀ। ਹੁਣ ਸੁਣ ਜੋਗੀ ਸਮਝਦੇ ਆ ਵੀ ਧੁਨੀ ਦੇ ਵਿੱਚ ਹੈ, ਪਾਤਸ਼ਾਹ ਫਰਮਾ ਰਹੇ ਆ ਵੀ ਸੁਣ ਪਰਮਾਤਮਾ ਨਿਰਗੁਣ ਦੀ ਅਵਸਥਾ ਹੈ, ਉਹ ਹਰ ਇੱਕ ਜਗ੍ਹਾ ਹੀ ਹੈ। ਜਦ ਸਰੀਰ ਵੀ ਨਹੀਂ ਸੀ ਜਦ ਵੀ ਸੀਗਾ ਉਹ ਤਾਂ। ਜੋਗੀ ਕਿਉਂਕਿ ਨਿਰਗੁਣ ਸਰੂਪ ਨੂੰ ਮੰਨਦੇ ਨਹੀਂ, ਉਹ ਸਾਰਾ ਕੁਛ ਇਹ ਸਰੀਰ ਵਿੱਚ ਦਾ ਜਿਹੜਾ ਸਰਗੁਣ ਰੂਪ ਹੈ ਉਹਨੂੰ ਮੰਨ ਰਹੇ ਆ। ਤੋ ਪਾਤਸ਼ਾਹ ਫਰਮਾਉਂਦੇ ਆ ਵੀ ਜਦੋਂ ਇਹ ਸਰੀਰ ਨਹੀਂ ਸੀ, ਹਿਰਦਾ ਵੀ ਨਹੀਂ ਸੀਗਾ, ਮਨ ਉਦੋਂ ਵੀ ਸੀ। ਇਹ ਗੱਲ ਸੰਤ ਤਬਰੇਜ਼ ਨੇ ਵੀ ਕਹੀ ਸੀ, ਜਿਹਦੇ ਪਿੱਛੇ ਉਹਦੀ ਪੁੱਠੀ ਖੱਲ ਲੁਹਾਈ ਗਈ ਮੁਲਤਾਨ ਦੇ ਵਿੱਚ। ਆਦਮ ਨਾ ਬੂਦੋ ਮਨ ਬੂਦਮ, ਜਦ ਆਦਮੀ ਔਰ ਆਦਮੀ ਦੀ ਜਾਤ ਵੀ ਨਹੀਂ ਸੀ, ਮਨ ਉਦੋਂ ਵੀ ਸੀਗਾ। ਉਹੀ ਗੱਲ ਗੁਰੂ ਨਾਨਕ ਪਾਤਸ਼ਾਹ ਫਰਮਾ ਰਹੇ, ਮਨ ਉਦੋਂ ਪਰਮਾਤਮਾ 'ਚ ਰਹਿੰਦਾ ਸੀ, ਸੁਨ ਨਿਰਗੁਣ 'ਚ ਰਹਿੰਦਾ ਸੀ। ਨਾਭ ਕਮਲ ਅਸਤੰਭ ਨਾ ਹੋਤੋ ਤਾਂ ਨਿਜ ਘਰ ਵਸਤੋ ਪਵਨ ਅਨੁਰਾਗੀ। ਹੁਣ ਦੇਖੋ ਖੰਡਨ ਸਿੱਧਾਂ ਦੀ ਬਾਤ ਦਾ, ਉਹ ਸਿੱਧੋ ਜਦੋਂ ਨਾਭ ਕਮਲ ਦਾ ਆਸਰਾ ਨਹੀਂ ਸੀਗਾ, ਯਾਨੀ ਸਰੀਰੇ ਨਹੀਂ ਸੀਗਾ, ਤਾਂ ਨਾਭ ਕਮਲ ਕਿੱਥੋਂ ਹੋਣਾ ਸੀ। ਤਾਂ ਨਿਜ ਘਰ ਵਸਤੋ ਪਵਨ ਅਨੁਰਾਗੀ, ਇਹ ਅਨੁਰਾਗੀ ਹੋਈ ਪ੍ਰੇਮ 'ਚ ਭਿੱਜੀ ਹੋਈ ਜਿਹੜੀ ਪੌਣ ਹੈ, ਸਵਾਸ ਹੈ, ਇਹ ਨਿਜ ਘਰ 'ਚ ਵਸਦੇ ਸੀ। ਨਿਜ ਘਰ ਜਿੱਥੇ ਪਰਮਾਤਮਾ ਦਾ ਵਾਸ ਹੈ। ਤੋ ਜ਼ਰੂਰੀ ਨਹੀਂ ਹੈ ਵੀ ਸਾਨੂੰ ਨਾਭ ਕਮਲ ਦਾ ਆਸਰਾ ਹੈ, ਬਿਲਕੁਲ ਇਹ ਖੰਡਿਤ ਹੈ। ਇਸ ਗੱਲ ਖੰਡਨ ਕਰਿਆ ਗਿਆ ਹੈ ਬਈ ਜਿਹੜਾ ਸੁੰਨ ਹੈ ਜਾਂ ਸਵਾਸ ਹੈ ਇਹ ਨਾਭ ਕਮਲ ਦੇ ਵਿੱਚ ਰਹਿੰਦੇ ਹੈ। ਇਹ ਜੋਗੀਆਂ ਦਾ ਮਤ ਸੀਗਾ, ਗੁਰੂ ਨਾਨਕ ਪਾਤਸ਼ਾਹ ਦਾ ਮਤ ਇਹ ਨਹੀਂ ਹੈ। ਔਰ ਜੇ ਮੈਡੀਕਲੀ ਵਿਚਾਰੀਏ, ਆਪ ਜੀ ਨਾਲ ਪਹਿਲਾਂ ਵੀ ਵਿਚਾਰ ਕਰੀਏ, ਸਵਾਸਾਂ ਦੀ ਖੇਡ ਫੇਫੜਿਆਂ ਤੱਕ ਹੈ, ਛਾਤੀ ਦੇ ਵਿੱਚ ਹੁੰਦੇ ਦਵੱਲੇ, ਉਸ ਤੋਂ ਹੇਠਾਂ ਕੋਈ ਪਵਨ ਨਹੀਂ ਹੈ। ਗੈਸ ਜ਼ਰੂਰ ਹੁੰਦੀ ਹੈ ਅੰਤੜੀਆਂ ਦੀ, ਜਿਹੜੀ ਆਪਾਂ ਖਾਰਜ ਵੀ ਕਰਦੇ ਹਾਂ, ਉਹ ਹੋਰ ਬਾਤ ਹੈ। ਅਤੇ ਜਿਹੜੀ ਸਵਾਸਾਂ ਦੀ ਗੱਲ ਹੈ, ਸਵਾਸ ਫੇਫੜਿਆਂ ਦੇ ਵਿੱਚ ਜਾਂਦੇ, ਉੱਥੋਂ ਜਿਹੜਾ ਗੰਦਾ ਖੂਨ ਆਪਾਂ ਕਹਿ ਦਿੰਦੇ ਹਾਂ, ਜਿਹਦੇ 'ਚ ਕਾਰਬਨ ਡਾਈਆਕਸਾਈਡ ਹੁੰਦੀ ਹੈ, ਉਹ ਬਾਹਰ ਨਿਕਲ ਜਾਂਦੀ ਹੈ ਜਦ ਆਪਾਂ ਸਾਹ ਬਾਹਰ ਕੱਢਦੇ ਹਾਂ। ਅਤੇ ਜਿਹੜੀ ਆਕਸੀਜਨ ਹੈ ਅੰਦਰ ਨੂੰ ਜਾਂਦੀ ਹੈ ਸਾਹ ਦੇ ਨਾਲ, ਉਹਨੂੰ ਉਹ ਬਲੱਡ ਲਿਲ ਕੇ ਅੱਗੇ ਸਰੀਰ ਨੂੰ ਪਹੁੰਚਾਉਂਦਾ। ਫਿਰ ਇਸ ਤੋਂ ਵੱਧ ਕੋਈ ਪ੍ਰਕਿਰਿਆ ਨਹੀਂ ਹੈ ਸਵਾਸਾਂ ਦੀ। ਐਵੇਂ ਖਿਆਲ ਹੈ ਇੱਕ ਜੋਗੀਆਂ ਦਾ ਵੀ ਨਾਭ ਕਮਲ ਦੀ ਗੱਲ ਆ ਰਹੀ ਹੈ ਗੁਰਬਾਣੀ 'ਚ। ਸਾਡੇ ਕਥਾਕਾਰਾਂ ਨੇ ਵੀ ਇਹ ਗੱਲ ਜੋੜਤੀ ਨਾਲ ਵੀ ਸਵਾਸ ਹੈ ਜਿਹੜੇ ਧੁਨੀ 'ਚ ਆਉਂਦੇ, ਧੁਨੀ 'ਚੋਂ ਉੱਠਦੇ, ਓਮ ਜਦੋਂ ਕਹਿੰਦੇ ਆ ਤਾਂ ਜ਼ੋਰ ਲੱਗਦਾ ਧੁਨੀ ਦਾ। ਬਹੁਤ ਕੁਛ ਹੈ ਐਸਾ, ਜਦੋਂ ਆਪ ਜੀ ਸਾਰਾ ਹੀ ਵਿਚਾਰ ਨਿਰੰਤਰਤਾ ਵਿੱਚ ਦੇਖੋਗੇ, ਗੁਰਬਾਣੀ ਦੀ ਵਿਸ਼ਾਲਤਾ ਵਿੱਚ ਦੇਖੋਗੇ, ਗੁਰਬਾਣੀ ਦੀ ਸਮੱਗਰਤਾ ਵਿੱਚ ਦੇਖੋਗੇ, ਤਾਂ ਇਹਨਾਂ ਚੀਜ਼ਾਂ ਦਾ ਖੰਡਨ ਹੈ। ਤੋ ਕਬੀਰ ਜੀ ਤਾਂ ਇਹ ਗੱਲ ਆਪ ਹੀ ਫਰਮਾ ਰਹੇ ਹੈ ਵੀ ਜਦ ਇਹ ਜੋਗੀ ਜਦ ਤੂੰ ਮਰ ਜਾਂਦਾ, ਤੇਰੀਆਂ ਏੜਾ ਪਿੰਗਲਾ ਕਿੱਥੇ ਚਲੇ ਜਾਂਦੀਆਂ, ਤੇਰੇ ਟਾਂਟੇ ਕਿੱਥੇ ਜਾਂਦੇ ਫਿਰ। ਅਵਗੁਣ ਕਿਹਾ ਕਬੀਰ ਜੀ ਨੇ ਇਹਨਾਂ ਚੀਜ਼ਾਂ ਨੂੰ। ਜੋਗੀਆ ਤੇਰੇ ਇਹ ਟਾਂਟੇ ਫਿਰ ਕਿੱਥੇ, ਜਦ ਤੂੰ ਮਰ ਜਾਂਦਾ ਹੈ ਤੇਰੇ ਇਹ ਟਾਂਟੇ ਕਿੱਥੇ ਚਲੇ ਜਾਂਦੇ, ਫਿਰ ਨਹੀਂ ਇਹ ਹੁੰਦੇ। ਨਾਮ ਤਾਂ ਫਿਰ ਵੀ ਰਹਿੰਦਾ ਹੈ, ਪਰ ਜੋਗ ਮਤ ਦੀਆਂ ਜਿਹੜੀਆਂ ਗੱਲਾਂ ਉਹ ਸਾਰੀਆਂ ਦਾ ਖੰਡਨ ਕਰਿਆ ਗੁਰਬਾਣੀ 'ਚ। ਰੂਪ ਨਾ ਰੇਖਿਆ ਜਾਤ ਨਾ ਹੋਤੀ ਤਉ ਅਕੁਲੀਨ ਰਹਿਤੋ ਸ਼ਬਦ ਸੁਸਾਰ। ਜਦ ਕੋਈ ਰੂਪ ਰੰਗ ਹੈ ਹੀ ਨਹੀਂ ਸੀ, ਸ਼ਕਲ ਨਹੀਂ ਸੀ, ਕੋਈ ਫੋਰਮ ਨਹੀਂ ਸੀ, ਤਾਂ ਜਿਹੜਾ ਸ੍ਰੇਸ਼ਟ ਸ਼ਬਦ ਦਾ ਜਿਹੜਾ ਤੱਤ ਸਾਰ ਹੈ ਉਹ ਅਕੁਲੀਨ ਕੁੱਲ ਰਹਿਤ ਵਾਹਿਗੁਰੂ ਦੇ ਵਿੱਚ ਰਹਿੰਦਾ ਸੀ। ਸ਼ਬਦ ਪਰਮਾਤਮਾ ਦੇ ਵਿੱਚ ਰਹਿੰਦਾ ਸੀ। ਉਦੋਂ ਪਰਮਾਤਮਾ ਤੋਂ ਹੀ ਸ਼ਬਦ ਆਇਆ ਬਾਹਰ। ਆਇਆ ਬੇਸ਼ੱਕ ਮਹਾਂਪੁਰਸ਼ਾਂ ਦੇ ਹਿਰਦੇ ਦੇ ਰਾਹੀਂ ਹੈ, ਪਰ ਆਇਆ ਪਰਮਾਤਮਾ ਤੋਂ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜੋਗੀ ਸਮਝਦੇ ਸੀ ਵੀ ਇਹ ਜਿਹੜਾ ਸ਼ਬਦ ਹੈ ਸ੍ਰੇਸ਼ਟ ਹੈ, ਇਹ ਧੁਨੀ ਦੇ ਵਿੱਚ ਹੈ, ਐਸਾ ਨਹੀਂ ਹੈ। ਗੌਨ ਗਗਨ ਜਬ ਤਬੈ ਨਾ ਹੋਤੋ ਤਿਰ ਭਵਨ ਜੋਤ ਆਪੇ ਨਿਰੰਕਾਰ। ਜਦ ਕੋਈ ਪ੍ਰਿਥਵੀ ਗਗਨ ਹੈ ਹੀ ਨਹੀਂ ਸੀਗਾ, ਦੁਨੀਆ ਦੇ ਵਿੱਚ ਕੁਛ ਵੀ ਨਹੀਂ ਸੀਗਾ, ਹੋਰ ਨਿਰਗੁਣ ਦੀ ਅਵਸਥਾ ਸੀ, ਧੁੰਦ ਪਈ ਹੋਈ ਸੀ, ਉਦੋਂ ਵੀ ਤ੍ਰਿਭਵਨ ਜੋਤ ਜਾਨੀ ਪਰਮਾਤਮਾ, ਤਿੰਨਾਂ ਭਵਨਾਂ ਦੀ ਜੋਤ ਆਪੇ ਨਿਰੰਕਾਰ ਉਦੋਂ ਵੀ ਹੈਗਾ ਸੀਗਾ। ਤੋ ਇਹ ਜਿਹੜੇ ਤਿੰਨੇ ਫਿਰਕੇ ਹੈ, ਸਿੱਧਾਂ ਦਾ, ਜੋਗੀਆਂ ਦਾ, ਕਨਪਾਟਿਆਂ ਦਾ, ਇਹ ਪਰਮਾਤਮਾ ਨੂੰ ਨਹੀਂ ਮੰਨਦੇ। ਪਰਮਾਤਮਾ ਤੋਂ ਬਾਅਦ ਦੀ ਜਿਹੜੀ ਅਵਸਥਾ ਉਹ ਨਹੀਂ ਬਣਾਈ ਹੈ, ਹਾਲਾਂਕਿ ਜਿਹੜੀ ਵਿੱਚ ਧੁੰਦ ਪਈ ਹੋਈ ਉਹ ਮੰਨਦੇ ਆ, ਉਹਨੂੰ ਮੰਨਦੇ, ਉਹਨੂੰ ਇਹ ਸੁੰਨ ਕਹਿੰਦੇ। ਗੁਰੂ ਸਾਹਿਬ ਦਾ ਸੁੰਨ ਪਰਮਾਤਮਾ ਹੈ, ਉਹਨਾਂ ਦਾ ਸੁੰਨ ਉਹ ਸਿਫਰ ਦੀ ਅਵਸਥਾ ਹੈ ਜਿੱਥੇ ਨਿਰੰਕਾਰ ਨਹੀਂ ਹੁੰਦਾ।
ਇਹਦੇ ਉੱਤੇ ਬਹੁਤ ਸਾਰੀ ਵਿਚਾਰ, ਬੁੱਧ ਧਰਮ ਦਾ ਇੱਕ ਵਿਚਾਰਕ ਹੋਇਆ ਨਾਗਾਰਜੁਨ, ਉਹਨੇ ਬਹੁਤ ਕਰੀ ਹੈ ਵਿਚਾਰ। ਤੋ ਆਪਾਂ ਗੁਰੂ ਪਾਤਸ਼ਾਹ ਦੇ ਮਗਰ ਚੱਲਣਾ ਜੋ ਉਹਨਾਂ ਨੇ ਫਰਮਾਇਆ। ਵਰਨ ਭੇਖ ਸਰੂਪ ਸੋ ਏਕੋ, ਏਕੋ ਸ਼ਬਦ ਬਿਡਾਣੀ। ਸਾਰਾ ਰੂਪ ਰੰਗ ਸਰੂਪ ਸ਼ਕਲ ਫੋਰਮ ਉਹ ਭਾਈ ਇੱਕੋ ਹੀ ਹੈ। ਇਹ ਜਿਹੜਾ ਬਿਡਾਣੀ ਯਾਨੀ ਅਸਚਰਜ ਸ਼ਬਦ ਹੈ, ਇਹ ਸਭ ਇੱਕੋ ਹੀ ਹੈ। ਪਰਮਾਤਮਾ ਔਰ ਸ਼ਬਦ ਇੱਕੋ ਚੀਜ਼ ਹੈ। ਮੈਤਰੀ ਇੱਕ ਉਪਨਿਸ਼ਦ ਹੈ, ਸਾਧ ਸੰਗਤ ਜੀ ਉਹ ਪਹਿਲਾਂ ਵੀ ਵਿਚਾਰ ਕਰੀ ਸੀ ਕਿਸੇ ਟਾਈਮ। ਉਹ ਮੈਤਰੀ ਉਪਨਿਸ਼ਦ ਦੇ ਵਿੱਚ ਪਰਮਾਤਮਾ ਦੇ 2 ਰੂਪ ਲਿਖੇ। ਹਾਲਾਂਕਿ 3 ਰੂਪ ਵੀ ਹੈ, ਭਾਈ ਨੰਦ ਲਾਲ ਜੀ 3 ਗਿਣਦੇ ਹੈ, ਲੇਕਿਨ ਮੈਤਰੀ ਉਪਨਿਸ਼ਦ ਦੇ ਵਿੱਚ 2 ਆਏ ਹੈ, ਇੱਕ ਸ਼ਬਦ ਬ੍ਰਹਮ, ਇੱਕ ਅਸ਼ਬਦ ਬ੍ਰਹਮ। ਅਸ਼ਬਦ ਬ੍ਰਹਮ ਨਿਰਗੁਣ ਰੂਪ ਵਾਲਾ, ਸ਼ਬਦ ਬ੍ਰਹਮ ਜਦੋਂ ਫਿਰ ਗੁਰਬਾਣੀ ਦੇ ਰੂਪ 'ਚ ਉਹ ਪ੍ਰਗਟ ਹੋ ਗਿਆ। ਇਸੇ ਕਰਕੇ ਪੋਥੀ ਪਰਮੇਸ਼ਰ ਕਾ ਥਾਨ, ਇਹ ਬਾਣੀ ਦੇ ਨਾਲ ਮਿਲਦਾ ਜੁਲਦਾ ਥੋਟ ਹੈ ਮੈਤਰੀ ਉਪਨਿਸ਼ਦ ਦਾ, ਵੀ ਸ਼ਬਦ ਹੀ ਬ੍ਰਹਮ ਹੈ। ਬਹੁਤ ਬੜੀ ਬਾਤ ਹੈ। ਇਹਨੂੰ ਮੰਨਣਾ ਬੜਾ ਔਖਾ ਹੈ। ਬਾਕੀ ਧਰਮਾਂ ਵਾਲੇ ਨਹੀਂ ਮੰਨਦੇ ਹੈ ਸ਼ਬਦ ਨੂੰ। ਹਾਲਾਂਕਿ ਗੁਰਬਾਣੀ ਨੇ ਸਾਰੀ ਮਹਾਨਤਾ ਜਿਹੜੀ ਦੱਸੀ ਉਹ ਸ਼ਬਦ ਦੀ ਦੱਸੀ ਹੈ, ਕਿਉਂਕਿ ਸ਼ਬਦ ਇਟਸੈਲਫ ਪਰਮੇਸ਼ਰ ਦਾ ਰੂਪ ਹੈ। ਵਰਡ ਸ਼ਬਦ ਆਉਂਦਾ ਹੈ, ਲਗੋਸ ਇਹ ਸ਼ਬਦ ਆਉਂਦੇ ਇਹਦੇ 'ਚ ਕ੍ਰਿਸਚੈਨਿਟੀ 'ਚ। ਵਰਡ ਯਾਨੀ ਸ਼ਬਦ, ਉਹ ਉਹਨਾਂ ਦਾ ਹੋਰ ਤਰ੍ਹਾਂ ਦਾ ਲਹਿਜਾ ਹੈ, ਲੇਕਿਨ ਸਾਡਾ ਤਾਂ ਸਭ ਕੁਛ ਹੀ ਸ਼ਬਦ ਹੈ। ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ। ਤੋ ਭਾਈ ਜਿਹੜਾ ਇਹ ਸ਼ਬਦ ਹੈ, ਇਸੀ ਕਰਕੇ ਇਹਦੀ ਆਪਾਂ ਨੂੰ ਗੁਰੂ ਸਾਹਿਬ ਨੇ ਇੰਨਾ ਮਹਾਨਤਾ ਦੱਸੀ ਹੈ। ਹਰ ਵਕਤ ਸ਼ਬਦ ਨੂੰ ਮਨ 'ਚ ਰੱਖਣਾ ਹੈ, ਮੱਥਾ ਟੇਕਣਾ ਹੈ, ਬੜਾ ਕਰਨਾ ਸ਼ਬਦ ਨੂੰ। ਉਹਦੇ ਰਾਹੀਂ ਪਰਮਾਤਮਾ ਬੜਾ ਹੁੰਦਾ, ਕਿਉਂਕਿ ਉਹਦਾ ਰੂਪ ਹੈ। ਸਿੱਖਾਂ ਨੂੰ ਹੁਕਮ ਇਹੀ ਹੈ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ, ਸੱਚੀ ਬਾਣੀ ਤੋਂ ਬਿਨਾਂ ਹੋਰ ਨੂੰ ਕਿਸੇ ਨੂੰ ਮੰਨਣਾ ਨਹੀਂ ਹੈ, ਮਾਨਤਾ ਨਹੀਂ ਦੇਣੀ ਹੈ। ਔਰ ਇਹਦੇ ਵਿੱਚੋਂ ਹੀ ਟੋਲ ਲਓ ਜੇ ਰੱਬ ਨੂੰ ਟੋਲਣਾ। ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਕਥ ਕਹਾਣੀ। ਪਾਤਸ਼ਾਹ ਫਰਮਾਉਂਦੇ ਹੈ ਵੀ ਸੱਚ ਤੋਂ ਬਿਨਾਂ ਸੂਚਾ ਨਹੀਂ ਕੋਈ ਵੀ ਹੋ ਸਕਦਾ। ਇਹ ਤੀਰਥਾਂ ਦੇ ਨਹਾਉਣ ਦਾ ਖੰਡਨ ਹੈ, ਜਿਹੜਾ ਸਿੱਧਾ ਨੇ ਕਿਹਾ ਸੀਗਾ ਵੀ ਤੀਰਥ ਨਹਾਈਏ ਸੁੱਖ ਫਲ ਪਾਈਏ, ਮੈਲ ਨਾ ਲਾਗੇ ਕਾਈ। ਪਾਤਸ਼ਾਹ ਫਰਮਾਉਂਦੇ ਸੱਚ ਬਿਨਾਂ ਸੁੱਚਾ ਨਹੀਂ ਹੋ ਸਕਦਾ ਬੰਦਾ, ਨਹਾਉਣ ਧੋਣ ਨਾਲ ਸੁੱਚਾ ਨਹੀਂ ਹੋ ਸਕਦਾ ਕਦੇ ਵੀ। ਸੱਚ ਅੰਦਰ ਆਉਣਾ ਹੈ ਸ਼ਬਦ ਦੇ ਰਾਹੀਂ, ਸ਼ਬਦ ਦੇ ਜਾਪ ਦੇ ਰਾਹੀਂ, ਫਿਰ ਬੰਦਾ ਸੁੱਚਾ ਹੋ ਸਕਦਾ, ਅਦਰਵਾਈਜ਼ ਨਹੀਂ ਹੈ ਸੁੱਚਾ, ਝੂਠਾ ਹੈ, ਡਰਟੀ ਹੈ। ਜਿਹੜੀਆਂ ਚੀਜ਼ਾਂ ਸੁੱਚੀਆਂ ਸਮਝ ਕੇ ਚੜ੍ਹਾਉਂਦਾ ਪਰਮਾਤਮਾ ਨੂੰ, ਉਹ ਸਭ ਝੂਠੀਆਂ। ਫੁੱਲ ਭੌਰੇ ਨੇ ਝੂਠੇ ਕਰੇ ਵੇ ਹੁੰਦੇ, ਪਾਣੀ ਡੱਡੂਆਂ ਮੱਛੀਆਂ ਨੇ ਝੂਠਾ ਕਰਿਆ ਵਾ ਹੁੰਦਾ, ਧੂਫ ਸੁੱਚੀ ਸਮਝ ਕੇ ਦਿੰਦਾ ਇਸ਼ਟ ਨੂੰ, ਧੂਫ ਸੱਪਾਂ ਨੇ ਮੂੰਹ ਗੱਡੇ ਵੇ ਹੁੰਦੇ। ਜਿਹੜਾ ਚੰਦਨ ਦਾ ਬਿਰਛਾ ਜਿਹੜਾ ਧੂਫ ਦੇ ਵਿੱਚ ਪੈਂਦਾ ਹੈ, ਤੋ ਸੁੱਚਾ ਕਿਆ ਰਹਿ ਗਿਆ ਭਾਈ? ਕੇਵਲ ਪਰਮਾਤਮਾ ਦਾ ਨਾਮ। ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨਸ ਜਾਈ। ਹੁਣ ਸਵਾਲ ਕਰਦੇ ਹਾਂ ਸਿੱਧ ਫੇਰ, ਵੀ ਕਿਵੇਂ ਇਹ ਜੱਗ ਪੈਦਾ ਹੁੰਦਾ ਹੈ? ਹੇ ਪੁਰਖਾ, ਹੇ ਗੁਰੂ ਨਾਨਕ ਜੀਓ, ਇਹ ਜੱਗ ਕਿਵੇਂ ਪੈਦਾ ਹੁੰਦਾ ਹੈ ਤੇ ਕਿਵੇਂ ਕਿਵੇਂ ਕਿਹੜੇ ਦੁੱਖ ਕਰਕੇ ਇਹ ਫਿਰ ਖਤਮ ਹੋ ਜਾਂਦਾ, ਇੱਥੋਂ ਬਿਨਸ ਜਾਂਦਾ। ਹੁਣ ਜਵਾਬ ਹੈ ਪਾਤਸ਼ਾਹ ਦਾ, ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਇਹ ਜੱਗ ਦੀ ਉਤਪਤੀ ਔਰ ਪਰਲੈ ਹਉਮੈ ਵਿੱਚ ਹੁੰਦੀ ਹੈ। ਜਦੋਂ ਨਾਮ ਵਿਸਰ ਜਾਂਦਾ ਫਿਰ ਦੁੱਖ ਪੈਦਾ ਹੁੰਦੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਹਉਮ ਵਿੱਚ ਆਇਆ, ਹਉਮ ਵਿੱਚ ਗਿਆ, ਹਉਮ ਵਿੱਚ ਦਿੱਤਾ, ਹਉਮ ਵਿੱਚ ਲਿਆ, ਹਉਮ ਵਿੱਚ ਨਰਕ ਸੁਰਗ ਅਵਤਾਰ, ਹਉਮ ਵਿੱਚ ਪਾਪ ਪੁੰਨ ਵਿਚਾਰ, ਸਭ ਕੁਛ ਹਉਮੈ ਈਗੋ 'ਚ ਹੁੰਦਾ ਹੈ। ਜੱਗ ਦੀ ਉਤਪਤੀ ਹਉਮੈ 'ਚ ਹੁੰਦੀ ਹੈ। ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ, ਹਉਮੈ ਸ਼ਬਦ ਜਲਾਏ। ਜੇ ਕੋਈ ਗੁਰੂ ਦੇ ਅਨੁਸਾਰੀ ਹੋ ਜੇ, ਗੁਰਮੁਖਾਂ ਦਾ ਮੇਲ ਮਿਲਾਪ ਹੋ ਜੇ, ਉਹ ਇਸ ਗਿਆਨ ਤੱਤ ਨੂੰ ਵਿਚਾਰਦਾ ਵੀ ਹਉਮੈ ਦੇ ਵਿੱਚ ਜੱਗ ਪੈਦਾ ਹੁੰਦਾ ਅਤੇ ਨਾਮ ਦੇ ਵਿਸਰ ਨਾਲ ਦੁੱਖ ਪੈਦਾ ਹੁੰਦੇ। ਹਉਮੈ ਨੂੰ ਸ਼ਬਦ ਦੇ ਰਾਹੀਂ ਜਲਾ ਦੇਵੇ, ਹਉਮੈ ਸ਼ਬਦ ਜਲਾਏ। ਦੱਦੇ ਨੂੰ ਸਿਹਾਰੀ ਹੈ ਸ਼ਬਦ ਦੇ। ਇਸ ਹਉਮੈ ਨੂੰ ਸ਼ਬਦ ਦੇ ਰਾਹੀਂ ਜਲਾ ਦੇਵੇ, ਫਿਰ ਇਹ ਗਿਆਨ ਤੱਤ ਪੈਦਾ ਹੁੰਦਾ। ਦੇਖੋ ਗੁਰਬਾਣੀ ਦੀ ਸਾਰੀ ਵਿਚਾਰ ਹਉਮੈ ਦੇ ਆਲੇ ਦੁਆਲੇ ਘੁਮਾਉਂਦੀ ਹੈ ਬੰਦੇ ਨੂੰ। ਪਰਿਕਰਮਾ ਕਰਾਉਂਦੀ ਹੈ ਨਾਮ ਦੀ, ਘੁਮਾਉਂਦੀ ਹੈ ਹਉਮੈ ਦੇ ਆਲੇ ਦੁਆਲੇ, ਕਿਉਂਕਿ ਹਉਮੈ ਟੁੱਟੂਗੀ ਤਾਂ ਹੀ ਨਾਮ ਨੇ ਪੈਦਾ ਹੋਣਾ, ਅਦਰਵਾਈਜ਼ ਨਹੀਂ ਹੋ ਸਕਦਾ। ਕਿਸੇ ਕਰਮ ਵਿਸ਼ੇਸ਼, ਕਿਰਿਆ ਵਿਸ਼ੇਸ਼ ਜਾਂ ਕਿਸੇ ਲਿਬਾਸ ਵਿਸ਼ੇਸ਼ ਨਾਲ ਨਾਮ ਨਹੀਂ ਪੈਦਾ ਹੋ ਸਕਦਾ।
ਸਮਗਰਤਾ ਇਹੀ ਗੱਲ 'ਚ ਹੈ ਗੁਰਬਾਣੀ ਦੀ ਵੀ ਹਉਮੈ ਦੇ ਉੱਤੇ ਧਿਆਨ ਦਿਓ। ਹਉਮੈ ਬੂਝੈ ਤਾਂ ਦਰ ਸੂਝੈ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਇ। ਸਮਝੀ ਵੀ ਜਾਂਦਾ ਬੰਦਾ ਵੀ ਮੈਂ ਰੱਬ ਦੇ ਨੇੜੇ ਹੋ ਗਿਆ, ਲੇਕਿਨ ਉਹ ਸਾਰਾ ਉਹਦਾ ਭਰਮ ਹੁੰਦਾ, ਇਲਿਊਜ਼ਨ ਹੁੰਦਾ। ਹੁਣ ਨਹੀਂ ਸਮਝ ਹੁੰਦੀ ਵੀ ਅਸਲ 'ਚ ਆਈ ਐਮ ਇਨ ਈਗੋ, ਇਸ ਗੱਲ ਦੀ ਵਿਚਾਰ ਨਹੀਂ ਹੁੰਦੀ ਉਹਦੇ ਅੰਦਰ। ਤਨ ਮਨ ਨਿਰਮਲ ਨਿਰਮਲ ਬਾਣੀ ਸਾਚੈ ਰਹਿ ਸਮਾਏ। ਜੇ ਸੱਚ ਦੇ ਵਿੱਚ ਸਮਾ ਗਿਆ ਬੰਦਾ, ਬਾਣੀ ਦੇ ਰਾਹੀਂ, ਸੰਗਤ ਦੇ ਰਾਹੀਂ, ਗੁਰਮੁਖਾਂ ਦੇ ਨਾਲ ਮੇਲ ਮਿਲਾਪ ਕਰਕੇ, ਫਿਰ ਤਨ ਮਨ ਨਿਰਮਲ ਹੋ ਜਾਂਦਾ ਅਤੇ ਉਹਦੀ ਜਿਹੜੀ ਬਾਣੀ ਆ ਉਹ ਵੀ ਨਿਰਮਲ ਹੋ ਜਾਂਦੀ ਹੈ। ਯਾਨੀ ਉਹਦੀ ਬੋਲੀ ਵੀ ਨਿਰਮਲ ਹੋ ਜਾਂਦੀ ਹੈ, ਫਿੱਕਾ ਨਹੀਂ ਬੋਲਦਾ, ਕੌੜਾ ਨਹੀਂ ਬੋਲਦਾ, ਮਨ ਤਨ ਨਿਰਮਲ ਹੋ ਜਾਂਦਾ। ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਫਿਰ ਉਹ ਰਸਨਾ ਜਿਹੜੀ ਬਾਣੀ ਉਹ ਵੀ ਸੱਚੀ ਹੋ ਜਾਂਦੀ ਹੈ, ਤਨ ਮਨ ਵੀ ਨਿਹਾਲ ਹੋ ਜਾਂਦਾ, ਨਿਰਮਲ ਹੋ ਜਾਂਦਾ। ਸਾਚ ਬਿਨਾ ਸੂਚਾ ਕੋ ਨਹੀਂ, ਉਹ ਵਿਚਾਰ ਆ ਰਹੀ ਹੈ। ਨਾਮੇ ਨਾਮ ਰਹਿ ਬੈਰਾਗੀ, ਸਾਚ ਰੱਖਿਆ ਔਰ ਧਾਰੇ। ਜੇ ਨਾਮ ਦੇ ਨਾਲ ਜੁੜ ਜਾਓ ਬੈਰਾਗੀਓ, ਸੱਚ ਨੂੰ ਅੰਦਰ ਧਾਰ ਲਓ। ਨਾਨਕ ਬਿਨ ਨਾਵੈ ਜੋ ਕਦੇ ਨਾ ਹੋਵੈ, ਦੇਖੋ ਹਿਰਦੈ ਵਿਚਾਰੇ। ਪਾਤਸ਼ਾਹ ਫਰਮਾਉਂਦੇ ਹੈ ਨਾਮ ਤੋਂ ਬਿਨਾਂ ਯੋਗ ਨਹੀਂ ਹੋ ਸਕਦਾ। ਦੇਖੋ ਵਿਚਾਰ ਕੇ ਇਸ ਗੱਲ ਨੂੰ। ਆ ਜਿਹੜਾ ਤੁਸੀਂ ਬਾਹਰ ਗੋਦੜੀਆਂ ਪਾਈ ਫਿਰਦੇ ਹੈ, 3 ਪੌੜੀਆਂ ਵਾਲਾ ਡੰਡਾ ਪਕੜੀ ਫਿਰਦੇ ਹੈ, ਇਹ ਸਾਰਾ ਤੁਹਾਡਾ ਭੇਖ ਹੈ। ਇਹਦੇ ਨਾਲ ਯੋਗ ਦਾ ਕੋਈ ਤਲਕ ਨਹੀਂ ਹੈ। ਯੋਗ ਦਾ ਮਤਲਬ ਹੁੰਦਾ ਜੁੜਨਾ। ਜੁੜੋਗੇ ਕਿਵੇਂ? ਨਾਮ ਦੇ ਨਾਲ, ਨਾਮ ਦੇ ਰਾਹੀਂ ਪਰਮਾਤਮਾ ਨਾਲ ਜੁੜੋਗੇ। ਸ਼ਬਦ ਤੋਂ ਪੈਦਾ ਹੋਣਾ ਇਹ ਸਾਰਾ ਕੁਛ। ਤੋ ਕਿੰਨਾ ਸਪਸ਼ਟ ਉਪਦੇਸ਼ ਹੈ ਗੁਰੂ ਸਾਹਿਬ ਦਾ। ਫਿਰ ਵੀ ਸਾਡੇ ਸਿੱਖਾਂ ਦੇ ਵਿੱਚ ਬਹੁਤ ਸਾਰੀਆਂ ਭ੍ਰਾਂਤੀਆਂ, ਬਹੁਤ ਸਾਰੇ ਇਲਿਊਜ਼ਨਸ ਹੈ। ਪਤਾ ਨਹੀਂ ਕਿਉਂ, ਸ਼ਾਇਦ ਇਹਦਾ ਇੱਕ ਕਾਰਨ ਇਹ ਵੀ ਹੈ ਵੀ ਅਸੀਂ ਜਿਹੜੇ ਵਿਚਾਰਕ ਹੈ, ਅਸੀਂ ਉਹਨਾਂ ਨੂੰ ਪੂਰੀ ਸਹੀ ਸੇਧ ਨਹੀਂ ਦਿੱਤੀ ਹੋਈ ਹੈ। ਜਦ ਅਸੀਂ ਆਪ ਭਰਮ ਵਿੱਚ ਹੈ ਤਾਂ ਫਿਰ ਸੁਣਨ ਵਾਲਿਆਂ ਨੂੰ ਤਾਂ ਭਰਮ 'ਚ ਪੈਣਾ ਹੀ ਪੈਣਾ। ਇਹ ਭਰਮ ਕੇਵਲ ਔਰ ਕੇਵਲ ਬਾਣੀ ਦੀ ਸੱਚੀ ਸੁੱਚੀ ਵਿਚਾਰ ਨਾਲ ਹੀ ਦੂਰ ਹੋ ਸਕਦਾ। ਜੇ ਬਾਣੀ ਦੀ ਵਿਚਾਰ ਹੀ ਨਹੀਂ ਸਾਨੂੰ ਸਮਝ ਆਈ ਸਹੀ ਤੌਰ 'ਤੇ, ਅਸੀਂ ਪਿੱਛੇ 'ਤੇ ਜਿਹੜਾ ਸਾਡਾ ਵਿਰਸਾ ਉਹਦੇ ਨਾਲ, ਵਿਰਸੇ ਮੀਨਜ਼ ਵੀ ਜਿਹੜਾ ਹਿੰਦੁਸਤਾਨੀ ਸਭਿਅਤਾ ਉਹਦੇ ਨਾਲ ਹੀ ਜੁੜੇ ਰਹੇ। ਜਿਵੇਂ ਉਹ ਸਮਝਦੇ ਸੀਗੇ ਪਰਮਾਤਮਾ ਦੇ ਨਿਯਮਾਂ ਨੂੰ, ਜਿਸ ਤਰ੍ਹਾਂ ਉਹਨਾਂ ਨੇ ਸਮਝਿਆ ਉਸ ਤਰ੍ਹਾਂ ਹੀ ਸਮਝਦੇ ਰਹੇ, ਫਿਰ ਸਾਡੇ ਪੱਲੇ ਨਹੀਂ ਪੈਣੀ ਉਹ ਬਾਤ। ਕੁਛ ਹੋ ਜੂ, ਕੁਛ ਪੈ ਜੂ, ਕੁਛ ਬਾਹਰਲੀ ਦਸ਼ਾ ਠੀਕ ਹੋ ਜੂ, ਦਿਸ਼ਾ ਨਹੀਂ ਠੀਕ ਹੋਣੀ। ਦਿਸ਼ਾ ਕੇਵਲ ਇੱਕ ਦੇ ਨਾਲ, ਸਭ ਕੁਛ ਤਿਆਗ ਕੇ ਕੇਵਲ ਇੱਕ, ਨਾਨਕ ਕਹਿ ਕਰ ਕੇਵਲ ਨਾਮ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ। ਫਿਰ ਪਤਾ ਲੱਗਣਾ ਵੀ ਪਰਮਾਤਮਾ ਕਿਆ ਹੈ, ਏਕਾ ਕਿਆ ਹੈ, ਡੁਐਲਟੀ ਕਿਆ ਹੈ। ਜਿੰਨਾ ਚਿਰ ਸਾਨੂੰ ਗੁਰਬਾਣੀ ਦੀ ਸਮੱਗਰਤਾ ਨਹੀਂ ਮਹਾਰਾਜ ਬਖਸ਼ਦਾ, ਵਿਸ਼ਾਲਤਾ ਨਹੀਂ ਬਖਸ਼ਦਾ, ਅਸੀਂ ਇੱਕ ਦੋ ਸ਼ਬਦਾਂ ਨੂੰ ਪਕੜ ਕੇ, ਇੱਕ ਦੋ ਤੁਕਾਂ ਨੂੰ ਪਕੜ ਕੇ ਅਰਥ ਕਰੀਏ ਗੁਰਬਾਣੀ ਦੇ, ਉਹ ਖਾਮ ਖਿਆਲੀ ਹੈ। ਉਸ ਤਰ੍ਹਾਂ ਨਹੀਂ ਹੁੰਦਾ। ਤੋ ਨਾਭ ਪਵਨ ਘਰ ਆਸਣ ਬੈਸੈ, ਗੁਰਮੁਖ ਖੋਜਿ ਤਤ ਲਹੈ। ਨਾਭ ਕਮਲ ਭਾਈ, ਨਾਭੀ ਦੇ ਵਿੱਚ ਕਲਪਨਾ ਕਰੀ ਜਾਂਦੀ ਹੈ ਜੋਗੀਆਂ ਦੁਆਰਾ। ਹਿਰਦੇ ਵਿੱਚ ਵੀ ਇੱਕ ਕਮਲ ਹੈ, ਉੱਪਰ ਦਸਮ ਦੁਆਰ 'ਚ ਵੀ ਇੱਕ ਕਮਲ ਹੈ, ਅਤੇ ਹੇਠਾਂ ਵੀ ਇੱਕ ਕਮਲ ਹੈ। 6 ਚੱਕਰ, 6 ਉਹਨਾਂ ਦੇ ਅਲੱਗ ਅਲੱਗ ਕਮਲ ਮੰਨੇ ਜਾਂਦੇ। ਪਰ ਇਹ ਚੀਜ਼ਾਂ ਉਹਨਾਂ ਦੀ ਮਾਨਤਾ ਹੈ, ਗੁਰਬਾਣੀ ਦੀ ਮਾਨਤਾ ਨਹੀਂ ਹੈ। ਕੋਈ ਕਮਲ ਨਹੀਂ ਹੈ ਅੰਦਰ ਆਪਣੇ ਸਰੀਰ ਦੇ ਵਿੱਚ, ਕੋਈ ਕੁੰਡਲਨੀ ਨਹੀਂ ਹੈ। ਸਾਡੇ ਵਿਚਾਰਕਾਂ ਨੇ ਇਹ ਗੱਲਾਂ ਨਾਲ ਲਾ ਕੇ ਪੇਸ਼ ਕਰ ਦਿੱਤੀਆਂ ਵੀ ਕੁੰਡਲਨੀ ਵੀ ਹੁੰਦੀ ਹੈ, ਚੱਕਰਾਂ ਵਿੱਚ ਨੂੰ ਚੜ੍ਹਦੀ ਹੈ ਉੱਪਰ। ਐਸਾ ਦਿਸ ਇਜ਼ ਆਲ ਨਾਟ ਪੋਸੀਬਲ। ਇਹਨੂੰ ਆਪਾਂ ਨੌਨਸੈਂਸ ਤਾਂ ਨਾ ਕਹੀਏ, ਪਰ ਇਹ ਨਹੀਂ ਹੈ ਗੁਰਮਤਿ ਦੀ ਵਿਚਾਰ। ਇਹਦੀ ਕੋਈ ਸੈਂਸ ਨਹੀਂ ਹੈ ਇਸ ਤਰ੍ਹਾਂ ਦੀ ਗੁਰੂ ਪਾਤਸ਼ਾਹ ਦੀ ਬਾਣੀ ਦੀ ਇੱਕ ਵਿਚਾਰ ਕਰਨ ਵਿੱਚ। ਕੋਈ ਚੱਕਰ ਨਹੀਂ ਹੈ ਅੰਦਰ, ਕੋਈ ਕਮਲ ਦਾ ਫੁੱਲ ਨਹੀਂ ਹੈ। ਇਹ ਉਹਨਾਂ ਦੇ ਸ਼ਬਦਾਂ ਦੇ ਰਾਹੀਂ ਗੁਰਬਾਣੀ ਦੇ ਵਿੱਚ ਵਿਚਾਰ ਕਰੀ ਗਈ ਹੈ ਵੀ ਭਾਈ ਤੁਹਾਡੇ ਹਿਰਦੇ ਦਾ ਕਮਲ ਫੁੱਲ ਸਿੱਧਾ ਹੋ ਜਾਊਗਾ, ਜਿਹੜਾ ਮੁੰਦਾ ਪਿਆ ਪੁੱਠਾ ਹੋਇਆ ਹੋਇਆ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਜਿਹੜੀ ਸ਼ਕਲ ਸੂਰਤ ਹੈ, ਉਸ ਪਵਿੱਤਰ ਜੋ ਧਾਮ ਹੈ, ਉਹਦੀ ਸ਼ਕਲ ਹੀ ਪੁੱਠੇ ਕਮਲ ਵਰਗੀ ਹੈ। ਦੇਖੋ ਧਿਆਨ ਦੇ ਨਾਲ। ਉਹਦਾ ਭਾਵ ਇਹ ਹੈ, ਗੁਰੂ ਸਾਹਿਬ ਦਾ ਸਾਨੂੰ ਸਮਝਾਉਣ ਦਾ ਤਰੀਕਾ ਹੈ, ਸੰਕੇਤ ਹੈ ਵੀ ਇੱਥੇ ਆ ਕੇ ਜਿਹੜਾ ਪੁੱਠਾ ਕਮਲ ਸਾਡੇ ਹਿਰਦੇ ਦਾ ਉਹ ਸਿੱਧਾ ਹੋ ਜਾਊਗਾ। ਤੋ ਕਮਲ
ਇੱਕ ਕਹਿਣ ਦੀ ਬਾਤ ਹੈ ਜੋਗੀਆਂ ਤੋਂ ਆਈ ਹੈ ਵੀ ਸਾਡੇ ਅੰਦਰ ਇਸ ਤਰ੍ਹਾਂ ਦਾ ਕਮਲ ਹੈ। ਜੇ ਆਪਾਂ ਇਹਨੂੰ ਵਿਸਤ੍ਰਿਤ ਜਾਣਕਾਰੀ 'ਚ ਦੇਖਾਂਗੇ ਤਾਂ ਕਮਲ ਕੋਈ ਨਹੀਂ ਹੈ ਅੰਦਰ 'ਚ। ਹਿਰਦਾ ਜਿਹੜਾ ਹੈਗਾ ਸਾਡਾ ਉਹ ਸਹੀ ਹੋ ਜਾਏ, ਨਾਮ ਨਾਲ ਜੁੜ ਜਾਏ, ਏਕੇ 'ਚ ਆ ਜਾਵੇ, ਬਸ ਇਹ ਕਮਲ ਸਿੱਧਾ ਹੋ ਗਿਆ। ਆਹ ਮਤਲਬ ਹੈ। ਫਿਰ ਵੀ ਜੇ ਸਮਝ ਨਾ ਆਵੇ ਤਾਂ ਫਿਰ ਖਾਮ ਖਿਆਲੀ ਹੈ ਔਰ ਮਹਾਰਾਜ ਦੀ ਇਨਾਇਤ ਨਹੀਂ ਹੈ, ਫਿਰ ਇਹੀ ਕਿਹਾ ਜਾ ਸਕਦਾ। ਬਹੁਤ ਸਪਸ਼ਟ ਔਰ ਸਰਲ ਗੁਰਬਾਣੀ ਦੀ ਵਿਚਾਰ ਹੈ, ਕੋਈ ਕੰਪਲੈਕਸਿਟੀ ਨਹੀਂ ਹੈ ਇਹਦੇ 'ਚ। ਪਹਿਲਾਂ ਵੀ ਵਿਚਾਰ ਆ ਲਈ ਵੀ ਹਵਨ ਕਰਨੇ, ਬਹੁਤ ਬਹੁਤ ਅਖੰਡ ਪਾਠ ਸਾਹਿਬ ਦੇ ਆੜ ਲੈ ਕੇ ਬਹੁਤ ਬੜਾ ਬੜਾ ਇਕੱਠ ਕਰਨਾ, ਆਪਣੀ ਆਪ ਨੂੰ ਜਪਾਉਣਾ, ਬੜਾ ਕਰਨਾ। ਕੋਈ ਕੋਠੀ ਵਗੈਰਾ ਬਣਾਈ ਹੈ ਤਾਂ ਉਹਦੀ ਫਿਰ ਚੱਠ ਕਰਨੇ, ਕਾਰਡ ਦੇਣੇ 1000 500 ਲੱਖਾਂ ਰੁਪਈਆ ਲਾਉਣਾ। ਉਹ ਸਾਡੀ ਹਉਮੈ ਦਾ ਪ੍ਰਗਟਾਵਾ ਹੈ, ਹੋਰ ਕੁਛ ਨਹੀਂ ਹੈ। ਉਹ ਗੁਰਬਾਣੀ ਤਾਂ ਕਹਿੰਦੀ ਹੈ ਵੀ ਸਰਲਤਾ ਵਿੱਚ ਆਓ, ਨਾਮ ਜਪੋ, ਸਤਿਨਾਮ ਵਾਹਿਗੁਰੂ। ਇਸ ਤੋਂ ਉੱਪਰ ਕੁਛ ਨਹੀਂ ਹੋ ਰਿਹਾ। ਜੇ ਸਾਦਗੀ ਵਿੱਚ ਆ ਗਏ ਤਾਂ ਕੰਪਲੈਕਸਿਟੀ ਦੂਰ ਹੋ ਜਾਂਦੀ ਹੈ। ਸਸਤ ਬਖਰ ਤੂੰ ਘਿਨੈ ਨਾਹੀਂ, ਪਾਪੀ ਬੰਧਾ ਰਿਨਾਇਆ। ਇਹ ਪਾਪੀ ਮਨਾ, ਤੂੰ ਕੰਪਲੈਕਸਿਟੀ ਵਿੱਚ ਕਿਉਂ ਜਾਂਦਾ? ਸਸਤਾ ਸੌਦਾ ਤੂੰ ਕਰਦਾ ਕੋਈ ਨਹੀਂ ਹੈ, ਜਿਹਦੇ 'ਚ ਕੋਈ ਪੈਸਾ ਨਹੀਂ ਲੱਗਦਾ, ਕੋਈ ਟਾਈਮ ਨਹੀਂ ਲੱਗਦਾ। ਕੰਮ ਕਰਦੇ ਕਰਾਉਂਦੇ, ਹਲ ਵਾਹੁੰਦੇ, ਜੁੱਤੀਆਂ ਗੜਦੇ, ਕੱਪੜਾ ਬੁਣਦੇ, ਤੂੰ ਸਤਿਨਾਮ ਵਾਹਿਗੁਰੂ ਕਹਿ ਸਕਦਾ, ਉਹ ਕੰਮ ਕਰਦਾ। ਕਿਉਂ ਦੂਸਰਾ ਕਰਦਾ? ਅਗਰ ਦੂਸਰਾ ਕੋਈ ਮਜਬੂਰੀ 'ਚ ਕਰਨਾ ਪੈ ਰਿਹਾ ਤਾਂ ਉਹਨੂੰ ਵੀ ਏਕੇ 'ਚ ਕਰ। ਆਪ ਪੜ੍ਹ, ਅਖੰਡ ਪਾਠ ਸਾਹਿਬ ਆਪ ਕਰੋ, ਵਿੱਚ ਸ਼ਾਮਿਲ ਹੋ ਜਾਓ ਪਾਠੀਆਂ ਦੇ, ਔਰ ਸੇਵਾ ਵੀ ਕਰੋ, ਫਿਰ ਉਹ ਵੀ ਠੀਕ ਹੈ। ਕਿਉਂਕਿ ਏਕੇ ਦੇ ਨਿਮਿੱਤ ਕਰਿਆ ਵਾ ਕੋਈ ਵੀ ਕਰਮ ਵਿਰਥਾ ਨਹੀਂ ਜਾਂਦਾ ਕਦੇ ਵੀ, ਪਰ ਸਰਲਤਾ ਵਿੱਚ ਰੱਖੋ ਉਹਨੂੰ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਵਿੰਦਰ ਸਿੰਘ ਜੀ ਦੀ ਜਿਹੜੀ ਵੀਡੀਓ ਹੈ, ਆਡੀਓ ਹੈ, ਉਹ ਬਿਲਕੁਲ ਸਹੀ ਹੈ। ਜੇ ਉਹਨਾਂ ਦਾ ਜੂਨ ਦੇ ਵਿੱਚ ਹੈ ਜਨਮ ਦਿਨ, ਸੰਤ ਭਿੰਡਰਾਂ ਵਾਲਿਆਂ ਦਾ, ਗਿਆਨੀ ਗਿਆਨੀ ਜਰਨੈਲ ਸਿੰਘ ਜੀ ਦਾ, ਫਿਰ ਉਦੋਂ ਹੀ ਮਨਾਉਣਾ ਚਾਹੀਦਾ ਹੈ। ਪਰ ਇੱਕ ਗੱਲ ਇਹਦੇ 'ਚ ਹੋਰ ਹੈ, ਦੇਖੋ ਮੈਂ ਇੱਕ ਮਿਸਾਲ ਦੇ ਕੇ ਸਮਝਾਉਂਦਾ ਆਪ ਨੂੰ। ਪਹਿਲਿਆਂ ਸਮਿਆਂ ਦੇ ਵਿੱਚ ਕੋਈ ਡੇਟ ਆਫ ਬਰਥ ਦਾ ਬਹੁਤਾ ਮਤਲਬ ਨਹੀਂ ਸੀ ਹੁੰਦਾ, ਕਿਉਂਕਿ ਨਾ ਤਾਂ ਕੋਈ ਨੌਕਰੀਆਂ ਨੂਕਰੀਆਂ ਦੀ ਗੱਲ ਹੁੰਦੀ ਸੀਗੀ। ਅਤੇ ਉਦੋਂ ਮੇਰੇ ਆਪਣਾ ਜਿਹੜਾ ਜਨਮ ਦਿਨ ਹੈ ਉਹ 10 ਅਪ੍ਰੈਲ ਦਾ ਹੈ, ਅਤੇ ਲਿਖਾਇਆ ਹੋਇਆ 16 ਜਨਵਰੀ ਦਾ। ਨਾ ਤਾਂ ਘਰਦਿਆਂ ਨੂੰ, ਘਰ ਦੇ ਬਹੁਤੇ ਇਸ ਗੱਲ ਬਾਰੇ ਚਤੰਨ ਹੁੰਦੇ ਸੀ, ਮਾਸਟਰ ਆਪਣੀ ਮਰਜ਼ੀ ਨਾਲ ਲਿਖ ਦਿਆ ਕਰਦੇ ਸੀਗੇ। ਉਹ ਫਿਰ ਟੀਚਰਾਂ ਦੇ ਉੱਤੇ ਹੀ ਡਿਪੈਂਡ ਕਰਦਾ ਸੀਗਾ। ਇਹ ਗੱਲ ਦਰਿਆਫਤ ਕਰਨੀ ਚਾਹੀਦੀ ਹੈ, ਮਾਨ ਸਾਹਿਬ ਨਾਲ ਵੀ ਗੱਲ ਹੋਣੀ ਚਾਹੀਦੀ ਹੈ ਵੀ ਜੇ ਤਾਂ ਐਕਚੁਅਲ ਉਹਨਾਂ ਦੀ ਹੈਗੀ ਹੈ ਇਹ 12 ਫਰਵਰੀ, ਫਿਰ ਤਾਂ ਠੀਕ ਹੈ, ਫਿਰ ਲਿਖਣ ਦਾ ਵੀ ਕੋਈ ਰੌਲਾ ਨਹੀਂ ਹੈ। ਪਰ ਅਗਰ ਹੈ ਹੀ 2 ਜੂਨ ਹੈ ਤਾਂ ਫਿਰ ਜੂਨ ਮਨਾਉਣਾ ਚਾਹੀਦਾ। ਮਾਨ ਸਾਹਿਬ ਨੂੰ ਵੀ ਇਹ ਸੋਚਣੀ ਚਾਹੀਦੀ ਹੈ ਗੱਲ। ਇਹ ਗੱਲ ਨੂੰ ਦਰਿਆਫਤ ਜ਼ਰੂਰ ਕਰਨਾ ਬਣਦਾ। ਇਸ ਤਰ੍ਹਾਂ ਹੁੰਦਾ ਰਿਹਾ ਪਹਿਲਾਂ ਤੋਂ, ਰਿਟਨ ਵਿੱਚ ਹੋਰ ਹੁੰਦੀ ਹੈ, ਐਕਚੁਅਲ ਵਿੱਚ ਹੋਰ ਹੁੰਦੀ ਹੈ। ਸਾਨੂੰ ਐਕਚੁਅਲ ਹੀ ਮਨਾਉਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗੁਰਵਾਸ ਨਾ ਭਰਿਆ ਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਨ ਸਤਿਗੁਰ ਸੇਵੇ ਜੋਗ ਨ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨ ਕੋਈ। ਬਿਨ ਸਤਿਗੁਰ ਭੇਟੇ ਨਾਮ ਪਾਇਆ ਨ ਜਾਏ, ਬਿਨ ਸਤਿਗੁਰ ਭੇਟੇ ਮਹਾ ਦੁਖ ਪਾਏ। ਬਿਨ ਸਤਿਗੁਰ ਭੇਟੇ ਮਹਾ ਗਰਭ ਗੁਬਾਰ, ਨਾਨਕ ਬਿਨ ਗੁਰ ਮੁਆ ਜਨਮ ਹਾਰ। ਗੁਰਮੁਖ ਮਨ ਜੀਤਾ ਹਉਮੈ ਮਾਰ, ਗੁਰਮੁਖ ਸਾਚ ਰਖਿਆ ਉਰ ਧਾਰ। ਗੁਰਮੁਖ ਜਗ ਜੀਤਾ ਜਮ ਕਾਲ ਮਾਰ ਵਿਦਾਰ, ਗੁਰਮੁਖ ਦਰਗਾਹ ਨ ਆਵੈ ਹਾਰ। ਗੁਰਮੁਖ ਮੇਲ ਮਿਲਾਏ ਸੋ ਜਾਣੈ, ਨਾਨਕ ਗੁਰਮੁਖ ਸ਼ਬਦ ਪਛਾਣੈ। ਸ਼ਬਦੈ ਕਾ ਨਵੇੜਾ ਸੁਣ ਤੂੰ ਔਧੂ, ਬਿਨ ਨਾਵੈ ਜੋਗ ਨ ਹੋਈ।
ਨਾਮੇ ਰਾਤੇ ਅਨਦਿਨ ਮਾਤੇ, ਨਾਮੈ ਤੇ ਸੁਖ ਹੋਈ। ਨਾਮੈ ਹੀ ਤੇ ਸਭ ਪ੍ਰਗਟ ਹੋਵੈ, ਨਾਮੇ ਸੋਝੀ ਪਾਈ। ਬਿਨ ਨਾਵੈ ਭੇਖ ਕਰੈ ਬਹੁ ਤੇਰੇ, ਸੱਚੈ ਆਪ ਖੁਆਈ। ਸਤਿਗੁਰ ਤੇ ਨਾਮ ਪਾਈਐ ਉਧੂ, ਜੋਗ ਜੁਗਤ ਤਾਂ ਹੋਈ। ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੈ ਮੁਕਤ ਨਾ ਹੋਈ। ਤੇਰੀ ਗਤ ਮਿਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣੈ। ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪੇ ਸਭ ਰੰਗ ਮਾਣੈ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੈ ਫੁਰਮਾਣੈ। ਮੰਗੈ ਨਾਮ ਪਾਏ ਏ ਭਿਖਿਆ, ਤੇਰੇ ਦਰਸ਼ਨ ਕੋ ਕੁਰਬਾਨੈ। ਅਬਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ। ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਅਬਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ। ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਨਵਾਜੀ, ਪਿਆਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ ਅਤੇ ਗੁਰਬਾਣੀ ਵਿਚਾਰ ਦੇ ਸੂਝਵਾਨ ਗੁਰਮੁਖ ਸੱਜਣੋ। ਅੱਜ ਦੀ ਵਿਚਾਰ ਆਪਣੀ ਤੁੱਛ ਬੁੱਧੀ ਅਨੁਸਾਰ ਹਾਜ਼ਰ ਹੈ। ਸਿੱਧ ਗੋਸ਼ ਦੀ ਲੜੀਵਾਰ ਵਿਚਾਰ ਅੱਜ ਸਮਾਪਤੀ ਵਾਲਾ ਦਿਨ ਹੈ। ਉਸ ਤੋਂ ਬਾਅਦ ਆਪ ਜੀ ਜੋ ਵੀ ਫੈਸਲਾ ਕਰੋਗੇ, ਕਿਸੇ ਹੋਰ ਗੁਰਮੁਖ ਨੂੰ ਸੇਵਾ ਦੇਣੀ ਚਾਹੋ ਤਾਂ ਦਾਸਰਾ ਸਵਾਗਤ ਕਰੇਗਾ ਇਸ ਗੱਲ ਦਾ। ਬਿਨ ਸਤਿਗੁਰ ਸੇਵੇ ਜੋਗ ਨਾ ਹੋਈ। ਸਤਿਗੁਰੂ ਦੀ ਸੇਵਾ ਤੋਂ ਬਿਨਾਂ ਜੋਗ ਨਹੀਂ ਹੋ ਸਕਦਾ। ਸੇਵਾ ਸ਼ਬਦ ਨੂੰ ਵੀ ਉੱਪਰੋਂ ਨਹੀਂ ਲੈਣਾ। ਸੇਵਾ ਦਾ ਮਤਲਬ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ। ਸ਼ਬਦ ਦੀ ਵਿਚਾਰ ਕਰਕੇ ਅੰਦਰੋਂ ਹਉਮੈ ਦਾ ਅਭਾਵ ਕਰਵਾ ਕੇ ਗੁਰੂ ਤੋਂ ਫਿਰ ਉਹਦੀ ਜਿਹੜੀ ਸੇਵਾ ਕਰਨੀ ਹੈ, ਸੰਗਤ ਦੀ ਸੇਵਾ, ਗੁਰੂ ਦੀ ਸੇਵਾ, ਉਹ ਸੇਵਾ ਪ੍ਰਵਾਨ ਹੈ। ਸਾਧ ਸੰਗਤ ਜੀ, ਉਹ ਸੇਵਾ ਕੇਵਲ ਇੱਕ ਦੀ ਸੇਵਾ ਨਿਰੰਤਰ ਲਗਾਤਾਰ। ਇਹ ਨਹੀਂ ਵੀ ਗੁਰਦੁਆਰੇ ਜਾ ਕੇ ਸੇਵਾ ਕਰ ਲਈ ਤੇ ਬਾਹਰ ਆ ਕੇ ਭੁੱਲ ਗਏ। ਪਰਮਾਤਮਾ ਹਰ ਜਗ੍ਹਾ ਹੀ ਹੈ। ਖਲਕਤ ਦੀ ਸੇਵਾ, ਗੁਰਸਿੱਖਾਂ ਦੀ ਸੇਵਾ, ਵਿਆਗਤਾਂ ਦੀ ਸੇਵਾ। ਸੇਵਾ ਗੁਰੂ ਦੀ ਇੱਛਾ ਅਨੁਸਾਰ ਜਾਂ ਗੁਰਮੁਖ ਦੀ ਇੱਛਾ ਅਨੁਸਾਰ, ਨਾ ਕਿ ਆਪਣੇ ਮਨ ਦੇ ਨਾਲ ਚੱਲਣਾ। ਜੇ ਕੋਈ ਗੁਰਮੁਖ ਕਹੇ ਵੀ ਅੱਜ ਦਾ ਨਹੀਂ, ਸਾਨੂੰ ਭੁੱਖ ਨਹੀਂ ਹੈ, ਅਸੀਂ ਨਹੀਂ ਛਕਣਾ ਕੁਛ ਵੀ, ਫਿਰ ਵੀ ਉਹਨੂੰ ਜ਼ਬਰਦਸਤੀ ਰਸਗੁੱਲੇ ਛਕਾਉਣੇ ਵੀ ਨਹੀਂ ਜੀ ਭੋਗ ਲਾਓ, ਇਹ ਫਿਰ ਆਪਣਾ ਮਨ ਹੈ, ਸੇਵਾ ਨਹੀਂ ਰਹਿ ਜਾਂਦੀ ਫਿਰ। ਤੋ ਸੇਵਾ ਨਿਸ਼ਕਾਮ, ਕੋਈ ਵਿੱਚ ਲਾਲਚ ਨਾ ਜੁੜਿਆ ਹੋਵੇ, ਬਿਲਕੁਲ ਉਹਨੂੰ ਸਮਰਪਿਤ ਹੋ ਕੇ ਸੇਵਾ ਕਰਨੀ। ਤੋ ਸਤਿਗੁਰੂ ਦੀ ਸੇਵਾ ਤੋਂ ਬਿਨਾਂ ਜੋਗ ਹੋ ਹੀ ਨਹੀਂ ਸਕਦਾ। ਜੋਗਿਓ ਸਿੱਧੋ, ਬਿਨ ਸਤਿਗੁਰ ਭੇਂਟੇ ਮੁਕਤ ਨਾ ਕੋਈ। ਸਤਿਗੁਰੂ ਦੀ ਭੇਂਟਾ ਤੋਂ ਬਿਨਾਂ ਕੋਈ ਮੁਕਤ ਨਹੀਂ ਹੋ ਸਕਦਾ। ਭੇਂਟਾ ਸ਼ਬਦ ਕਈ ਵਾਰ ਵਿਚਾਰ ਆ ਲਈ। ਦਾਸਰੇ ਨੂੰ ਇਹ ਸਮਗਰਤਾ ਵਿੱਚ ਪਹਿਲਾਂ ਜਦੋਂ ਵਿਚਾਰਾਂ ਹੋਈਆਂ ਕਈ ਵਾਰ, ਉਦੋਂ ਤੋਂ ਇਸ ਗੱਲ ਦੀ ਸਮਝ ਆਈ ਹੈ ਵੀ ਭੇਂਟਾ ਸ਼ਬਦ ਕਿੰਨਾ ਕੀਮਤੀ ਹੈ। ਬੇਸ਼ੱਕ ਸਿੱਖ ਜਗਤ ਵਿੱਚ ਇਹ ਜਿਹੜੀ ਅੰਦਰੂਨੀ ਭੇਂਟਾ ਹੁੰਦੀ ਹੈ, ਇਹਦਾ ਬਹੁਤਾ ਮੁਤਾਲਾ ਨਹੀਂ ਕਰਿਆ ਜਾਂਦਾ, ਪਰ ਅਸਲ ਵਿੱਚ ਭੇਂਟਾ ਅੰਦਰ ਤੋਂ ਹੁੰਦੀ ਹੈ। ਬਿਨ ਸਤਿਗੁਰ ਭੇਂਟੇ ਨਾਮ ਪਾਇਆ ਨਾ ਜਾਏ। ਉਸ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਭੇਂਟਾ ਮਸਟ ਹੈ। ਬਿਨ ਸਤਿਗੁਰ ਭੇਂਟੇ ਮਹਾਂ ਦੁੱਖ ਪਾਏ। ਮਿਲਣਾ ਹੀ ਮਿਲਣਾ ਮਹਾਂ ਦੁੱਖ, ਜਿੰਨਾ ਚਿਰ ਅੰਦਰ ਤੋਂ ਸਤਿਗੁਰੂ ਦਾ ਮਿਲਾਪ ਨਹੀਂ ਹੁੰਦਾ। ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ। ਬਿਨ ਸਤਿਗੁਰ ਭੇਂਟੇ ਮਹਾਂ ਗਰਭ ਗੁਵਾਰ। ਸਤਿਗੁਰੂ ਦੀ ਭੇਂਟ ਤੋਂ ਬਿਨਾਂ ਬਹੁਤ ਜ਼ਿਆਦਾ ਗੁਮਾਨ ਹੀ ਗੁਮਾਨ ਹੈ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ। ਨਹੀਂ ਸਮਝ ਆਉਂਦੀ ਕੁਛ ਵੀ ਹਉਮੈ ਦੇ ਵਿੱਚ। ਨਾਨਕ ਬਿਨ ਗੁਰ ਮੁਆ ਜਨਮ ਹਾਰ। ਜਨਮ ਹਾਰ ਕੇ ਮਰ ਕੇ ਚਲੇ ਜਾਂਦਾ ਇੱਥੋਂ, ਗੁਰੂ ਤੋਂ ਬਿਨਾਂ, ਗੁਰੂ ਦੀ ਭੇਂਟ ਤੋਂ ਬਿਨਾਂ। ਗੁਰਮੁਖ ਮਨ ਜੀਤਾ ਹਉਮੈ ਮਾਰ। ਗੁਰੂ ਦੇ ਰਾਹੀਂ ਜੱਗ ਜਿੱਤਿਆ ਜਾਂਦਾ ਹੈ ਔਰ ਹਉਮੈ ਮਰ ਜਾਂਦੀ ਹੈ।
ਮਨ ਜੀਤੇ ਜਗ ਜੀਤ। ਜੇ ਮਨ ਨੂੰ ਜਿੱਤ ਲਿਆ, ਹਉਮੈ ਮਾਰ ਲਈ, ਤਾਂ ਜੱਗ ਜਿੱਤਿਆ ਗਿਆ, ਅਦਰਵਾਈਜ਼ ਨਹੀਂ। ਸਿਕੰਦਰ ਵਰਗੇ ਇਸ ਤੋਂ ਦੁਨੀਆ ਨੂੰ ਜਿੱਤ ਕੇ ਖਾਲੀ ਹੱਥ ਗਏ। ਗੁਰਮੁਖ ਸਾਚ ਰੱਖਿਆ ਔਰ ਧਾਰ। ਗੁਰੂ ਦੇ ਰਾਹੀਂ ਅੰਦਰ ਸੱਚ ਨੂੰ ਟਿਕਾਉਣਾ। ਸੱਚ ਉਦੋਂ ਹੀ ਟਿਕਣਾ ਜਦੋਂ ਹਉਮੈ ਮਰ ਗਈ। ਗੁਰਮੁਖ ਜੱਗ ਜੀਤਾ, ਜਮਕਾਲ ਮਾਰ ਬਿਦਾਰ। ਗੁਰਮੁਖ ਜੱਗ ਨੂੰ ਜਿੱਤ ਲੈਂਦਾ, ਮਨਮੁਖ ਹਾਰ ਕੇ ਜਾਂਦਾ, ਜਮਕਾਲ ਨੂੰ ਮਾਰ ਕੇ ਭਜਾ ਦਿੰਦਾ, ਅਮਰ ਹੋ ਜਾਂਦਾ ਹੈ ਗੁਰਮੁਖ। ਜਿੰਨੇ ਵੀ ਗੁਰਬਾਣੀਕਾਰ ਹੈ, ਮਹਾਂਪੁਰਸ਼ ਹੈ, ਸਾਰੇ ਹੀ ਅਮਰ ਹੈ। ਕਬੀਰ ਜੀ ਬਨਾਰਸ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਥੋੜ੍ਹੇ ਜਿਹੇ ਲੋਕ ਉਦੋਂ ਜਾਣਦੇ ਸੀ ਉਹਨਾਂ ਨੂੰ। ਉਹਨਾਂ ਨੇ ਵੀ ਬਲਕਿ ਉਹਨਾਂ ਨੂੰ ਯਾਤਨਾਵਾਂ ਹੀ ਦਿੱਤੀਆਂ, ਸਰਕਾਰ ਨੇ ਵੀ, ਲੋਕਾਂ ਨੇ ਵੀ। ਪਰ ਅੱਜ ਸਾਰਾ ਸੰਸਾਰ ਉਹਨਾਂ ਨੂੰ ਨਤਮਸਤਕ ਹੁੰਦਾ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਇਆ ਜਾਂਦਾ, ਕਬੀਰ ਜੀ ਦੇ ਨਾਲ ਵੀ, ਕਬੀਰ ਜੀ ਨੂੰ ਵੀ ਮੱਥਾ ਟੇਕਿਆ ਜਾਂਦਾ, ਤੋ ਅਮਰ ਹੋ ਜਾਂਦਾ ਗੁਰਮੁਖ। ਗੁਰਮੁਖ ਦਰਗਾਹ ਨਾ ਆਵੇ ਹਾਰ। ਦਰਗਾਹ ਦੇ ਜਿਹੜੇ ਅਸੂਲ ਨੇ ਉਹ ਅਲੱਗ ਹੈ। ਉੱਥੇ ਗੁਰਮੁਖ ਦੀ ਹਾਰ ਨਹੀਂ ਹੁੰਦੀ ਕਦੇ ਵੀ। ਸੰਸਾਰ ਭਾਵੇਂ ਐਂ ਸਮਝੇ ਵੀ ਅਸੀਂ ਕਿਸੇ ਗੁਰਮੁਖ ਨੂੰ ਦੁਨਿਆਵੀ ਮੌਤ ਦੇ ਦਿੱਤੀ ਹੈ, ਖਤਮ ਹੋ ਗਿਆ, ਨਹੀਂ, ਖਤਮ ਨਹੀਂ ਹੁੰਦਾ ਕਦੇ ਵੀ। ਗੁਰਮੁਖ ਹਮੇਸ਼ਾ ਹੀ ਦਰਗਾਹ ਦੇ ਵਿੱਚ ਜਿੱਤ ਕੇ ਜਾਂਦਾ ਹੈ, ਮੁੱਖ ਉਜਲਾ ਹੁੰਦਾ ਉਹਦਾ। ਜਿਹੜੇ ਇੱਥੇ ਮੁੱਖ ਆਪਣਾ ਆਪ ਨੂੰ ਉਜਲਾ ਸਮਝਦੇ ਹੈ, ਹਉਮੈ ਵਿੱਚ ਜਿਹੜੇ ਰਾਜੇ ਵਗੈਰਾ ਹੁੰਦੇ ਆ, ਉਹਨਾਂ ਦਾ ਮੂੰਹ ਦਰਗਾਹ ਦੇ ਵਿੱਚ ਕਾਲਾ ਹੁੰਦਾ। ਗੁਰਮੁਖ ਮੇਲ ਮਿਲਾਏ ਸੋ ਜਾਣੇ। ਜੇ ਪਰਮਾਤਮਾ ਗੁਰੂ ਦੇ ਰਾਹੀਂ ਸਾਨੂੰ ਮੇਲ ਮਿਲਾ ਦੇਵੇ, ਉਹੀ ਜਾਣ ਸਕਦਾ ਹੈ। ਕਿਉਂਕਿ ਪਰਮਾਤਮਾ ਨੇ ਗੁਰਮੁਖ ਦਾ ਮਿਲਾਪ ਕਰਾਉਣਾ। ਨਾਨਕ ਗੁਰਮੁਖ ਸ਼ਬਦ ਪਛਾਣੇ। ਸ਼ਬਦ ਦੇ ਰਾਹੀਂ ਗੁਰਮੁਖ ਸਾਨੂੰ ਪਰਮਾਤਮਾ ਦੀ ਸੋਝੀ ਦਿੰਦਾ। ਸ਼ਬਦ ਹੈ ਘਰ ਨਵੇੜਾ, ਸੁਣ ਤੂੰ ਔਧੂ, ਬਿਨ ਨਾਮੇ ਜੋਗ ਨਾ ਹੋਈ। ਹੁਣ ਸ਼ਬਦ ਦਾ ਨਵੇੜਾ ਸਮਝਾ ਰਹੇ ਹਾਂ ਸਿੱਧਾਂ ਨੂੰ। ਇਹ ਅਦੂਤੋ ਨਾਮ ਤੋਂ ਬਿਨਾਂ ਜੋਗ ਨਹੀਂ ਹੈ। ਆ ਤੁਸੀਂ ਜਿਹੜਾ ਗੋਦੜੀ ਪਾਈ ਫਿਰਦੇ, ਡੰਡਾ ਹੱਥ 'ਚ ਪਕੜਿਆ ਹੋਇਆ, ਚਿੱਪੀ ਪਕੜੀ ਹੋਈ ਹੈ, ਇਹ ਜੋਗ ਨਹੀਂ ਹੈ, ਇਹ ਭੇਖ ਹੈ। ਨਾਮ ਦਾ ਤਲਕ ਅੰਦਰ ਤੋਂ ਹੈ। ਨਾਮੇ ਰਾਤੇ ਅਨਦਿਨ ਮਾਤੇ, ਨਾਮੇ ਤੇ ਸੁੱਖ ਹੋਈ। ਫਿਰ ਨਾਮ ਦੇ ਵਿੱਚ ਦਿਨ ਰਾਤ ਬੰਦਾ ਮਸਤ ਰਹਿੰਦਾ ਹੈ। ਨਾਮ ਤੋਂ ਹੀ ਆਨੰਦ ਪ੍ਰਾਪਤ ਹੁੰਦਾ ਹੈ। ਨਾਮੇ ਨਾਨਕ ਨਾਮੇ ਲਾਏ ਸਵਾਰਿਆਨ, ਸ਼ਬਦੇ ਲਏ ਮਿਲਾਏ। ਸ਼ਬਦ ਨਾਲ ਮਿਲਾ ਲੈਂਦਾ ਹੈ ਗੁਰੂ ਦੇ ਰਾਹੀਂ, ਤੇ ਨਾਮ ਦੇ ਨਾਲ ਨਿਖਾਰ ਦਿੰਦਾ, ਸਵਾਰ ਦਿੰਦਾ। ਤੋ ਸਾਧ ਸੰਗਤ ਜੀਓ, ਸ਼ਬਦ ਔਰ ਨਾਮ ਬੇਸ਼ੱਕ ਇੱਕ ਵੀ ਹੈ, ਦੋ ਵੀ ਹੈ, ਭੇਦਾ ਭੇਦ ਹੈ। ਸ਼ਬਦ ਤੋਂ ਹੀ ਨਾਮ ਪੈਦਾ ਹੁੰਦਾ ਅੰਦਰ। ਸ਼ਬਦ ਨੇ ਸਾਨੂੰ ਹਉਮੈ ਦੇ ਉੱਤੇ ਟਕੋਰ ਮਾਰ ਕੇ ਸਾਡੀ ਹਉਮੈ ਤੋੜਨੀ ਹੈ, ਅੰਦਰੋਂ ਨਾਮ ਪ੍ਰਗਟ ਕਰ ਦੇਣਾ। ਇਸੇ ਕਰਕੇ ਗੁਰਮੁਖ ਲੋਕ ਜ਼ਿਆਦਾਤਰ ਜਿਹੜੇ ਹੁੰਦੇ ਆ, ਉਹ ਫਿਰ ਇੱਕ ਸ਼ਬਦ ਪਰ ਆ ਜਾਂਦੇ ਆ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਬਿਨ ਨਾਵੇ ਭੇਖ ਕਰੈ ਬਹੁ ਤੇਰੇ, ਸੱਚੈ ਆਪ ਖੁਆਈ। ਨਾਮੇ ਹੀ ਤੇ ਸਭ ਪ੍ਰਗਟ ਹੋਵੇ, ਨਾਮੇ ਸੋਝੀ ਪਾਈ। ਨਾਮ ਹੀ ਤੋਂ ਸਾਰਾ ਇਹ ਪਸਾਰਾ ਹੁੰਦਾ ਹੈ। ਨਾਮ ਤੋਂ ਹੀ ਸੋਝੀ ਪੈਂਦੀ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਬਿਨ ਨਾਮੈ ਭੇਖ ਕਰੈ ਬਹੁ ਤੇਰੇ, ਸੱਚੈ ਆਪ ਖੁਆਈ। ਭੇਖ ਕਰਨ ਵਾਲੇ ਬਿਨਾਂ ਨਾਮ ਤੋਂ ਸਾਰਾ ਸੰਸਾਰ ਲਗਭਗ ਉਹ ਪਰਮਾਤਮਾ ਨੇ ਆਪ ਭੁਲਾਏ ਹੋਏ ਆ। ਜਿਹਨੂੰ ਆਪਣੇ ਪਾਸੇ ਜੋੜਨਾ ਹੁੰਦਾ ਕਿਸੇ ਨੂੰ, ਉਹਨੂੰ ਗੁਰੂ ਦੇ ਰਾਹੀਂ, ਸ਼ਬਦ ਦੇ ਰਾਹੀਂ ਜੋੜ ਕੇ ਕੱਢ ਲੈਂਦਾ। ਬਾਕੀ ਸਾਰੇ ਭਟਕਾਏ ਹੋਏ। ਕੋਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਿਗੁਰ ਤੇ ਨਾਮ ਪਾਈਏ ਔਧੂ, ਜੋਗ ਜੁਗਤ ਨਾ ਹੋਈ। ਜੇ ਨਾਮ ਸਤਿਗੁਰੂ ਤੋਂ ਮਿਲੇ, ਪੂਰੇ ਸਤਿਗੁਰੂ, ਸੱਚੇ ਸਤਿਗੁਰੂ ਤੋਂ, ਤਾਂ ਜੋਗ ਜੁਗਤ ਹੁੰਦੀ ਹੈ, ਅਦਰਵਾਈਜ਼ ਕੋਈ ਜੁਗਤੀ ਨਹੀਂ ਹੈ। ਨਾਮ ਪਖੰਡੀਆਂ ਤੋਂ ਨਹੀਂ ਮਿਲਦਾ ਕਦੇ ਵੀ। ਬਹੁਤ ਡੇਰੇਦਾਰੀ ਹੈ ਪੰਜਾਬ 'ਚ। ਸਤਿਗੁਰੂ ਪੂਰਾ ਹੋਵੇ। ਤੇ ਸਿੱਖ ਮੱਤ ਦੇ ਵਿੱਚ ਇਨੀਸ਼ੀਏਸ਼ਨ ਹੈ 5 ਪਿਆਰਿਆਂ ਦੇ ਰਾਹੀਂ, ਬੈਪਟਿਜ਼ਮ ਕਹਿੰਦੇ ਜਿਹਨੂੰ। ਉਹ 5 ਪਿਆਰੇ ਸਾਨੂੰ ਦੀਖਿਆ ਦਿੰਦੇ, ਸਿੱਖਿਆ ਦਿੰਦੇ, ਦੀਖਿਆ ਦਿੰਦੇ, ਦੋਨੋਂ ਦਿੰਦੇ। ਨਾਮ ਨਾਲ ਜੋੜਦੇ, ਸ਼ਬਦ ਨਾਲ ਜੋੜਦੇ।
ਸਾਡਾ ਜਿਹੜਾ ਬਾਹਰਲੀ ਜਿਹੜੀ ਦਸ਼ਾ ਹੈ ਉਹਨੂੰ ਠੀਕ ਕਰਦੇ ਹਾਂ। ਅਤੇ ਅੰਦਰਲੀ ਦਿਸ਼ਾ ਨੂੰ ਠੀਕ ਕਰਨ ਖਾਤਰ ਸਾਨੂੰ ਨਾਮ ਨਾਲ ਜੋੜਦੇ ਹਾਂ, ਸ਼ਬਦ ਨਾਲ ਜੋੜਦੇ ਹਾਂ। 5 ਬਾਣੀਆਂ ਦਾ ਪਾਠ ਹੁੰਦਾ ਹੈ। ਇਹ ਸਤਿਗੁਰੂ ਨੂੰ ਪਾਉਣ ਦੀ ਇੱਕ ਵਿਧੀ ਹੈ। ਸਤਿਗੁਰੂ ਕਿਉਂਕਿ ਸ਼ਬਦ ਹੈ, ਜਾਂ 5 ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਿੰਨਾ ਚਿਰ ਉਹ ਰਹਿੰਦੇ ਆ ਉਹ ਸਾਡੇ ਗੁਰੂ ਹੁੰਦੇ। ਜੇ ਹਜ਼ੂਰੀ ਤੋਂ ਬਾਹਰ ਆ ਗਏ ਫਿਰ ਨਹੀਂ। ਇਹ ਸਮਝਿਆ ਜਾਂਦਾ ਹੈ ਵੀ 5 ਪਿਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪਰਮਾਤਮਾ ਦੀ ਰੂਹ ਹੈ ਜਿਹੜੀ ਉਹ ਹਲੂਲ ਹੁੰਦੀ ਹੈ, ਉਹ ਸ਼ਾਮਿਲ ਹੁੰਦੀ ਹੈ। ਤੋ ਸਿੱਖ ਮੱਤ ਵਿੱਚ ਇਹ ਦੋਨੋਂ ਚੀਜ਼ਾਂ ਪ੍ਰਵਾਨ ਹੈ, ਆਤਮਾ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ। ਗੁਰਬਾਣੀ ਦੀ ਜਿਹੜੀ ਸਿੱਖਿਆ ਹੈ ਉਹਨੂੰ ਪੰਥ ਲਾਗੂ ਕਰਦਾ, ਸਰੀਰ ਵਿੱਚ ਆਉਂਦਾ, ਕਿਉਂਕਿ ਗੁਰਬਾਣੀ ਸਰੀਰਾਂ ਵਿੱਚ ਵਰਤਦੀ ਹੈ। ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੇਂ ਮੁਕਤ ਨਾ ਹੋਈ। ਦੇਖ ਲਓ ਵਿਚਾਰ ਕਰਕੇ, ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹੈ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਤੇਰੀ ਗਤ ਮਿੱਤ ਤੂੰ ਹੈ ਜਾਣੈ, ਕਿਆ ਕੋ ਆਖ ਬਖਾਣੈ। ਇਹ ਵਾਹਿਗੁਰੂ ਜੀ, ਉਹ ਤੇਰੀ ਗਤ ਮਿੱਤ ਤੂੰ ਕਿੱਡਾ ਵੱਡਾ ਹੈ, ਤੂੰ ਹੀ ਜਾਣਦਾ। ਦੂਜਾ ਕੋਈ ਕਿਆ ਕਹਿ ਸਕਦਾ? ਜੇ ਤੇਰੇ ਵਰਗਾ ਹੋਵੇ ਤਾਂ ਕਹੇ। ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ। ਗੁਪਤ ਵੀ ਤੂੰ ਹੀ ਵਰਤ ਰਿਹਾ, ਪ੍ਰਗਟ ਵੀ ਤੂੰ ਹੀ ਹੈ, ਨਿਰਗੁਣ ਵੀ ਆਪ ਹੈ, ਸਰਗੁਣ ਵੀ ਉਹੀ ਹੈ, ਤੂੰ ਹੀ ਹੈ। ਸਭ ਰੰਗਾਂ ਵਿੱਚ ਤੂੰ ਹੀ ਹੈ। ਮੱਛੀ ਵੀ ਤੂੰ ਹੀ ਹੈ, ਮਾਛਲੀ ਵੀ ਤੂੰ ਹੀ ਹੈ, ਜਾਲ ਵੀ ਤੂੰ ਹੀ ਹੈ, ਜਿਹੜਾ ਵਿੱਚ ਮਣਕੜਾ ਉਹ ਵੀ ਤੂੰ ਹੀ ਹੈ। ਅਤੇ ਮਾਇਆ ਦਾ ਜਿਹੜਾ ਜਾਲ ਹੈ ਮੱਛੀ ਨੂੰ ਫਸਾਉਣ ਖਾਤਰ ਹੁੰਦਾ, ਉਹ ਵੀ ਤੂੰ ਹੀ ਹੈ। ਤੂੰ ਹੀ ਵਕਤਾ ਹੈ, ਤੂੰ ਹੀ ਚੁੱਪ ਧਾਰੀ ਬੈਠਾ, ਮੌਨ ਧਾਰੀ ਬੈਠਾ, ਤੂੰ ਹੀ ਫੁੱਲ ਹੈ, ਤੂੰ ਹੀ ਕੰਡਾ ਹੈ, ਤੂੰ ਹੀ ਅੰਮ੍ਰਿਤ ਪੀਂਦਾ ਪਿਲਾਉਂਦਾ ਹੈ, ਅਤੇ ਤੂੰ ਹੀ ਠੇਕੇ 'ਚ ਬੈਠਾ ਸ਼ਰਾਬੀ ਦੇ ਰੂਪ 'ਚ ਵੀ ਤੂੰ ਹੀ ਹੈ। ਸਭ ਕੁਛ ਤੂੰ ਹੀ ਹੈ। ਸਮਝਣ ਦਾ ਅੰਤਰ ਹੈ ਬਸ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੈ ਫੁਰਮਾਣੇ। ਜਿਹੜੇ ਅਜੇ ਸਾਧਨਾ 'ਚ ਲੱਗੇ ਹੋਏ ਆ ਉਹ, ਅਤੇ ਪੁੱਗੇ ਹੋਏ ਸਿੱਧ, ਜਿਨ੍ਹਾਂ ਕੋਲ ਸਿੱਧੀਆਂ ਆ ਜਾਂਦੀਆਂ ਸ਼ਕਤੀਆਂ ਦੁਨੀਆਂ ਦੀਆਂ, ਉਹ ਵੀ ਸੋ ਕਾਲਡ ਗੁਰੂ ਔਰ ਚੇਲੇ ਸਭ ਤੇਰੇ ਹੁਕਮ ਦੇ ਵਿੱਚ ਤੈਨੂੰ ਖੋਜਤ ਫਿਰਦੇ। ਪ੍ਰਾਪਤੀ ਕਿਸੇ ਨੂੰ ਨਹੀਂ ਹੈ ਉਹਨਾਂ ਨੂੰ। ਪੂਰਾ ਗੁਰੂ ਹੋਵੇ ਤਾਂ ਪ੍ਰਾਪਤੀ ਹੋ ਸਕਦੀ ਹੈ, ਕੱਚੇ ਤੋਂ ਹੁੰਦਾ ਨਹੀਂ। ਕਾਚੇ ਗੁਰ ਤੇ ਮੁਕਤ ਨਾ ਹੁਆ। ਉਹਨਾਂ ਨੇ ਤਾਂ ਆਪ ਵੀ ਡੁੱਬਣਾ, ਸਾਨੂੰ ਵੀ ਨਾਲ ਡੋਬ ਦੇਣਾ। ਮੰਗੈ ਨਾਮ ਪਾਏ ਇਹ ਭਿਖਿਆ। ਮੰਗਦੇ ਆ ਨਾਮ ਵੀ ਸਾਨੂੰ ਇਹ ਭਿਖਿਆ ਪਾ ਦੇ, ਤੇਰੇ ਦਰਸ਼ਨ ਤੋਂ ਕੁਰਬਾਨ ਜਾਂਦੇ। ਸਭ ਲੋਕ ਮੰਗਦੇ, ਜਿਹਨੂੰ ਅਸੀਂ ਪੁੱਗੇ ਹੋਏ ਸਮਝਦੇ ਹਾਂ ਉਹ ਵੀ ਤੇਰੇ ਦਰ ਤੇ ਭਿਖਾਰੀ ਹੈ, ਮੰਗਦੇ ਆ ਤੇਰੇ ਤੋਂ। ਸਾਨੂੰ ਸਮਝ ਨਹੀਂ ਹੁੰਦੀ ਵੀ ਇਹ ਵੀ ਅਧੂਰੇ ਹੈ, ਅਸੀਂ ਉਹਨਾਂ ਨੂੰ ਪੂਰੇ ਸਮਝ ਕੇ ਬਹਿ ਜਾਂਦੇ ਹਾਂ ਔਰ ਫਿਰ ਦੁੱਖ ਪਾਉਂਦੇ। ਅਵਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ। ਉਹ ਨਾਸ਼ ਰਹਿਤ ਵਾਹਿਗੁਰੂ ਨੇ ਇਹ ਖੇਲ ਬਣਾਇਆ, ਪ੍ਰਪੰਚ ਬਣਾਇਆ ਹੋਇਆ। ਇਹਦੀ ਸੋਝੀ ਗੁਰਮੁਖਾਂ ਦੁਆਰਾ ਹੁੰਦੀ ਹੈ, ਗੁਰੂ ਰਾਹੀਂ। ਗੁਰੂ ਵੱਲ ਨੂੰ ਜੇ ਮੁੱਖ ਕਰ ਲਈਏ ਫਿਰ ਹੁੰਦੀ ਹੈ, ਗੁਰੂ ਤੋਂ ਬਿਨਾਂ ਨਹੀਂ ਹੁੰਦੀ ਹੈ। ਕਿਸੇ ਫਲਸਫੇ ਦੇ ਨਾਲ, ਦੁਨਿਆਵੀ ਫਲਸਫੇ ਨਾਲ ਇਹ ਸੋਝੀ ਨਹੀਂ ਹੁੰਦੀ। ਬੜੇ ਬੜੇ ਥਿੰਕਰ ਹੋਏ ਦੁਨੀਆ ਦੇ ਵਿੱਚ ਹੈ, ਉਹ ਵੀ ਹੁਕਮ ਦੇ ਵਿੱਚ। ਕਿਸੇ ਭੇਖ ਨਾਲ, ਵਿਅਕਤੀ ਵਿਸ਼ੇਸ਼ ਨਾਲ, ਭੇਖ ਵਿਸ਼ੇਸ਼ ਨਾਲ, ਜਾਂ ਕਿਸੇ ਹੋਰ ਚਾਲ ਚੱਲਣ ਵਿਸ਼ੇਸ਼ ਨਾਲ, ਖਾਣ ਪੀਣ ਵਿਸ਼ੇਸ਼ ਨਾਲ ਇਹ ਮੁਕਤੀ ਨਹੀਂ ਹੁੰਦੀ ਭਾਈ। ਇਹ ਤਾਂ ਗੁਰੂ ਤੋਂ ਹੀ ਪਤਾ ਚੱਲਦਾ ਹੈ ਸਭ ਕਾਸੇ ਦਾ। ਇਸੇ ਕਰਕੇ ਸ਼ਬਦ ਦੀ ਵਡਿਆਈ ਹੈ, ਸ਼ਬਦ ਗੁਰੂ ਹੈ। ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਸਾਰਿਆਂ ਯੁੱਗਾਂ ਵਿੱਚ ਉਹੀ ਵਰਤ ਰਿਹਾ, ਉਹੀ ਮੁਕਤੀ ਦਾ ਦਾਤਾ ਰਿਹਾ। ਦੂਜਾ ਤਾਂ ਹੋਰ ਕੋਈ ਹੈ ਹੀ ਨਹੀਂ। ਇੱਥੇ ਇੱਕ ਵਿਚਾਰ ਕਰਨ ਵਾਲੀ ਸਾਧ ਸੰਗਤ ਜੋ ਪੰਡਿਤ ਨੇ ਗ੍ਰੰਥਾਂ ਦੇ ਵਿੱਚ ਯੁੱਗਾਂ ਨੂੰ 4 ਯੁੱਗਾਂ 'ਚ ਵੰਡਿਆ ਸਮੇਂ ਨੂੰ, ਸਤਯੁਗ, ਦੁਆਪਰ, ਤ੍ਰੇਤਾ ਅਤੇ ਕਲਯੁਗ। ਇਹਦੀ ਵਿਚਾਰ ਵੀ ਗੁਰਬਾਣੀ 'ਚ ਆਉਂਦੀ ਹੈ, ਲੇਕਿਨ ਇਹ ਕਿਸ ਸੰਦਰਭ 'ਚ ਆਉਂਦੀ ਹੈ, ਇਹ ਗੱਲ ਵਿਚਾਰਨ ਵਾਲੀ ਹੈ। ਗੁਰਬਾਣੀਕਾਰਾਂ ਨੇ ਐਜ ਸੱਚ ਸਮੇਂ ਦੀ ਵੰਡ ਨੂੰ ਸਵੀਕਾਰ ਨਹੀਂ ਕਰਿਆ। ਜਿਵੇਂ ਸਤਯੁਗ ਸੱਚ ਕਹੇ ਸਭ ਕੋਈ, ਇਹ ਉਹਨਾਂ ਦੇ ਖਿਆਲ ਨੂੰ ਗੁਰਬਾਣੀ 'ਚ ਦੱਸਿਆ ਹੋਇਆ ਵੀ ਉਹ ਇਸ ਤਰ੍ਹਾਂ ਕਹਿੰਦੇ ਆ।
ਨਹੀਂ ਭਾਈ, ਸਭ ਯੁੱਗ ਮੈਂ ਨਾਮ ਉੱਤਮ ਹੋਈ, ਗੁਰਬਾਣੀ ਦਾ ਫੈਸਲਾ ਇਹ ਹੈ। ਕਿਸੇ ਯੁੱਗ ਵਿੱਚ ਜੱਗਾਂ ਨਾਲ ਜਾਂ ਕਿਸੇ ਹੋਰ ਕਰਮ ਵਿਸ਼ੇਸ਼ ਨਾਲ ਨਹੀਂ ਮੁਕਤੀ ਹੋਈ ਹੈ ਕਿਸੇ ਦੀ, ਕੇਵਲ ਨਾਮ ਨਾਲ ਮੁਕਤੀ ਹੁੰਦੀ ਹੈ। ਤੋ ਯੁੱਗ ਕਿਵੇਂ ਹੋ ਗਏ ਅਲੱਗ? ਫਿਰ ਗੁਰਬਾਣੀ ਦਾ ਨਿਸ਼ਚਾ ਇਹ ਹੈ, ਜੋ ਸਮਝ ਆਈ ਹੈ, ਵੀ ਜੇ ਜਿਹਨੂੰ ਆਪਾਂ ਸਤਿਯੁਗ ਕਹਿੰਦੇ ਆ, ਪਹਿਲਾ ਸਮਾਂ, ਉਹਦੇ ਵਿੱਚ ਵੀ ਦੇਵਤਿਆਂ ਨੇ ਉਹ ਲੱਛਣ ਕਰੇ ਆ ਜਿਹੜੇ ਮਨੁੱਖ ਹੁਣ ਵੀ ਨਹੀਂ ਕਰ ਸਕਦਾ। ਤੋ ਸਤਿਯੁਗ ਕਿਵੇਂ ਹੋ ਗਿਆ? ਸਤਿਯੁਗ ਦਾ ਤਾਲੁਕ ਮਨ ਦੀ ਅਵਸਥਾ ਨਾਲ ਹੈ, ਜਾਂ ਕਿਸੇ ਵੀ ਯੁੱਗ ਦਾ ਤਾਲੁਕ ਮਨ ਦੀ ਅਵਸਥਾ ਨਾਲ ਹੈ। ਜੇ ਮਨ ਵਿੱਚ ਸ਼ਾਂਤੀ ਹੈ, ਨਾਮ ਹੈ, ਪ੍ਰੇਮ ਹੈ, ਤਾਂ ਅੱਜ ਕੱਲ੍ਹ ਦੇ ਕਲਯੁੱਗ ਵਿੱਚ ਵੀ ਉਹ ਸਤਿਯੁਗ ਹੈ, ਸਤਿਯੁਗੀ ਜੀਵ ਹੈ। ਅਤੇ ਜੇ ਪਹਿਲੇ ਸਮਿਆਂ ਜਿਹਨੂੰ ਸਤਿਯੁਗ ਕਹਿੰਦੇ, ਜਦੋਂ ਉਦੋਂ ਮਨ ਵਿੱਚ ਕਲੇਸ਼ ਸੀਗਾ, ਦੂਜਾ ਸੀਗਾ, ਦੁਵੈਤ ਸੀਗੀ, ਉਹਨਾਂ ਵਾਸਤੇ ਉਦੋਂ ਵੀ ਕਲਯੁੱਗ ਸੀਗਾ। ਇਹ ਥਾਟ ਹੈ ਗੁਰਬਾਣੀ ਦਾ। ਹਵਾਲੇ ਤਾਂ ਦੇਣੇ ਪੈਣੇ, ਕਿਉਂਕਿ ਪਹਿਲੀ ਸਭਤਾ ਤੋਂ ਜੋ ਕੁਝ ਸਾਨੂੰ ਮਿਲਿਆ ਹੋਇਆ, ਲੋਕਾਂ ਦੀ ਚੇਤਨਾ 'ਚ ਉਹ ਵਸਿਆ ਹੋਇਆ ਸੀਗਾ, ਉਹਦੇ ਹਵਾਲੇ ਦੇ ਕੇ ਮਿਥਿਹਾਸ ਦੇ ਤਾਂ ਹੀ ਆਪਣੀ ਗੱਲ ਸਮਝਾਉਣੀ ਪੈਂਦੀ। ਸੋ ਸਮੇਂ ਅਨੁਸਾਰ ਕੋਈ ਬਹੁਤਾ ਮਹੱਤਵ ਨਹੀਂ ਹੈ ਇਸ ਗੱਲ ਦਾ ਵੀ ਕਿਹੜਾ ਯੁੱਗ ਸੀਗਾ। ਔਰ ਸਿੱਧਾਂ ਨੇ ਪ੍ਰਸ਼ਨ ਵੀ ਇਹੀ ਕਰਿਆ ਸੀਗਾ ਪਹਿਲਾਂ ਸ਼ੁਰੂ ਵਿੱਚ, ਵੀ ਕਿਹੜੇ ਯੁੱਗ ਵਿੱਚ ਕਿਹਦਾ ਪਹਿਰਾ ਹੈ। ਹੁਣ ਕੀ ਤੋਂ ਸਿੱਖਿਆ ਲੈਣ ਦਾ ਸਾਡਾ ਮੰਤਵ ਹੈ। ਇਹ ਗੁਰੂ ਨਾਨਕ, ਜਿਹਨੂੰ ਉਹ ਚੇਲਾ ਜਾਂ ਬਾਲਕਾ ਹੀ ਕਹਿੰਦੇ ਸੀਗੇ, ਵੀ ਇਹ ਦੱਸ ਵੀ ਹੁਣ ਕੀ ਤੋਂ ਸਿੱਖਿਆ ਲੈਣ ਦਾ ਸਮਾਂ ਹੈ, ਸਾਨੂੰ ਇਹ ਗੱਲ ਸਮਝਾ ਦੇ। ਤੋ ਉਹ ਫਿਰ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਸਮਝਾਈ ਸੀਗੀ ਵੀ ਸਦਾ ਤੋਂ ਹੀ ਗੁਰੂ ਤੋਂ ਸਿੱਖਿਆ ਮਿਲਦੀ ਆਈ ਹੈ। ਗੁਰੂ ਹੀ ਨਾਮ ਦੇ ਕੇ ਕਿਸੇ ਬੰਦੇ ਦਾ ਆਧਾਰ ਕਰਦਾ, ਹੋਰ ਕਿਸੇ ਵੀ ਸੂਰਤ ਵਿੱਚ, ਕਿਸੇ ਵੀ ਯੁੱਗ ਦੇ ਵਿੱਚ ਨਾਮ ਤੋਂ ਬਿਨਾਂ ਕੋਈ ਵੀ ਸਾਡਾ ਮੁਕਤੀ ਦਾਤਾ ਨਹੀਂ ਹੋਇਆ। ਕਵਨ ਤੁਮੇ ਕਿਆ ਨਾਮ ਤੁਮਹਾਰਾ, ਕੌਣ ਮਾਰਗ ਕੌਣ ਸੁਆਓ, ਇਹ ਸਵਾਲ ਕਰਦੇ ਸਿੱਧ ਸ਼ੁਰੂਆਤ ਵਿੱਚ, ਸਿੱਧ ਗੋਸ਼ਟ ਵਿੱਚ। ਤੋ ਉਹ ਸਮਝਦੇ ਸੀਗੇ ਵੀ ਹਰ ਯੁੱਗ ਦੇ ਵਿੱਚ, ਜਿਵੇਂ ਅਸੀਂ ਅੱਜ ਵੀ ਕਈ ਲੋਕ ਸਮਝਦੇ ਹਾਂ ਵੀ ਹਰ ਯੁੱਗ ਦੇ ਵਿੱਚ ਕਿਸੇ ਦਾ ਪਹਿਰਾ ਹੁੰਦਾ, ਕਿਸੇ ਗੁਰੂ ਪੀਰ ਦਾ। ਪਿੱਛੇ ਵੀ ਹੁੰਦਾ ਆਇਆ ਇਸੇ ਤਰੀਕੇ ਨਾਲ, ਯੁੱਗਾਂ ਦੀ ਵੰਡ ਕਰੀ ਹੋਈ ਹੈ। ਇਸ ਤਰ੍ਹਾਂ ਦੀ ਗੱਲ ਗੁਰਬਾਣੀ ਨੇ ਪ੍ਰਵਾਨ ਕਰੀ ਹੋ ਨਹੀਂ ਅਸਲ 'ਚ। ਅਸੀਂ ਕਿਉਂਕਿ ਇਹ ਸ਼ਬਦ ਗੁਰਬਾਣੀ 'ਚ ਆਉਂਦੇ ਹਾਂ ਇਸ ਤਰੀਕੇ ਦੇ, ਸਾਨੂੰ ਲੱਗਦਾ ਵੀ ਸ਼ਾਇਦ ਇਸ ਤਰ੍ਹਾਂ ਗੁਰੂ ਸਾਹਿਬ ਵੀ ਮਾਨਤਾ ਦੇ ਰਹੇ, ਬਾਣੀਕਾਰ ਵੀ ਮਾਨਤਾ ਦੇ ਰਹੇ। ਐਸਾ ਨਹੀਂ ਹੈ। ਤੋ ਗੁਰੂ ਸਾਹਿਬ ਦਾ ਤਾਂ ਉੱਤਰ ਇਹੀ ਸੀ ਸਿੱਧਾਂ ਨੂੰ, ਸਾਰਿਆਂ ਨੂੰ, ਬਈ ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੇ। ਸ਼ਬਦ ਨੂੰ ਸੁਰਤ ਦੇ ਨਾਲ ਜੋੜਨਾ, ਸੁਰਤ ਨੂੰ ਸ਼ਬਦ ਨਾਲ ਜੋੜਨਾ। ਜੀ ਮੈਂ ਪੀ ਵਸੈ ਕਿ ਪੀ ਮੈਂ ਜੀ, ਸ਼ਬਦ ਵਿੱਚ ਸੁਰਤ ਜਾਂ ਸੁਰਤ ਵਿੱਚ ਸ਼ਬਦ, ਬਾਤ ਇੱਕੋ ਹੀ ਹੈ। ਜਦੋਂ ਇਹ ਚੀਜ਼ ਹੋਏਗੀ, ਹਰ ਯੁੱਗ ਵਿੱਚ ਹੁੰਦੀ ਆਈ ਹੈ, ਉਦੋਂ ਹੀ ਕਿਸੇ ਦਾ ਆਧਾਰ ਹੋਇਆ, ਅਦਰਵਾਈਜ਼ ਆਧਾਰ ਨਹੀਂ ਹੋਇਆ ਹੈ ਕਿਸੇ ਦਾ। ਕੇਵਲ ਔਰ ਕੇਵਲ ਸ਼ਬਦ ਦੇ ਨਾਲ ਜੁੜਨਾ, ਨਾਮ ਦੇ ਨਾਲ ਜੁੜਨਾ, ਸ਼ਬਦ ਨੇ ਨਾਮ ਪੈਦਾ ਕਰਨਾ, ਫਿਰ ਸਾਡਾ ਉਧਾਰ ਹੋ ਸਕਦਾ। ਅਦਰਵਾਈਜ਼ ਕੋਈ ਗੁੰਜਾਇਸ਼ ਨਹੀਂ ਹੈ ਕਿਸੇ ਕਿਰਿਆ ਵਿਸ਼ੇਸ਼ ਨਾਲ, ਕਿਸੇ ਕੋਈ ਜਿਹੜਾ ਅਸੀਂ ਬਾਹਰ ਤੋਂ ਭੇਖ ਕਰਦੇ ਹਾਂ, ਭੇਖ ਵਿਸ਼ੇਸ਼ ਨਾਲ ਨਹੀਂ, ਐਸਾ ਕੁਛ ਵੀ ਹੁੰਦਾ ਨਹੀਂ, ਕਿਸੇ ਦਾ ਉਧਾਰ ਹੋ ਸਕਦਾ। ਇਹ ਗੁਰਮਤਿ ਦਾ ਫਲਸਫਾ ਹੈ, ਹੋਰ ਫਲਸਫਿਆਂ ਦਾ ਮੇਲੇ ਨਹੀਂ ਹੈ। ਗੁਰਬਾਣੀ ਨੇ ਸਾਰੇ ਖੰਡਨ ਕਰੇ ਹੋਏ ਆ। ਇਸ ਕਰਕੇ ਸਾਧ ਸੰਗਤ ਜੀਓ, ਸਾਰੀ ਵਿਚਾਰ ਗੁਰਬਾਣੀ ਦੀ ਵਿੱਚ ਸਿੱਧ ਗੋਸ਼ਟ ਵਿੱਚ ਖਾਸ ਕਰਕੇ ਜ਼ੋਰ ਦਿੱਤਾ ਗਿਆ ਵੀ ਗੁਰਮੁਖਾਂ ਦਾ ਮਿਲਾਪ, ਸੰਗਤ ਵਿੱਚ ਜਾਣਾ ਹੈ, ਆਪਣੇ ਆਪ ਨੂੰ ਸਮਝਣਾ ਹੈ ਵੀ ਮੈਂ ਹਉਮੈ 'ਚ ਹੈ, ਫਿਰ ਇਹ ਤਾਂ ਹੀ ਹਉਮੈ ਨਿਕਲੂਗੀ, ਅਦਰਵਾਈਜ਼ ਨਿਕਲ ਨਹੀਂ ਸਕਦੀ। ਜੇ ਅਸੀਂ ਸਮਝਦੇ ਹਾਂ ਵੀ ਸਾਡਾ ਕੱਪੜਾ ਸਾਫ਼ ਹੈ, ਭਾਵੇਂ ਕੋਈ ਮਿੱਟੀ ਮੈਲ ਲੱਗੀ ਹੋਈ ਹੈ, ਪਰ ਸਾਨੂੰ ਲੱਗਦਾ ਵੀ ਸਾਫ਼ ਹੈ, ਫਿਰ ਅਸੀਂ ਕਾਹਤੇ ਧੋਵਾਂਗੇ ਉਹਨੂੰ? ਇਹੀ ਵਿਚਾਰ ਉੱਧਰ ਹੈ। ਜੇ ਮਨ ਨੂੰ ਮੈਲ ਲੱਗੀ ਹੋਈ ਸਮਝੀਏ ਵੀ ਸਾਡੇ ਅੰਦਰ ਵੀ ਹਉਮੈ ਹੈਗੀ ਹੈ, ਚਾਹੇ ਬਰੀਕ ਹੈ ਚਾਹੇ ਮੋਟੀ ਹੈ, ਫਿਰ ਅਸੀਂ ਧੋਵਾਂਗੇ ਸ਼ਬਦ ਦੇ ਨਾਲ ਜੁੜ ਕੇ। ਤੋ ਗੁਰੂ ਪਾਤਸ਼ਾਹ ਫਰਮਾਉਂਦੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੇ। ਇਹ ਹੈ ਸਿਧਾਂਤ ਗੁਰਮਤਿ ਦਾ। ਔਰ ਸਭ ਯੁੱਗਾਂ ਵਿੱਚ ਹੀ ਗੁਰੂ ਪਾਤਸ਼ਾਹ ਫਰਮਾਉਂਦੇ ਆ ਵੀ ਨਾਮ ਤੋਂ ਬਿਨਾਂ ਕਿਸੇ ਦਾ ਆਧਾਰ ਨਹੀਂ ਹੋਇਆ।
ਜੋ ਕੁਛ ਹੁੰਦਾ ਆਇਆ ਉਹ ਡੁਐਲਿਟੀ 'ਚ ਹੈ, ਅਸੀਂ ਉਸੇ ਨੂੰ ਮਾਨਤਾ ਦੇਈ ਬੈਠੇ ਹਾਂ। ਐਸਾ ਕੁਛ ਵੀ ਨਹੀਂ ਹੈ। ਉਹ ਹੁੰਦਾ ਜੋ ਆਇਆ ਉਹ ਡੁਐਲਿਟੀ 'ਚ ਹੋਇਆ, ਉਹਨੂੰ ਅਸੀਂ ਮਾਨਤਾ ਦੇਈ ਬੈਠੇ ਹਾਂ। ਪਰ ਸਾਡਾ ਇਹ ਜਿਹੜਾ ਭਰਮ ਹੈ, ਇਹ ਗੁਰਬਾਣੀ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ ਫਿਰ ਇਹ ਖਤਮ ਹੋ ਸਕਦਾ, ਅਦਰਵਾਈਜ਼ ਹੋ ਹੀ ਨਹੀਂ ਸਕਦਾ ਕਿਸੇ ਦਾ ਵੀ। ਤੋ ਸਾਧ ਸੰਗਤ ਜੀਓ, ਅੱਜ ਸਮਾਪਤੀ ਹੋ ਗਈ ਹੈ ਸਿੱਧ ਗੋਸ਼ਟ ਬਾਣੀ ਦੀ ਵਿਚਾਰ ਦੀ। ਉਸ ਤੋਂ ਬਾਅਦ ਆਪ ਜੀ ਜਿਵੇਂ ਵੀ ਫੈਸਲਾ ਕਰੋਗੇ ਉਹ ਮੁਬਾਰਕ ਹੋਏਗਾ। ਕਿਸੇ ਵੀ ਹੋਰ ਗੁਰਮੁਖ ਨੂੰ ਦਈਏ ਵਡਿਆਈ ਵੀ ਉਹ ਵਿਚਾਰ ਕਰੇ। 2-3 ਨਾਮ ਉੱਭਰ ਕੇ ਆ ਰਹੇ हैं। ਡਾਕਟਰ ਜਸਪਾਲ ਵੀਰ ਸਿੰਘ ਜੀ, ਗਿਆਨੀ ਗੁਰਵਿੰਦਰ ਸਿੰਘ ਜੀ, ਅਤੇ ਜਰਮਨੀ ਵਾਲੇ ਭਾਈ ਸਾਹਿਬ ਜੀਓ, ਜਾਂ ਕੋਈ ਵੀ ਹੋਰ ਜਿਹਨੂੰ ਵੀ ਆਪ ਚਾਹੋ, ਔਰ ਜਿਹੜੀ ਬਾਣੀ ਮਰਜ਼ੀ ਚਾਹੋ ਆਪ ਜੀ ਵਿਚਾਰ ਕਰੋ, ਅਸੀਂ ਵੀ ਸੁਣਾਂਗੇ ਅਤੇ ਵਿੱਚ ਵਿਚਾਲੇ ਕੋਈ ਵਿਚਾਰ ਵੀ ਦਿਆ ਕਰਾਂਗੇ। ਕਿਉਂਕਿ ਵਕਤੇ ਨੂੰ ਇਸ ਗੱਲ ਦਾ ਬਹੁਤ ਅਸਰ ਪੈਂਦਾ ਵੀ ਬਾਤ ਸੁਣੀ ਜਾ ਰਹੀ ਹੈ, ਉਹਦੇ ਅੰਦਰ ਚਾਅ ਪੈਦਾ ਹੁੰਦਾ। ਹੋਰ ਜੇ ਸੁਣਨ ਵਾਲੇ ਨਾ ਸੁਣੇ ਫਿਰ ਬੋਲਣ ਵਾਲਾ ਵੀ ਨੀਰਸ ਹੋ ਜਾਂਦਾ ਹੈ। ਸੁਣਨ ਵਾਲੇ ਤਾਂ ਪਹਿਲਾਂ ਹੀ ਹੋਏ ਵੇ ਹੁੰਦੇ ਜਿਹੜੇ ਨਹੀਂ ਸੁਣਦੇ ਹੁੰਦੇ। ਤੋ ਸਾਧ ਸੰਗਤ ਜੀਓ, ਆਪ ਜੀ ਨੂੰ ਕਿਆ ਉਪਦੇਸ਼ਣਾ, ਕਿਉਂਕਿ ਸੰਗਤ ਹੈ। ਸੰਗਤ ਤਾਂ ਵੈਸੇ ਹੀ ਪੂਰੀ ਹੁੰਦੀ ਹੈ, ਗੁਰੂ ਸਾਹਿਬ ਨੇ ਆਪ ਤੋਂ ਬੜੀ ਰੱਖਿਆ ਹੋਇਆ ਸੰਗਤ ਨੂੰ। ਤੋ ਜਿਵੇਂ ਵੀ ਆਪ ਜੀ ਦਾ ਹੁਕਮ ਹੋਇਆ ਉਹ ਵਿਚਾਰ ਲਿਓ। ਇਸ ਕਰਕੇ ਬਸ ਹੋਰ ਕੁਛ ਕਹਿਣ ਸੁਣਨ ਵਾਸਤੇ ਹੈ ਨਹੀਂ ਹੈ। ਜਿੰਨੀ ਕੁ ਵੀ ਵਿਚਾਰ ਹੋਈ ਆਪਣੀ ਤੁੱਛ ਬੁੱਧੀ ਅਨੁਸਾਰ ਗੁਰੂ ਮਹਾਰਾਜ ਕਬੂਲ ਕਰ ਲਵੇ। ਸੰਗਤ ਜੀਓ, ਤੁਸੀਂ ਵੀ ਕਬੂਲ ਕਰ ਰਹੇ ਹੋ ਜਿੱਥੇ ਤੱਕ, ਕਾਫੀ ਹੱਦ ਤੱਕ। ਤੋ ਖੁਸ਼ੀ ਹੈ ਇਸ ਬਾਤ ਦੀ। ਇਹ ਵਿਚਾਰ ਨਿਰੋਲ ਬਾਣੀ ਦੀ ਹੈ, ਆਪਣੀ ਨਹੀਂ ਹੈ। ਇਹ ਠੀਕ ਹੈ ਵੀ ਆਪਣੀ ਵਿਚਾਰ ਵਿੱਚ ਕੁਛ ਨਾ ਕੁਛ ਰਲ ਗੱਡ ਹੋ ਸਕਦੀ ਹੈ ਆਪਣੇ ਵੱਲੋਂ, ਪਰ ਕੋਸ਼ਿਸ਼ ਤਾਂ ਇਹੀ ਕਰੀਏ ਵੀ ਜੋ ਬਾਣੀ ਕਹਿ ਰਹੀ ਹੈ, ਫਰਮਾ ਰਹੀ ਹੈ, ਆਪਾਂ ਨੇ ਉਹ ਵਿਚਾਰ ਕਰੀਏ। ਔਰ ਉਹਦਾ ਇੱਕ ਢੰਗ ਵੀ ਜਿਹੜਾ ਹੁਣ ਤਾਈਂ ਅਸੀਂ ਕੁਛ ਭੰਬਲ ਭੂਸੇ 'ਚ ਵੀ ਰਹੇ ਹਾਂ, ਉਹ ਤੋਂ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਵੀ ਅਤੇ ਸੰਗਤ ਨੂੰ ਵੀ। ਇਸ ਕਰਕੇ ਆਪ ਜੀ ਜਿਵੇਂ ਵੀ ਜੋ ਵੀ ਫੈਸਲਾ ਕਰੋਗੇ ਨਤਮਸਤਕ ਹੋਵਾਂਗਾ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।